ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਠੀਕ ਹੋਣਾ ਵੀ ਪੈਣਾ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਐਕਟਿਵ ਕਾਫੀ ਰਹਿਣਾ ਪੈਣਾ। ਜ਼ਾਹਿਰ ਜੀ ਗੱਲ ਹੈ, ਇਲੈਕਸ਼ਨ ਕਾਲ ਹੋ ਚੁੱਕੀਆਂ ਨੇ ਤੇ ਜਦੋਂ ਇਲੈਕਸ਼ਨ ਕਾਲ ਹੋ ਜਾਂਦੀਆਂ ਨੇ ਇਹਨਾਂ ਦਾ ਬੜਾ ਜ਼ਿਆਦਾ ਦਿਮਾਗ ਵੀ ਚੱਲਦਾ ਕਿਉਂਕਿ ਬਹੁਤ ਸਾਰੇ ਮੁੱਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਲੱਗਦਾ ਵੀ ਅਸੀਂ ਉਹ ਚੁੱਕਣੇ ਆ। ਸੋ ਉਹਨਾਂ ਮੁੱਦਿਆਂ ਦੇ ਉੱਤੇ ਤੁਹਾਨੂੰ ਖੁਦ ਨੂੰ ਪਹਿਲਾਂ ਵਰਕ ਕਰਨਾ ਪਏਗਾ, ਉਸ ਤੋਂ ਬਾਅਦ ਹੀ ਅਸੀਂ ਆਪਣੇ ਸਿਆਸਤਦਾਨਾਂ ਦੇ ਕੋਲ ਇਹਨਾਂ ਮੁੱਦਿਆਂ ਨੂੰ ਚੁੱਕ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਫਤਵਾ ਦੇਣਾ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਸਾਡੀ ਫੇਵਰਟ ਔਰ ਕਿਹਨੂੰ ਫਤਵਾ ਦੇ ਸਕਦੇ ਹਾਂ ਜਿਹੜੇ ਸਾਡੇ ਲਈ ਕੰਮ ਕਰਦੀ ਹੈ ਔਰ ਅੱਗੇ ਵੀ ਕੰਮ ਕਰਦੀ ਰਹੇਗੀ ਇਨ ਫਿਊਚਰ ਦੇ ਵਿੱਚ ਵੀ ਉਹਨਾਂ ਦੇ ਕੋਲ ਸਾਡੇ ਲਈ ਚੰਗੀ ਯੋਜਨਾ ਹੈਗੀ ਹੈ, ਚੰਗੇ ਪਲਾਨ ਹੈ। ਸੋ ਉਹਦੇ ਬਾਰੇ ਸੋਚਣ ਸਮਝਣ ਦੇ ਲਈ ਵੀ ਬਹੁਤ ਜ਼ਿਆਦਾ ਐਕਟਿਵ ਰਹਿਣਾ ਪਏਗਾ। ਇਹਨਾਂ ਦਿਨਾਂ ਦੇ ਵਿੱਚ ਖੂਬ ਪੜ੍ਹੋ, ਜਿਹੜੀ ਵੀ ਅਪਡੇਟ ਸਾਰੀ ਉਹਦੇ ਤੇ ਧਿਆਨ ਵੀ ਰੱਖੋ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਸਹੀ ਪਲਾਨ ਤੁਹਾਡੇ ਤੱਕ ਸਹੀ ਯੋਜਨਾਵਾਂ ਲਿਆ ਰਹੀ ਹੈ ਜਿਹੜੀਆਂ ਤੁਹਾਡੇ ਫਿਊਚਰ ਲਈ ਵਧੀਆ ਰਹਿਣਗੀਆਂ। ਸੋ ਇਸ ਲਈ ਇਹਨਾਂ ਅਪਡੇਟਸ ਦੇ ਉੱਤੇ ਆਪਾਂ ਅੱਜ ਸਾਰੀ ਗੱਲਬਾਤ ਵੀ ਕਰਾਂਗੇ। ਲਗਾਤਾਰ ਇਲੈਕਸ਼ਨਸ ਦੀ ਜਿਹੜੀ ਗਹਿਮਾ ਗਹਿਮੀ ਆ ਸਾਡੇ ਆਲੇ ਦੁਆਲੇ ਦਿਖਾਈ ਦੇ ਰਹੀ ਹੈ। ਹਰ ਦਿਨ ਨਵੇਂ ਵੱਡੇ ਐਲਾਨ ਹੋ ਰਹੇ ਨੇ, ਪਰ ਇਹਨਾਂ ਐਲਾਨਾਂ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਇਹ ਜ਼ਰੂਰ ਹੋ ਜਾਂਦੀ ਹੈ ਕਿ ਕਿਹੜੀ ਪਾਰਟੀ ਉਹ ਹੈ ਜਿਹੜੀ ਵਾਕਈ ਹੀ ਆਪਣੇ ਕਹੇ ਮੁਤਾਬਕ ਚੱਲੇਗੀ ਤੇ ਜਿਹੜੇ ਐਲਾਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੂਰਾ ਵੀ ਕਰੇਗੀ, ਉਹਨਾਂ ਨੂੰ ਸਿਰਜੇਗੀ ਵੀ ਤੇ ਅੱਗੇ ਉਹ ਕਾਨੂੰਨ ਲਿਆਂਦੇ ਜਾਣਗੇ ਜਿਨ੍ਹਾਂ ਦੀ ਖਾਸ ਤੌਰ ਦੇ ਉੱਤੇ ਇਸ ਵੇਲੇ ਜ਼ਰੂਰਤ ਹੈ। ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਔਰ ਅੱਜ ਦੀ ਵੱਡੀ ਅਪਡੇਟ ਇਹ ਵੀ ਦੱਸਦੀ ਹੈ ਕਿ ਫਿਲਹਾਲ ਅਮਰੀਕਾ ਨੇ ਆਪਣੇ ਬਾਰਡਰ ਜਿਹੜੇ ਨੇ ਉਹਦੀ ਮਿਆਦ ਵਧਾ ਦਿੱਤੀ ਹੈ, ਬੰਦ ਦੀ ਮਿਆਦ ਵਧਾਈ ਗਈ ਹੈ। ਸੋ ਇਹ ਬੰਦ ਹਜੇ 21 ਸਤੰਬਰ ਤੱਕ ਰਹਿਣਗੇ। ਉਹਨਾਂ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ ਤੇ ਕੋਵਿਡ-19 ਦੇ ਕੇਸਾਂ ਕਰਕੇ ਜਿਹੜੇ ਨੇ ਕਾਫੀ ਜ਼ਿਆਦਾ ਉੱਥੇ ਹਲਚਲ ਜੀ ਮਚੀ ਹੈ ਜਿਹਦੇ ਕਰਕੇ ਕੇਸ ਅਪ ਹੋ ਗਏ ਤੇ ਉਹ ਕਹਿੰਦੇ ਅਸੀਂ ਅਜੇ ਬਾਰਡਰ ਨਹੀਂ ਖੋਲ੍ਹਣੇ ਕੈਨੇਡੀਅਨਸ ਲਈ ਤੇ ਮੈਕਸੀਕੋ ਵਾਲਿਆਂ ਲਈ। ਅਜੇ ਵੀ ਅਮਰੀਕੀ ਬਾਰਡਰ ਜਿਹੜਾ ਉਹ ਬੰਦ ਰਹੇਗਾ 21 ਸਤੰਬਰ ਤੱਕ। ਜਿਹੜਾ ਤੁਸੀਂ ਹਜੇ ਵੀ ਅਮਰੀਕਾ ਨਹੀਂ ਜਾ ਸਕਦੇ। ਬਾਕੀ ਜਿਹੜੀ ਕਾਲ ਪਹਿਲਾਂ ਕੀਤੀ ਗਈ ਸੀ ਜਿਵੇਂ ਉਧਰੋਂ ਲੋਕ ਇੱਧਰ ਆ ਰਹੇ ਨੇ ਕੈਨੇਡਾ ਦੇ ਵਿੱਚ, ਉਹ ਸਾਰਾ ਪ੍ਰੋਸੈਸ ਬਿਲਕੁਲ ਉੱਦਾਂ ਹੀ ਚੱਲ ਰਿਹਾ ਹੈ। ਸਿਰਫ ਇਹ ਹੈ ਕਿ ਅਮਰੀਕਾ ਨੇ ਆਪਣੀ ਜਿਹੜੀ ਬਾਰਡਰ ਪਾਬੰਦੀ ਹੈ ਉਹ ਅਜੇ ਵੀ ਰੱਖੀ ਹੋਈ ਹੈ, 1 ਮਹੀਨਾ ਹੋਰ ਐਕਸਟੈਂਡ ਕਰ ਦਿੱਤੀ ਗਈ ਹੈ। ਸੋ ਇਸ ਬਿਆਨ ਰਿਗਾਰਡਿੰਗ ਵੀ ਅਸੀਂ ਗੱਲਬਾਤ ਕਰਾਂਗੇ। ਸਾਡਾ ਸਟੂਡੀਓ ਦੇ ਵਿੱਚ ਅੱਜ MP ਸੁਖ ਧਾਲੀਵਾਲ ਜੀ ਪਹੁੰਚੇ ਹੋਏ ਨੇ। ਸੁਖ ਧਾਲੀਵਾਲ ਜੀ ਨਾਲ ਅਸੀਂ ਇਲੈਕਸ਼ਨ ਸੰਬੰਧੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਸੁਖ ਧਾਲੀਵਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਸ਼ਾਹ ਜੀ, ਮੇਰੇ ਵੱਲੋਂ ਤੁਹਾਨੂੰ ਤੁਹਾਡੇ ਸਾਰੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਤੇ ਤੁਹਾਡਾ ਧੰਨਵਾਦ ਕਿ ਬੜੇ ਕੰਸਟਰਕਟਿਵ ਤਰੀਕੇ ਨਾਲ ਤੁਸੀਂ ਹਮੇਸ਼ਾ ਹੀ ਜਿਹੜੀ ਹੈਗੀ ਆ ਉਹ ਮੀਡੀਆ ਦੇ ਵਿੱਚ ਰੋਲ ਅਦਾ ਕਰਦੇ ਹੋ ਔਰ ਚੈਨਲ ਪੰਜਾਬੀ ਜਿਹੜਾ ਇਹਦਾ ਬੜਾ ਵੱਡਾ ਦੇਣ ਹੈਗੀ ਆ ਜਦੋਂ ਲੋਕਾਂ ਤੱਕ ਟਾਈਮਲੀ ਇਨਫੋਰਮੇਸ਼ਨ ਜਿਹੜੀ ਆ ਪਹੁੰਚਾਉਣੀ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੁਖ ਧਾਲੀਵਾਲ ਜੀ ਆਪਾਂ ਸ਼ੋਅ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ, ਪਰ ਉਸ ਤੋਂ ਪਹਿਲਾਂ ਮੈਂ ਆਪਣੇ ਕਾਲਰਸ ਨੂੰ ਇਹ ਗੱਲ ਕਹਿ ਦਾਂ ਕਿ ਜਿਹੜੇ ਕਾਲਰਸ ਦੇ ਕੋਈ ਵੀ ਸਵਾਲ ਹੈ ਤੁਹਾਡੇ, ਚਾਹੇ ਉਹ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ, ਜੇ ਕੋਈ ਕੇਸ ਅਟਕੇ ਹੋਏ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਨੂੰ ਇਸ ਵੇਲੇ ਕੰਮ ਕਰਨਾ ਚਾਹੀਦਾ ਹੈ, ਜਾਂ ਫਿਰ ਚੋਣ ਮੁੱਦੇ ਤੁਹਾਡੇ ਕੋਲ ਹੈਗੇ ਨੇ ਉਹਨਾਂ ਸੰਬੰਧੀ ਕਾਲ ਜ਼ਰੂਰ ਕਰਿਓ। ਆਪਾਂ ਉਹਨਾਂ ਦੇ ਉੱਤੇ ਵੀ ਲਗਾਤਾਰ ਸੁਖ ਧਾਲੀਵਾਲ ਜੀ ਨਾਲ ਗੱਲਬਾਤ ਕਰਦੇ ਰਹਾਂਗੇ। ਧਾਲੀਵਾਲ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੀ ਜਿਹੜੀ ਅਪਡੇਟ ਹੈ ਆਪਾਂ ਥੋੜੀ ਜਿਹੀ ਗੱਲ ਉਹਦੇ ਤੇ ਕਰ ਲਈਏ ਵੀ ਜਿਵੇਂ ਅਮਰੀਕਾ ਨੇ ਹਜੇ ਫਿਰ ਜਿਹੜੀ ਹੈ ਐਕਸਟੈਂਡ ਕਰ ਦਿੱਤੀ ਹੈ ਬੈਨ, ਹਜੇ ਉਹਨਾਂ ਨੇ ਕਰ ਦਿੱਤਾ 21 ਸਤੰਬਰ ਤੱਕ ਜਿਹੜਾ ਹੈ ਬਾਰਡਰ ਬੰਦ ਰਹਿਣਗੇ। ਸੋ ਇਹ ਕੀ ਸਹੀ ਫੈਸਲਾ ਜੇ ਉਹਨਾਂ ਦਾ ਬੰਦ ਰੱਖਣ ਦਾ? ਦੇਖੋ, ਮੈਂ ਜਿਵੇਂ ਹਮੇਸ਼ਾ ਕਹਿੰਦਾ ਕਿ US ਜਿਹੜਾ ਹੈਗਾ ਉਹ ਸੋਵਰਨ ਨੇਸ਼ਨ ਹੈਗੀ ਆ। ਉਹਨਾਂ ਨੇ ਡਿਸੀਜਨ ਜਿਹੜੇ ਵੀ ਬਣਾਉਣੇ ਆ ਉਹਨੇ USA ਨੂੰ ਆਪਦੇ ਔਰ ਉਹਨਾਂ ਦੇ ਲੋਕਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਉਣੇ ਹੈਗੇ। ਤੇ ਕੈਨੇਡਾ ਜਿਹੜਾ ਹੈਗਾ ਇਹ ਸੋਵਰਨ ਕੰਟਰੀ, ਅਸੀਂ ਜਿਹੜਾ ਵਾ ਉਹ ਕੈਨੇਡੀਅਨ ਸਿਸਟਮ ਨੂੰ ਦੇਖ ਕੇ ਜਿਹੜੇ ਡਿਸੀਜਨ ਬਣਾਉਣੇ ਆ। ਜੇ ਅੱਜ 21 ਸਤੰਬਰ ਤੱਕ ਕੈਨੇਡਾ ਨੇ ਡਾਇਰੈਕਟ ਫਲਾਈਟਸ ਜਿਹੜੀਆਂ ਬੰਦ ਕੀਤੀਆਂ ਹਿੰਦੁਸਤਾਨ ਵਰਗੇ ਸ਼ਹਿਰਾਂ ਤੋਂ, ਉਹ ਇਸ ਕਰਕੇ ਕੀਤੀਆਂ ਸੀ ਵੀ ਕੈਨੇਡੀਅਨ ਲੋਕ ਜਿਹੜੇ ਨੇ ਸਾਡੇ ਉਹ ਸੇਫ, ਉਹਨਾਂ ਦੀ ਹੈਲਥ ਜਿਹੜੀ ਠੀਕ ਰਵੇ। ਇਸੇ ਤਰ੍ਹਾਂ US ਨੇ ਜਿਹੜਾ ਇਹ ਡਿਸੀਜਨ ਲਿਆ ਹੈਗਾ ਉਹ ਉਹਨਾਂ ਨੇ ਆਪਣੇ US ਦੇ ਲੋਕਾਂ ਨੂੰ ਜਿਹੜਾ ਵਾ ਮੱਦੇਨਜ਼ਰ ਰੱਖ ਕੇ ਜਿਹੜਾ ਲਿਆ। ਤੇ ਮੈਂ ਇਹ ਕਹਿੰਦਾ ਵੀ ਜਿਹੜਾ ਵੀ ਦੇਸ਼ ਆਪਦੇ ਦੇ ਲੋਕਾਂ ਲਈ ਡਿਸੀਜਨ ਬਣਾਉਂਦਾ ਉਹਨਾਂ ਦੇ ਸੇਫਟੀ ਲਈ ਬਹੁਤ ਜ਼ਰੂਰੀ ਹੁੰਦੇ ਨੇ। ਬਿਲਕੁਲ। ਸੋ ਧਾਲੀਵਾਲ ਜੀ, ਲੋਕ ਹੁਣ ਇੱਥੇ ਵੀ ਇਹ ਗੱਲ ਕਰ ਰਹੇ ਨੇ, ਹੁਣ ਹਰ ਦੇਸ਼ ਹੈ ਉਹਨੇ ਆਪਣੇ ਨਾਗਰਿਕਾਂ ਬਾਰੇ ਜ਼ਰੂਰ ਸੋਚਣਾ ਹੈ। ਇੱਥੇ ਜਦੋਂ ਇਲੈਕਸ਼ਨਸ ਕਾਲ ਕਰ ਦਿੱਤੀਆਂ ਗਈਆਂ ਫੈਡਰਲ ਇਲੈਕਸ਼ਨ, ਤਾਂ ਉਦੋਂ ਬਹੁਤ ਸਾਰੀ ਇਸ ਚੀਜ਼ ਦੀ ਚਰਚਾ ਹੋ ਰਹੀ ਹੈ ਕਿ ਇਹ ਜਿਹੜੀਆਂ ਇਲੈਕਸ਼ਨਸ ਹੈ ਇਹ ਬੇਲੋੜੀਆਂ ਨੇ, ਇਹ ਇਸ ਸਮੇਂ ਕਾਲ ਨਹੀਂ ਕਰਨੀਆਂ ਚਾਹੀਦੀਆਂ ਸੀ ਕਿਉਂਕਿ ਕੋਵਿਡ ਦੇ ਮਾਮਲੇ, ਵੇਰੀਐਂਟ ਦੇ ਮਾਮਲੇ, ਡੈਲਟਾ ਦੇ, ਉਹ ਕਾਫੀ ਵੱਧ ਰਹੇ ਨੇ। ਸੋ ਅਜਿਹੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਹੀ ਸਮਾਂ ਸੀਗਾ ਇਹ ਕਾਲ ਕਰਨ ਦਾ? ਦੇਖੋ, ਐਕਚੁਅਲੀ ਜੇ ਦੇਖਿਆ ਜਾਵੇ ਤਾਂ ਹਿਸਟਰੀ ਦੇ ਵਿੱਚ ਦੇਖਦੇ ਹੈਗੇ ਆ, ਜੇ ਵਰਲਡ ਵਾਰ ਤੋਂ ਬਾਅਦ ਜੇ ਗਲੋਬਲ ਕ੍ਰਾਈਸਿਸ ਆਈਆਂ ਹੈਗੀਆਂ ਔਰ ਕੈਨੇਡਾ ਦੇ ਲੋਕ ਜਿਹੜੇ ਆ ਇਹ ਕ੍ਰਾਈਸਿਸ ਦੇ ਵਿੱਚੋਂ ਦੀ ਨਿਕਲ ਰਹੇ ਆ, ਤਾਂ ਉਹ ਪੈਂਡੈਮਿਕ ਜਿਹੜੀ ਸੀਗੀ ਕੋਵਿਡ-19 ਦੀ ਸਿਚੁਏਸ਼ਨ, ਇਹ ਸਾਰਿਆਂ ਨਾਲੋਂ ਜਿਹੜੀ ਸੀ ਭਿਆਨਕ ਬਿਮਾਰੀ ਜਿਹੜੀ ਸੀਗੀ ਉਹ ਇੱਥੇ ਆਈ। ਠੀਕ ਹੈ ਨੇ। ਇਸ ਵੇਲੇ ਲੋਕਾਂ ਨੇ ਜਿਹੜਾ ਵਾ ਉਹ ਡਿਸੀਜਨ, ਲੋਕਾਂ ਦੀ ਇਨਵੋਲਵਮੈਂਟ, ਕੈਨੇਡੀਅਨ ਜਿਹੜੀ ਲੋਕ ਨੇ ਉਹਨਾਂ ਦੀ ਇਨਵੋਲਵਮੈਂਟ ਇਸ ਵੇਲੇ ਬੜੀ ਜ਼ਰੂਰੀ ਆ ਕਿ ਉਹ ਆਪਣੇ ਮਨਪਸੰਦ ਦੀ ਗਵਰਨਮੈਂਟ ਪਿਕ ਕਰ ਸਕਣ, ਜਿਹ 'ਚ ਉਹ ਟਰਸਟ ਪਾਉਣ, ਤਾਂ ਕਿ ਉਹ ਆਉਣ ਵਾਲੇ ਸਮੇਂ 'ਚ
ਉਹਨਾਂ ਦੀ ਬਿਹਤਰਤਾ ਲਈ ਵਧੀਆ ਕੰਮ ਕਰ ਸਕਣ। ਦੇਖੋ ਚਾਹੇ ਉਹ ਜਿਹੜੀ ਹੈਗੀ ਕੋਵਿਡ-19 ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਗੱਲ ਕਰ ਲਈਏ, ਚਾਹੇ ਜਿਹੜੇ ਗਵਰਨਮੈਂਟ ਨੇ ਕਿਸ ਤਰੀਕੇ ਨਾਲ ਲੋਕਾਂ ਦੇ ਜਿਹੜਾ ਸੀ ਰਹਿਣ ਦਾ ਸਹਿਣ ਦਾ ਪ੍ਰਬੰਧ ਕੀਤਾ, ਕਿਵੇਂ ਬਿਜ਼ਨਸ ਨੂੰ ਮੇਨਟੇਨ ਕੀਤਾ, ਔਰ ਕਿਸ ਤਰੀਕੇ ਦੇ ਨਾਲ ਅਸੀਂ 2 ਮਹੀਨੇ ਪਹਿਲਾਂ ਆਪਦੇ ਮਿੱਥੇ ਸਮੇਂ ਸਪਟੈਂਬਰ ਤੋਂ ਪਹਿਲਾਂ ਜਿਹੜਾ ਸੀ ਉਹ ਜਿੰਨੀਆਂ ਵੈਕਸੀਨੇਸ਼ਨ ਦੀਆਂ ਡੋਜ਼ਸ ਜਿਹੜੀਆਂ ਸੀ ਉਹ ਵਾਅਦਾ ਕੀਤਾ ਉਹ ਉੱਪਰ ਦੀਆਂ ਕੀਤੀਆਂ। ਪਰ ਹੁਣ ਜਿਹੜਾ ਅਗਲਾ ਪੜਾਅ ਹੈਗਾ ਇਹ ਵੀ ਬਹੁਤ ਇੰਪੋਰਟੈਂਟ ਹੈ ਸ਼ਰੀ ਜੀ, ਕਿਉਂਕਿ ਜੇ ਅੱਜ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ, ਕਿਉਂਕਿ ਦੇਖੋ ਇਹ ਕ੍ਰਾਈਸਿਸ ਫੇਸ ਕਰ ਰਹੇ ਨਾ, ਇਹ ਬਿਲਕੁਲ 2019 ਜਿਹੜਾ ਮੈਂਡੇਟ ਦਿੱਤਾ ਸੀ ਉਹਦੇ ਨਾਲੋਂ ਬਿਲਕੁਲ ਵੱਖਰਾ ਹੈਗਾ ਹੁਣ ਇਸ ਵੇਲੇ ਸਿਚੁਏਸ਼ਨ। ਇਹਦੇ ਵਿੱਚ ਅਸੀਂ ਦੇਖਣਾ ਕਿ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਹੈਗਾ, ਸਾਡੇ ਜਿਹੜੇ ਬਿਜ਼ਨਸ ਸਮਾਲ ਬਿਜ਼ਨਸ ਉਹਨਾਂ ਦਾ ਭਵਿੱਖ ਹੈਗਾ, ਸਾਡੇ ਜਿਹੜੇ ਬਜ਼ੁਰਗਾਂ ਦੀ ਸਿਹਤ ਦੀ ਗੱਲ ਹੈਗੀ, ਉਹਨੂੰ ਅਸੀਂ ਮੂਵਿੰਗ ਫਾਰਵਰਡ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਸ਼ੇਪ ਦੇਣੀ। ਉਹਦੇ ਵਿੱਚ ਕੀ ਆ, ਹਰ ਇੱਕ ਪਾਰਟੀ ਦਾ ਅੱਡੋ ਅੱਡ ਜਿਹੜਾ ਹੈਗਾ ਉਹ ਵਿਜ਼ਨ ਰੱਖਦੇ, ਅੱਡੋ ਅੱਡ ਆਈਡੀਓਲੋਜੀ ਰੱਖਦੇ ਹੈਗੇ ਆ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆ ਇਸ ਵੇਲੇ ਇਹ ਬਹੁਤ ਜ਼ਰੂਰੀ ਸੀ ਕਿ ਲੋਕ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਡਿਸੀਜਨ ਜਿਹੜਾ ਉਹ ਬਣਾ ਸਕਣ। ਉਹ ਮੈਂਡੇਟ ਉਹ ਸਰਕਾਰ ਨੂੰ ਦੇਣ ਜਿਹਨੂੰ ਉਹ ਇਸ ਵੇਲੇ ਜੀ 'ਚੋਂ ਵਿਸ਼ਵਾਸ ਰੱਖਦੇ ਆ ਕਿ ਇਹ ਲੀਡਰ ਜਿਹੜਾ ਹੈਗਾ ਉਹ ਵਧੀਆ ਜੌਬ ਕਰ ਸਕਦਾ। ਸਾਨੂੰ ਮਾਣ ਆ ਐਜ ਏ ਲਿਬਰਲ ਗਵਰਨਮੈਂਟ ਜਿਹੜਾ ਸੀਗਾ ਉਹ ਅਸੀਂ ਜਿਹੜੇ 2 ਪੜਾਅ ਸੀਗੇ ਕੋਵਿਡ-19 ਦੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਮੈਨੇਜ ਕੀਤਾ। ਚਾਹੇ ਪਹਿਲਾਂ ਤੁਹਾਨੂੰ ਜਿਸ ਤਰ੍ਹਾਂ ਮੈਂ ਰਹਿਣ ਸਹਿਣ ਬਿਜ਼ਨਸ ਦੇ ਫਾਈਨੈਂਸ਼ੀਅਲ ਹੈਲਪ ਦੀ ਲੋੜ ਆ, ਦੂਸਰੀ ਵੈਕਸੀਨ। ਹੁਣ ਜਿਹੜਾ ਹੈ ਹੁਣ ਇਕਨੋਮਿਕ ਰਿਕਵਰੀ ਹੈਗੀ, ਮੇਕ ਸ਼ੋਰ ਕਰਨਾ ਜਿਹੜੀਆਂ ਜੌਬ ਲੂਜ਼ ਹੋਈਆਂ ਉਹ ਵਾਪਸ ਆਉਣ, ਬਿਜ਼ਨਸ ਜਿਹੜੇ ਆ ਪ੍ਰੋਸਪਰਸ ਕਰਨ, ਤਾਂ ਕਿ ਜਿਹੜਾ ਕੈਨੇਡਾ ਹੈਗਾ ਇਸ ਵੇਲੇ ਕੈਨੇਡਾ ਵਰਲਡ ਲੀਡਰ ਆ ਜੇ ਦੇਖਿਆ ਜਾਵੇ ਵੈਕਸੀਨੇਸ਼ਨ ਦੇ ਵਿੱਚ। 83% ਤੋਂ ਉੱਤੇ ਲੋਕ ਜਿਹੜੇ ਆ ਉਹ ਜਿਹੜੇ ਨੇ ਸਿੰਗਲ ਡੋਜ਼ ਵੈਕਸੀਨੇਸ਼ਨ ਦੀ, 72% ਤੋਂ ਉੱਤੇ ਲੋਕ ਜਿਹੜੇ ਆ ਉਹ ਫੁੱਲੀ ਵੈਕਸੀਨੇਟਡ ਇਸ ਵੇਲੇ ਹੈਗੇ। ਇਹ ਕੈਨੇਡਾ 'ਚ ਲੀਡਰ ਹੋਣ ਦੇ ਨਾਤੇ ਜਿਹੜਾ ਹੈ, ਜਦੋਂ ਤੁਸੀਂ ਡੈਲਟਾ ਵੇਰੀਐਂਟ ਦੀ ਗੱਲ ਕਰਦੇ ਹੈਗੇ ਦੇਖੋ ਅਸੀਂ ਐਜ਼ ਗਵਰਨਮੈਂਟ ਤੇ ਸਾਡੇ ਜਿਹੜੇ ਹੈਲਥ ਆਫੀਸਰਸ ਨੇ, ਚਾਹੇ ਉਹ ਵੱਖੋ ਵੱਖਰੇ ਸੂਬਿਆਂ ਦੇ ਚੀਫ ਮੈਡੀਕਲ ਆਫੀਸਰ ਨੇ, ਚਾਹੇ ਉਹ ਕੈਨੇਡਾ ਦਾ ਚੀਫ ਮੈਡੀਕਲ ਆਫੀਸਰ ਆ, ਉਹ ਹਰ ਸਥਿਤੀ ਨੂੰ ਐਵਰੀ ਮੂਵਮੈਂਟ ਜਿਹੜੀ ਆ ਉਹ ਵਾਚ ਕਰ ਰਹੇ ਨੇ। ਔਰ ਉਹਦੇ ਵਿੱਚ ਇਸ ਵੇਲੇ ਸਾਡਾ, ਕਿਉਂਕਿ ਇੰਨੇ ਜ਼ਿਆਦਾ, ਜਿਸ ਤਰ੍ਹਾਂ ਫਿਰ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਦਰਸ਼ਕਾਂ ਨੂੰ ਵੀ 83% ਦੇ ਕਰੀਬ ਜਿਹੜੇ ਨੇ ਲੋਕ ਇੱਕ ਡੋਜ਼ ਲੈ ਚੁੱਕੇ ਆ ਔਰ 72% ਜਿਹੜੀ ਆ ਫੁੱਲੀ ਵੈਕਸੀਨੇਟਡ, ਹਾਈਐਸਟ ਜਿਹੜਾ ਵਾ ਇਸ ਵੇਲੇ ਲੀਡਰ ਇਨ ਦਾ ਵਰਲਡ ਹੈਗੇ ਨੇ। ਸੋ ਅਸੀਂ ਹਰ ਚੀਜ਼ ਨੂੰ ਜਿਹੜਾ ਵਾ ਉਹ ਮੋਨੀਟਰ ਕਰ ਰਹੇ ਹਾਂ ਔਰ ਇਨਕਰੇਜ ਕਰ ਰਹੇ ਹਾਂ ਵੀ ਜਿਹੜੇ ਲੋਕਾਂ ਨੇ ਹਜੇ ਵੈਕਸੀਨੇਸ਼ਨ ਨਹੀਂ ਲਵਾਈ ਉਹ ਜਿਹੜੀ ਆ ਉਹ ਵੈਕਸੀਨੇਸ਼ਨ ਲਵਾਉਣ ਔਰ ਆਪਣੇ ਮਨਪਸੰਦ ਦੀ ਪਾਰਟੀ ਨੂੰ 20 ਸਤੰਬਰ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ। ਤੇ ਮੈਂ ਤਾਂ ਕਹੀ ਕਹੂੰਗਾ ਕਿ ਜਸਟਨ ਟਰੂਡੋ ਨੇ ਔਰ ਸਾਡੀ ਪਾਰਟੀ ਨੇ ਵਧੀਆ ਲੀਡਰਸ਼ਿਪ ਦਿਖਾਈ, ਉਹ ਸਾਨੂੰ ਪਾਉਣ। ਬਿਲਕੁਲ, ਆਪਾਂ ਇਸੇ ਤੇ ਅੱਜ ਗੱਲਾਂ ਬਹੁਤ ਸਾਰੀਆਂ ਕਰਨੀਆਂ ਨੇ। ਸੁਖਤਾ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਹਾਂਜੀ, ਤੁਹਾਨੂੰ ਭੈਣ ਜੀ ਐਂਡ ਸੁਖ ਭਾਜੀ ਨੂੰ ਦੋਵਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੱਕ ਛੋਟੀ ਜਿਹੀ ਬਸ ਬੇਨਤੀ ਕਰਦਾ ਕਿ ਸੁਖ ਭਾਜੀ ਦਾ ਇੱਕ ਛੋਟੇ ਜਿਹੇ ਪਿਛਲੇ ਦਿਨੀ ਵਿਵਾਦ 'ਚ ਨਾਂ ਜੁੜ ਗਿਆ ਸੀਗਾ, ਕਿਉਂਕਿ ਜਿਹੜੇ ਵੀ ਇੰਡੀਆ ਤੋਂ ਲੋਕ ਆਉਂਦੇ ਨੇ ਸਾਡੇ ਨਾਰਥ ਅਮਰੀਕਨ ਦੇ ਜਿਹੜੇ ਚੰਗੇ ਬੰਦੇ ਆ, ਕਈ ਵਾਰੀ ਉਹਨਾਂ ਨੂੰ ਇਹ ਯੂਜ਼ ਕਰ ਜਾਂਦੇ ਆ। ਸੋ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਜਿੰਨਾ ਸਾਡੇ ਸਿੱਖ ਕੌਮ ਲਈ ਕੰਮ ਸੁਖ ਭਾਜੀ ਨੇ ਕੀਤਾ, ਮੇਰੇ ਖਿਆਲ 'ਚ ਨਹੀਂ ਕਿਸੇ ਨੇ ਕੀਤਾ। ਸਾਨੂੰ ਇਹ ਸਭ ਪਤਾ, ਸਾਡੇ ਬਹੁਤ ਰਿਸਪੈਕਟਡ ਨੇ। ਮੈਂ ਇਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ ਆਲੇ ਦੁਆਲੇ ਦੇ ਲੋਕ ਜਿਹੜੇ ਏਦਾਂ ਇੰਡੀਆ ਤੋਂ ਜਿਹੜੇ ਆਉਂਦੇ ਨਾ, ਤੁਸੀਂ ਉਹਨਾਂ ਤੋਂ ਬਚ ਕੇ ਰਿਹਾ ਕਰੋ, ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਜਦੋਂ ਤੁਹਾਡੇ ਸਤਿਕਾਰ ਦੇ ਵਿੱਚ ਕੋਈ ਨਾ ਕੋਈ ਏਦਾਂ ਦਾ ਫਰਕ ਪੈਂਦਾ। ਅਸੀਂ ਬਾਹਰ ਸੋਸ਼ਲ ਮੀਡੀਆ 'ਚ ਸੁਣਦੇ ਆ ਤੇ ਉਹ ਸਾਨੂੰ ਬੁਰਾ ਲੱਗਦਾ। ਤੇ ਮੈਂ ਭਾਜੀ ਨੂੰ ਬਸ ਇਹੀ ਬੇਨਤੀ ਕਰਨੀ ਸੀ ਨੈਕਸਟ ਟਾਈਮ। ਤੇ ਭਾਜੀ ਦਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ। ਸਾਡੀ ਅਸੀਂ ਜਦੋਂ ਵੀ ਲਾਈਵ ਹੁੰਦੀ ਹੈ ਸੁਣਦੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਸਾਨੂੰ ਪਹਿਲਾਂ ਤਾਂ ਧੰਨਵਾਦ ਉਹਨਾਂ ਨੇ ਜਿਹੜਾ ਪੁਆਇੰਟ ਰੇਜ਼ ਕੀਤਾ, ਉਹਨਾਂ ਨੇ ਐਕਚੁਅਲੀ ਬਹੁਤ ਵਧੀਆ ਇਸ਼ੂ ਜਿਹੜਾ ਉਹਨਾਂ ਨੇ। ਦੇਖੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ, ਜਦੋਂ ਮੈਂ ਧੰਨਵਾਦ ਕਰਦਾ, ਮੈਂ ਜਿੱਥੋਂ ਸਿੱਖ ਇਸ਼ੂਜ਼ ਦੀ ਗੱਲ ਆ ਜੇ, ਕਿਉਂਕਿ ਮੈਂ ਸਿੱਖ ਧਰਮ 'ਚ ਬੋਰਨ ਹੋਇਆ, ਠੀਕ ਹੈ ਨਾ, ਮੈਂ ਆਪਣੀ ਕੌਨਸ਼ੀਅਸ ਜਿਹੜੀ ਹੈਗੀ ਆ ਉਹ ਕਦੇ ਵੀ ਜਿਹੜੀ ਆ ਉਹ ਨਾ ਸੈਕਰੀਫਾਈਸ ਕਰ ਸਕਦਾ ਨਾ ਕਿਲ ਕਰ ਸਕਦਾ। ਜ਼ਿੰਦਗੀ ਅੱਜ ਤਾਂ ਹੀ ਨਹੀਂ ਕੀਤੀ, ਇੰਨਾ ਲੰਮਾ ਸਮਾਂ ਔਖੇ ਸਮੇਂ 'ਚੋਂ ਪਰਿਵਾਰ ਵੀ ਲੰਘਿਆ ਸਾਡਾ,
ਅਸੀਂ ਮੈਂ ਆਪ ਵੀ ਦੇਖਿਆ, ਕਿਉਂਕਿ ਇਹ ਨਹੀਂ ਵੀ ਅਸੀਂ ਰੋਜ਼ ਆ ਕੇ ਢੋਲ ਪਿੱਟਦੇ ਸੀ। ਅਸੀਂ ਜਿਹੜਾ ਹੈਗਾ ਇਸ ਵਿਸ਼ੇ ਦੇ ਉੱਤੇ ਮੈਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ, ਚਾਹੇ ਮੇਰਾ ਵੀਜ਼ਾ ਗਵਰਨਮੈਂਟ ਨੇ ਇੰਨੇ ਸਾਲ ਬੰਦ ਰੱਖਿਆ, ਚਾਹੇ ਜਿਹੜੀਆਂ ਹੋਰ ਪਾਬੰਦੀਆਂ ਜਿਹੜੀਆਂ ਸੀ, ਮੈਂ ਉਹਦੇ ਬਾਵਜੂਦ ਵੀ ਅਸੀਂ ਜਿਹੜਾ ਸੀ ਕਦੇ ਇਸ ਗੱਲ ਨੂੰ ਨਹੀਂ ਸੀ ਕਿ ਮੈਂ ਆਪਣੀ ਕੌਨਸ਼ੀਅਸ ਕਿਲ ਕਰਾਂ ਜਾਂ ਆਪਣੀ ਕੌਨਸ਼ੀਅਸ ਨੂੰ। ਤੇ ਹਾਂ, ਇਹ ਜ਼ਰੂਰ ਹੈਗਾ ਵੀ ਕਈ ਵਾਰ ਜਿਹੜਾ ਹੈਗਾ, ਦੇਖੋ ਮੈਂ ਆਮ ਸਧਾਰਨ ਹੈਗਾ, ਹੁਣ ਇੱਕ ਬੱਚੀ ਦਾ ਵਿਆਹ ਹੈਗਾ, ਉਹ ਮੇਰੇ ਕੋਲ ਆਉਂਦੀ ਹੈਗੀ ਆ, ਉਹਨੂੰ ਕਿਸੇ ਹੈਲਪ ਦੀ ਲੋੜ ਹੈਗੀ ਆ, ਉਹਦੇ ਭਰਾ ਦੀ ਡੈਥ ਇੰਡੀਆ ਦੇ ਵਿੱਚ ਹੋ ਗਈ, ਇੱਕ ਦੀ ਕੋਵਿਡ ਦੇ ਦੌਰਾਨ, ਇੱਕ ਭਰਾ ਉਹਦਾ ਉੱਥੇ ਰਹਿੰਦਾ ਸੀ, ਉਹਨਾਂ ਦੀ ਸੀ ਵੀ ਖਾਹਿਸ਼ ਵੀ ਉਹ ਇੱਥੇ ਬੱਚਾ ਆ ਜਾਵੇ। ਬੜਾ ਕੰਪੈਸ਼ਨੇਟ ਕੇਸ ਸੀ ਉਸ ਸੁਣ ਕੇ। ਮੈਂ ਉਹਨਾਂ ਦੀ ਹੈਲਪ ਨਹੀਂ ਕਰ ਸਕਦਾ, ਕਿਉਂਕਿ ਮੈਂ ਕੋਈ ਵੀ ਇੰਟਰਵੈਂਸ਼ਨ ਜਿਹੜੀ ਆ ਉਹ ਫੈਮਿਲੀ ਦੇ, ਨਾ ਮੈਂ ਜਿਹੜੇ ਬੱਚੇ ਨੂੰ ਸੱਦਣਾ ਚਾਹੁੰਦੇ ਸੀ, ਨਾ ਹੀ ਜਿਹੜੇ ਉਹਦੇ ਪੇਰੈਂਟਸ ਇੱਥੇ ਆਏ, ਨਾ ਹੀ ਉਹ ਗੁੱਡੀ ਦੇ। ਕਦੇ ਵੀ ਮੈਂ ਜਿਹੜੀ ਇੰਟਰਵੈਂਸ਼ਨ ਸੀਗੀ ਉਹ ਇਸ ਪਰਿਵਾਰ ਦੇ ਜਿਹੜੇ ਸੀਗੇ ਉਹ ਨਹੀਂ ਕੀਤੀ। ਪਰ ਮੈਂ ਹਾਂ ਬੱਚੀ ਦੇ ਵਿਆਹ ਤੇ ਗਿਆ, ਔਰ ਇਹਨਾਂ ਨੇ ਕਿਹਾ ਅੱਗੇ ਤੋਂ ਮੈਂ ਜਿਹੜਾ ਹੈਗਾ ਉਹ ਪੂਰਾ ਸੁਚੇਤ ਵੀ ਰਵਾਂਗੇ ਵੀ ਜੇਕਰ ਕੋਈ ਇਸ਼ੂ ਹੈਗਾ ਤਾਂ ਅੱਗੇ ਤੋਂ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਉਹ ਮੇਕ ਸ਼ੋਰ ਕੀਤਾ ਜਾਵੇ ਵੀ ਉਹ ਚੈੱਕ ਕਰ ਲਿਆ ਜਾਵੇ। ਬਿਲਕੁਲ। ਔਰ ਵਾਕਈ ਸੁਖ ਧਾਲੀਵਾਲ ਜੀ, ਇਹ ਗੱਲ ਤਾਂ ਵੈਸੇ ਅਸੀਂ ਵੀ ਇਸ ਵੇਲੇ ਲਾਈਵ ਦੇ ਵਿੱਚ ਕਹਿਣਾ ਚਾਹਾਂਗੇ ਵੀ ਅਸੀਂ ਜਿੱਥੇ ਮਰਜ਼ੀ ਸ਼ੂਟ ਤੇ ਪਹੁੰਚ ਜਾਈਏ, ਕੋਈ ਇੱਥੇ ਕਮਿਊਨਿਟੀ ਨਾਲ ਰਿਲੇਟਡ ਸ਼ੂਟ ਹੋਵੇ, ਸਾਨੂੰ ਸਭ ਤੋਂ ਪਹਿਲਾਂ ਮੋਹਰੀ ਕਤਾਰ ਦੇ ਵਿੱਚ ਤੁਸੀਂ ਉੱਥੇ ਖੜੇ ਦੇਖਦੇ ਹੀ ਦੇਖਦੇ ਹੋ। ਕਮਿਊਨਿਟੀ ਦਾ ਕੋਈ ਫੰਕਸ਼ਨ ਹੋਵੇ, ਤੁਸੀਂ ਹਰ ਕਿਤੇ ਸੁੱਖ ਦੁੱਖ ਦੇ ਵਿੱਚ ਹਮੇਸ਼ਾ ਸੁਖ ਧਾਲੀਵਾਲ ਉੱਥੇ ਖੜੇ ਹੀ ਦੇਖਦੇ ਨੇ। ਇਸ ਸੰਬੰਧੀ ਵੀ ਅੱਗੇ ਗੱਲ ਕਰਾਂਗੇ। ਕਾਲਰ ਆਪਣੇ ਨਾਲ ਹੋਰ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਹਿਰੀ ਜੀ, ਤੁਹਾਡੇ ਐਮਪੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੈਂ ਇਲੈਕਸ਼ਨ ਬਾਰੇ ਗੱਲ ਕਰਨੀ ਚਾਹੁੰਦਾ ਵੀ ਕਈ ਲੋਕ ਕ੍ਰਿਟਿਸਾਈਜ਼ ਕਰਦੇ ਆ ਨਾ ਜਸਟਿਨ ਟਰੂਡੋ ਨੇ ਇਲੈਕਸ਼ਨ ਕਿਉਂ ਬੁਲਾਈ ਆ। ਇਹ ਇਲੈਕਸ਼ਨ ਇਹ ਬਹੁਤ ਜ਼ਰੂਰੀ ਸੀ, ਕਿਉਂਕਿ ਮਿਨੋਰਟੀ ਗਵਰਨਮੈਂਟ ਉਹ ਫੈਸਲੇ ਨਹੀਂ ਲੈ ਸਕਦੀ ਜੋ ਉਹਨੂੰ ਲੈਣੇ ਪੈਂਦੇ ਆ, ਕਿਉਂਕਿ ਉਹ ਦੂਜਿਆਂ ਦੀ ਆਸ ਤੇ ਨਿਰਭਰ ਹੋ ਜਾਂਦੇ ਆ। ਇਸ ਕਰਕੇ ਕੱਲ ਪਹਿਲੀ ਵਾਰ ਨਹੀਂ ਹੋਇਆ, ਇੰਗਲੈਂਡ ਵਿੱਚ ਵੀ ਸਨੈਪ ਇਲੈਕਸ਼ਨਾਂ ਪਿਛਲੇ ਸਾਲਾਂ 'ਚ ਕਿੰਨੀਆਂ ਹੋਈਆਂ। ਇਸ ਕਰਕੇ ਇਹ ਫਰੈਸ਼ ਮੈਂਡੇਟ ਵੀ ਲੈਣਾ ਬਹੁਤ ਜ਼ਰੂਰੀ ਹੈ ਵੀ ਅਸੀਂ ਠੀਕ ਕਰ ਰਹੇ ਕਿ ਨਹੀਂ, ਕੀ ਕਰ ਰਹੇ ਹਾਂ। ਤੇ ਦੂਜਾ ਮੈਂ ਕਹਾਂ ਟਰੂਡੋ ਨੇ, ਜਸਟਿਨ ਟਰੂਡੋ ਨੇ ਬਹੁਤ ਚੰਗਾ ਕੰਮ ਕੀਤਾ। ਤੇ ਪੈਂਡੈਮਿਕ ਵਿੱਚ ਉਹਨਾਂ ਨੇ ਜਿਹੜਾ ਲੋਕਾਂ ਨੂੰ ਜੋਬਾਂ ਗਈਆਂ, ਉਹਨਾਂ ਨੂੰ ਪਹਿਲਾਂ CER ਬੈਨੀਫਿਟ ਦਿੱਤੇ ਆ, ਹੁਣ EI ਬੈਨੀਫਿਟ ਹਜੇ ਤੇ ਮਿਲਦੇ ਆ। ਲੋਕਾਂ ਨੇ ਜੇਬਾਂ 'ਚ ਉਹਨੇ ਪੈਸਾ ਪਾਇਆ ਤਾਂ ਕਿ ਇਕਨੋਮੀ ਚੱਲਦੀ ਰਹੇ। ਜੇ ਲੋਕਾਂ ਦੇ ਕੋਲ ਪੈਸਾ ਹੋਊਗਾ ਤਾਂ ਉਹ ਖਰਚਣਗੇ। ਇਸ ਕਰਕੇ ਇਕਨੋਮੀ ਲਈ ਬੜਾ ਜ਼ਰੂਰੀ ਸੀ। ਤੇ ਬਾਕੀ ਲੋਕ ਕ੍ਰਿਟਿਸਾਈਜ਼ ਤਾਂ ਕਰਦੇ ਰਹਿੰਦੇ ਆ। ਤੇ ਮੈਂ ਟਰੂਡੋ ਵਰਗਾ ਪ੍ਰਧਾਨ ਮੰਤਰੀ ਇਹ ਤਿੰਨਾਂ ਲੀਡਰਾਂ ਵਿੱਚੋਂ, ਚਾਹੇ ਜਗਮੀਤ ਸਿੰਘ ਸਾਡਾ ਆਪਣਾ ਪੰਜਾਬੀ ਹੈ, ਟਰੂਡੋ ਵਰਗਾ ਪ੍ਰਧਾਨ ਮੰਤਰੀ ਨਹੀਂ ਮਿਲਣਾ ਸਾਨੂੰ। ਇਸ ਕਰਕੇ ਮੈਂ ਆਸ ਕਰਦਾ ਵੀ ਟਰੂਡੋ ਲਿਬਰਲ ਪਾਰਟੀ ਫੇਰ ਮੁੜ ਕੇ ਸੱਤਾ 'ਚ ਆਊਗੀ। ਤੇ ਵਿਸ਼ ਦੇਮ ਗੁੱਡ ਲੱਕ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ। ਥੈਂਕ ਯੂ ਸਰ। ਦੇਖੋ ਅੱਛਾ ਜੀ, ਬੜਾ ਉਹਨਾਂ ਨੇ ਪੁਆਇੰਟ ਰੇਜ਼ ਕੀਤਾ ਵੀ ਮਿਨੋਰਟੀ ਸਿਚੁਏਸ਼ਨ ਆ, ਬੜੇ ਕੰਮ ਕਰਨੇ ਔਖੇ ਹੁੰਦੇ ਆ। ਬਿਲਕੁਲ ਉਹਨਾਂ ਦੇ ਨਾਲ ਮੈਂ ਕਾਲਰ ਨਾਲ ਸਹਿਮਤ ਹਾਂ। ਔਰ ਉਹਦੇ ਵਿੱਚ ਦੇਖਿਆ ਵੀ ਜਾਵੇ ਤਾਂ ਕੰਜ਼ਰਵੇਟਿਵ ਪਾਰਟੀ ਨੇ ਹਮੇਸ਼ਾ ਜਿਹੜਾ ਸੀ ਉਹ ਰੋੜਾ ਬਣਨ ਦੀ ਕੋਸ਼ਿਸ਼ ਕੀਤੀ। ਹਰ ਬਿੱਲ ਨੂੰ ਜਿਹੜਾ ਸੀ ਪ੍ਰੋਲੋਂਗ ਕਰਦੇ ਰਹੇ, ਚਾਹੇ ਉਹ ਬਜਟ ਪਾਸ ਕਰਨਾ ਸੀ, ਚਾਹੇ ਹੋਰ ਬਿੱਲ ਸੀ। ਪਰ ਜਦੋਂ ਜਿਹੜਾ ਮੈਂਡੇਟ ਹੁੰਦਾ ਲੋਕਾਂ ਦਾ, ਉਹਨੂੰ ਅਸੀਂ ਡਿਲੀਵਰ ਕਰਦੇ ਹਾਂ ਤਾਂ ਉਹ ਅਸੀਂ ਝਿਜਕਦੇ ਨਹੀਂ। ਹੁਣ 2019 ਦੇ ਵਿੱਚ ਜਾਂ 2015 ਜਦੋਂ ਸਾਨੂੰ ਮੈਂਡੇਟ ਦਿੱਤੇ, ਉਹਦੇ ਵਿੱਚ ਅਸੀਂ ਕੀ ਕਿਹਾ ਸੀ? ਸਾਰਿਆਂ ਨਾਲੋਂ ਪਹਿਲਾਂ ਅਸੀਂ ਕਿਹਾ ਸੀ ਵੀ ਆਮ ਸਧਾਰਨ ਇਨਸਾਨ ਆ ਜਿਹੜਾ, ਉਹਦੇ ਅਸੀਂ ਟੈਕਸ ਜਿਹੜੇ ਆ ਉਹ ਥੱਲੇ ਲੈ ਕੇ ਆਵਾਂਗੇ। ਜਿਹੜੇ 1% ਟੌਪ ਰਹੀਸ ਕੈਨੇਡਾ ਦੇ, ਉਹਨਾਂ ਤੇ ਟੈਕਸ ਲਾਵਾਂਗੇ। ਉਸ ਤੋਂ ਬਾਅਦ এনवायरमेंट ਦੀ ਗੱਲ ਕਰ ਲਈਏ, ਉਹ ਲੈਜਿਸਲੇਸ਼ਨ ਅਸੀਂ ਥਰੂ ਲੈ ਕੇ ਗਏ। ਗਨ ਕੰਟਰੋਲ ਦਾ ਲੈਜਿਸਲੇਸ਼ਨ ਅਸੀਂ ਪ੍ਰੋਮਿਸ ਕੀਤਾ, ਉਹ ਲੈ ਕੇ ਗਏ। ਸੋ ਜਦੋਂ ਵੀ ਅਸੀਂ ਜਿਹੜੇ ਇਸ਼ੂਜ਼ ਦੇ ਉੱਤੇ ਅਸੀਂ ਲੋਕਾਂ ਦੇ ਕੋਲੋਂ ਮੈਂਡੇਟ ਜਿਹੜਾ ਸੀਗਾ ਉਹ ਲੈ ਕੇ ਗਏ, ਉਹਨੂੰ ਪੂਰਾ ਕਰਨ ਦੇ ਵਿੱਚ ਸਾਨੂੰ ਸੌਖ ਰਹੀ ਆ। ਅਸੀਂ ਦੂਜੀਆਂ ਪਾਰਟੀਆਂ ਤੋਂ ਝਿਜਕੇ ਨਹੀਂ। ਹੁਣ ਵੀ ਜੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਉਹ ਜਿਹੜਾ ਨਵਾਂ ਮੈਂਡੇਟ ਸਾਨੂੰ ਮਿਲੂਗਾ ਜਸਟਿਨ ਟਰੂਡੋ ਨੂੰ, ਜੇ ਮਿਲਦਾ ਹੈਗਾ ਤਾਂ ਇਹ ਅਸੀਂ ਕਰਾਂਗੇ। ਅਸੀਂ ਉਹ ਮੈਂਡੇਟ ਜਿਹੜੇ ਤੇ ਪਲੇਟਫਾਰਮ ਤੇ ਅਸੀਂ ਲੜੇ ਆ, ਉਹਨੂੰ ਪੂਰਾ ਕਰਨ ਲਈ ਅਸੀਂ ਜਿਹੜੀ ਆ ਉਹ ਯਤਨ ਆਪਦਾ ਪੂਰਾ ਜਾਰੀ ਰੱਖਾਂਗੇ। ਜੀ ਬਿਲਕੁਲ। ਧਾਲੀਵਾਲ ਜੀ, ਵਿਰੋਧੀ ਇਹ ਗੱਲ ਕਹਿੰਦੇ ਨੇ, ਕਹਿੰਦੇ ਐਡਵਾਂਸ ਚੋਣਾਂ ਦੀ ਕੋਈ ਲੋੜ ਹਾਲੇ ਨਹੀਂ ਸੀ, ਬੇਲੋੜੀਆਂ ਚੋਣਾਂ ਨੇ ਕਹਿੰਦੇ, ਕਿਉਂਕਿ ਹਾਲਾਤ ਠੀਕ ਨਹੀਂ ਸੀਗੇ। ਤੇ ਉਹ ਕਹਿੰਦੇ ਨੇ ਵੀ ਹੁਣ ਖਰਚੇ ਦੀ ਗੱਲ ਕਰ ਲਈ ਜਾਏ, ਲੋਕ ਤਾਂ ਪਹਿਲਾਂ ਹੀ ਵਿੱਤੀ ਸੰਕਟ 'ਚੋਂ ਨਹੀਂ ਨਿਕਲ ਪਾਏ। ਵਿੱਤੀ ਸੰਕਟ ਨਾਲ ਅਸੀਂ ਸਾਰੇ ਜੂਝ ਰਹੇ ਹਾਂ। ਅਜਿਹੇ ਦੇ ਵਿੱਚ ਕਹਿੰਦੇ ਚੋਣਾਂ ਦੇ ਉੱਤੇ ਇੰਨਾ ਖਰਚਾ ਜਿਹੜਾ ਕਰਨਾ, ਉਹ ਵੀ ਕਿਤੇ ਨਾ ਕਿਤੇ ਬੇਲੋੜਾ। ਕਹਿੰਦੇ ਸਰਕਾਰ ਤਾਂ ਚੱਲ ਹੀ ਰਹੀ ਸੀਗੀ, ਕੋਈ ਬਿੱਲ ਵੀ ਨਹੀਂ ਰੁਕਿਆ ਹੋਇਆ ਸੀਗਾ। ਨਹੀਂ ਦੇਖੋ, ਜੇ ਇਹ ਕਹਿਣਾ ਵੀ ਕੋਈ ਬਿੱਲ ਨਹੀਂ ਰੁਕਿਆ, ਤੁਸੀਂ ਇਹ ਦੇਖੋ ਪਿਛਲਾ ਰੈਕਡ ਸਪੀਕ ਕਰਦਾ ਹੈਗਾ ਕਿ ਬਹੁਤ ਸਾਰੇ ਬਿੱਲ ਨੇ
ਜਿਹੜੇ ਨਾਨ ਕੌਨਫੀਡੈਂਸ ਮੋਸ਼ਨ ਜਿਹੜੇ ਆਏ ਜਿੱਥੇ ਸਰਕਾਰ ਡਿੱਗ ਸਕਦੀ ਸੀ ਜੀ ਉੱਥੇ ਐਨਡੀਪੀ ਨੇ ਸਪੋਰਟ ਨਹੀਂ ਕੀਤੀ ਔਰ ਕੁਝ ਕੁ ਬਿੱਲ ਜਿਹੜੇ ਸੀਗੇ ਐਸੇ ਆਏ ਜਿਨ੍ਹਾਂ ਦੇ ਵਿੱਚ ਬਲਾਕ ਕਬੈਕਵਾ ਨੇ ਸਪੋਰਟ ਨਹੀਂ ਕੀਤੀ ਔਰ ਐਨਡੀਪੀ ਨੇ ਵੀ ਨਹੀਂ ਸਪੋਰਟ ਕੀਤੀ ਤੇ ਕੰਜ਼ਰਵੇਟਿਵ ਨੇ ਸਪੋਰਟ ਕੀਤੀ ਤਾਂ ਗਵਰਨਮੈਂਟ ਬਚੀ ਕਈ ਬਿੱਲਾਂ ਦੇ ਵਿੱਚ ਬਲਾਕ ਕਬੈਕਵਾ ਨੇ ਜਿਹੜੀ ਸੀ ਸਾਡੀ ਸਪੋਰਟ ਕੀਤੀ ਜਿੱਥੇ ਐਨਡੀਪੀ ਨੇ ਤੇ ਕੰਜ਼ਰਵੇਟਿਵ ਨੇ ਨਹੀਂ ਕੀਤੀ ਸੋ ਬਿੱਲ ਬਾਈ ਬਿੱਲ ਜਿਹੜਾ ਸੀ ਬੜਾ ਔਖਾ ਸਮਾਂ ਜਿਹੜਾ ਸੀਗਾ ਉਹ ਸਾਨੂੰ ਕੱਢਣਾ ਪਿਆ ਪਰ ਉਹ ਇਵੈਂਚੁਅਲੀ ਇਹ ਸੀਗਾ ਕਿ ਉਹ ਸਾਡਾ ਜਿਹੜਾ ਮੈਂਡੇਟ ਸੀ ਨਾ ਉਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਜਿਹੜਾ ਸੀ ਉਹ ਅੜੇ ਰਹਿੰਦੇ ਸੀ ਇਹ ਕਹਿਣਾ ਕਿ ਅਪੋਜੀਸ਼ਨ ਪਾਰਟੀਆਂ ਨੇ ਸਾਨੂੰ ਬਲੈਂਕਟ ਜਿਹੜਾ ਹੈਗੀ ਸਪੋਰਟ ਦਿੱਤੀ ਇਹ ਬਿਲਕੁਲ ਗਲਤ ਆ ਬਿੱਲ ਪੀਸ ਬਾਈ ਪੀਸ ਜਿਹੜਾ ਲੈਜਿਸਲੇਸ਼ਨ ਆਇਆ ਉਹਦੇ ਉੱਤੇ ਜਿਹੜਾ ਸੀਗਾ ਡਿਫਰੈਂਟ ਪਾਰਟੀ ਜਿਹੜੀ ਸੀ ਉਹ ਡਿਫਰੈਂਟ ਤਰੀਕੇ ਦੇ ਨਾਲ ਜਿਹੜੀ ਸੀ ਉਹ ਕਰਦੀ ਰਹੀ ਇਹ ਇੰਨਾ ਸੌਖਾ ਨਹੀਂ ਸੀ ਇਨਫੈਕਟ ਪ੍ਰਾਈਮ ਮਿਨਿਸਟਰ ਨੇ ਵਧੀਆ ਲੀਡਰਸ਼ਿਪ ਦਿਖਾਈ ਕਿ ਈਵਨ ਪੈਂਡੈਮਿਕ ਦੇ ਦੌਰਾਨ ਜਿੰਨੀਆਂ ਮੀਟਿੰਗਸ ਉਹਨਾਂ ਨੇ ਪ੍ਰੀਮੀਅਰਸ ਨਾਲ ਕੀਤੀਆਂ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਅੱਜ ਤੱਕ ਜਿਹੜੀਆਂ ਹੋਣਗੀਆਂ ਉਹ ਇੰਨੀਆਂ ਨਹੀਂ ਕੀਤੀਆਂ ਔਰ 80% ਜਿਹੜਾ ਹੈਗੀ ਆ ਇਨਵੈਸਟਮੈਂਟਸ ਮੇਕ ਕੀਤੀਆਂ ਕੋਵਿਡ ਦੇ ਦੌਰਾਨ ਉਹ ਫੈਡਰਲ ਗਵਰਨਮੈਂਟ ਨੇ ਕੀਤੀਆਂ 20% ਜਿਹੜੀਆਂ ਸੂਬਿਆਂ ਨੇ ਇਹ ਰਿਸਪੈਕਟਿਵ ਸੂਬਿਆਂ ਦੇ ਵਿੱਚ ਐਨਡੀਪੀ ਦੇ ਇੱਥੇ ਹੁਣ ਪ੍ਰੀਮੀਅਰ ਹਾਰਗਨ ਸੀਗੇ ਉਹਨਾਂ ਦੇ ਨਾਲ ਰਲ ਕੇ ਅਸੀਂ ਪੂਰਾ ਕੰਮ ਉਹਨਾਂ ਨੂੰ ਪੂਰੀ ਅਸੀਂ ਜਿਹੜੀ ਆ ਮਦਦ ਕੀਤੀ ontario ਦੇ ਵਿੱਚ ਜਿਹੜੇ ਸੀਗੇ ਉੱਥੇ ਅਸੀਂ ਡਗ ਫੋਰਡ ਉਹਨਾਂ ਦੀ ਅਸੀਂ ਜਿਹੜੀ ਸੀ ਜੇ ਮਦਦ ਜੇ ਦੋਨਾਂ ਪ੍ਰੀਮੀਅਰਸ ਨੂੰ ਪੁੱਛੋ ਤਾਂ ਦੋਨਾਂ ਨੇ ਜੇ ਇੰਡੋਰਸਮੈਂਟ ਕਦੇ ਕੀਤੀ ਆ ਤਾਂ ਬਜਟ ਦੀ ਇੰਡੋਰਸਮੈਂਟ ਸਾਰਿਆਂ ਨਾਲੋਂ ਪਹਿਲਾਂ ਸਾਨੂੰ BC ਦੇ ਪ੍ਰੀਮੀਅਰ ਹਾਰਗਨ ਵੱਲੋਂ ਜਿਹੜੀ ਸੀ ਉਹ ਆਈ ਸੋ ਇਹ ਅਸੀਂ ਪਾਰਟੀ ਪੋਲਿਟਿਕਸ ਨੂੰ ਪਾਸੇ ਛੱਡ ਕੇ ਮੇਕ ਸ਼ੋਰ ਕੀਤਾ ਕਿ ਕੈਨੇਡਾ ਦੇ ਲੋਕ ਤੇ ਕੈਨੇਡਾ ਦੇ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਸੋ ਇਸ ਕਰਕੇ ਮੈਂਡੇਟ ਜਿਹੜਾ ਹੈਗਾ ਵਾ ਲੋਕਾਂ ਦਾ ਇਹ ਬਹੁਤ ਜ਼ਰੂਰੀ ਆ ਮੈਂ ਕਾਲਰ ਨਾਲ ਬਿਲਕੁਲ ਸਹਿਮਤ ਹਾਂ ਬਿਲਕੁਲ ਧਾਲੀਵਾਲ ਜੀ ਇੱਕ ਤਾਂ ਇਸ ਵੇਲੇ ਬਹੁਤ ਵੱਡੇ ਵੱਡੇ ਐਲਾਨ ਹੋ ਰਹੇ ਨੇ ਤਕਰੀਬਨ ਸਾਰੀਆਂ ਪਾਰਟੀਆਂ ਹੀ ਕਰ ਰਹੀਆਂ ਨੇ ਤੁਹਾਡੀ ਪਾਰਟੀ ਨੇ ਵੀ ਬਹੁਤ ਸਾਰੇ ਐਲਾਨ ਕੀਤੇ ਨੇ ਲੋਕ ਕਨਫਿਊਜ਼ ਨੇ ਕਹਿੰਦੇ ਇਹ ਨਹੀਂ ਸਮਝ ਆ ਰਿਹਾ ਵੀ ਕਿਹੜੀ ਪਾਰਟੀ ਜਿਹੜੀ ਹੈ ਉਹ ਸਾਡੀ ਬਿਹਤਰੀ ਲਈ ਸੋਚ ਰਹੀ ਹੈ ਜਾਂ ਫਿਰ ਇਲੈਕਸ਼ਨ ਹੈ ਤਾਂ ਸਿਰਫ ਚੋਣ ਪ੍ਰਚਾਰ ਦੇ ਦੌਰਾਨ ਸਿਰਫ ਐਲਾਨ ਹੀ ਕੀਤੇ ਜਾ ਰਹੇ ਨੇ ਹੁਣ ਤੁਹਾਡੀ ਪਾਰਟੀ ਕੋਲ ਅਜਿਹੀ ਕਿਹੜੀ ਯੋਜਨਾ ਹੈ ਜਿੱਤੇ ਲੋਕ ਤੁਹਾਨੂੰ ਫਤਵਾ ਦੇਣ ਲੋਕਾਂ ਨੂੰ ਇਹ ਲੱਗੇ ਕਿ ਫਿਊਚਰ ਤੁਹਾਡੀ ਪਾਰਟੀ ਦੇ ਨਾਲ ਉਹਨਾਂ ਦਾ ਸਿਕਿਉਰ ਹੈ ਤੇ ਲੋਕ ਵੋਟਾਂ ਜਿਹੜੀਆਂ ਨੇ ਉਹ ਤੁਹਾਨੂੰ ਪਾਉਣ ਸਾਨੂੰ ਪਹਿਲਾਂ ਸ਼ਹਿਰੀ ਲੀਡਰਸ਼ਿਪ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਠੀਕ ਹੈ ਨਾ ਇਹ ਦੇਖਣਾ ਵੀ ਜਿਹੜੇ ਇਸ ਵੇਲੇ ਸਾਰੀਆਂ ਪਾਰਟੀ ਦੇ ਲੀਡਰ ਨੇ 5 ਪਾਰਟੀਆਂ ਹੈਗੀਆਂ ਨੇ ਜਿਹਦੇ ਵਿੱਚੋਂ ਲਿਬਰਲ ਕੰਜ਼ਰਵੇਟਿਵਸ ਐਨਡੀਪੀ ਬਲਾਕ ਕਬੈਕਵਾ ਗ੍ਰੀਨ ਪਾਰਟੀ ਉਹ ਇਹ ਦੇਖਣਾ ਵੀ ਉਹਨਾਂ ਚੋਂ ਕਿਹੜਾ ਲੀਡਰ ਹੈਗਾ ਜਿਹੜਾ ਇਸ ਵੇਲੇ ਵਧੀਆ ਰਹਿਨੁਮਾਈ ਜਿਹੜੀ ਕੈਨੇਡਾ ਦੇ ਲੋਕਾਂ ਨੂੰ ਦੇ ਸਕਦਾ ਔਰ ਕਿਹਨੂੰ ਉਹ ਟਰਸਟ ਕਰ ਸਕਦੇ ਆ ਕਿਹਦਾ ਪ੍ਰੂਵਨ ਰੈਕਰਡ ਹੈਗਾ ਵੀ ਜਿਹੜਾ ਇਸ ਭਿਆਨਕ ਸਮੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਜਿਹੜੀਆਂ ਕ੍ਰਾਈਸਿਸ ਇਸ ਵੇਲੇ ਕੈਨੇਡਾ ਫੇਸ ਕਰ ਰਿਹਾ ਇਹ ਵਾਂਸ ਜਿਹੜਾ ਵਾ ਇਨ ਮੈਨੀ ਈਵਨ ਸੈਂਚਰੀ ਚ ਕਹਿ ਲਈਏ ਇਹ ਹੈਗੀਆਂ ਨੇ ਕਿਉਂਕਿ ਵਰਲਡ ਵਾਰ ਬਾਅਦ ਜੇ ਕ੍ਰਾਈਸਿਸ ਫੇਸ ਕੀਤੀਆਂ ਤਾਂ ਉਹ ਕੋਵਿਡ-19 ਦੀਆਂ ਔਰ ਉਸ ਤੋਂ ਦੇਖ ਕੇ ਵੀ ਕਿਹੜਾ ਲੀਡਰ ਆ ਜਿਹਨੇ ਇਸ ਨੂੰ ਵਧੀਆ ਤਰੀਕੇ ਨਾਲ ਨਜਿੱਠਿਆ ਔਰ ਮੂਵਿੰਗ ਫਾਰਵਰਡ ਜਿਹੜਾ ਹੈਗਾ ਕਿਹੜੇ ਵਧੀਆ ਪਲਾਨ ਲੈ ਕੇ ਆ ਰਹੇ ਹੁਣ ਤੁਸੀਂ ਲਾਓ ਕੈਨੇਡਾ ਚਾਈਲਡ ਬੈਨੀਫਿਟ ਦੀ ਗੱਲ ਕਰਦੇ ਹਾਂ ਮੈਂ ਸਰੀ ਨਿਊਟਨ ਦੇ ਵਿੱਚ ਨੂੰ ਰਿਪਰੈਜ਼ੈਂਟ ਕਰਦਾ ਤੁਸੀਂ ਰੈਕਰਡ ਕੱਢ ਕੇ ਦੇਖੋ ਸਰੀ ਨਿਊਟਨ ਜਿਹੜਾ ਇੱਕ ਐਸਾ ਹਲਕਾ ਹੈਗਾ ਜਿੱਥੇ ਕੈਨੇਡਾ ਚਾਈਲਡ ਬੈਨੀਫਿਟ ਸਭ ਤੋਂ ਜ਼ਿਆਦਾ ਜਿਹੜਾ ਉਹ ਇੱਥੇ ਆ ਰਿਹਾ ਸੀ ਤਕਰੀਬਨ 7 ਤੋਂ 8 ਮਿਲੀਅਨ ਡਾਲਰ ਜਿਹੜੇ ਨੇ ਐਵਰੀ ਮੰਥ ਜਿਹੜੇ ਬੱਚਿਆਂ ਨੂੰ ਜਿਹੜੀ ਆ ਉਹ ਹੈਲਪ ਆ ਰਹੀ ਸੀ ਠੀਕ ਹੈ ਨਾ ਹੁਣ ਅਸੀਂ ਐਗਰੀਮੈਂਟ ਸਾਈਨ ਕੀਤਾ ਵਾ ਵੱਖੋ ਵੱਖਰੇ ਸੂਬਿਆਂ ਦੇ ਨਾਲ ਔਰ ਟੈਰੀਟਰੀਜ਼ ਨਾਲ ਜਿਹ BC ਜਿਹੜਾ ਸੀ ਸਾਰਿਆਂ ਨਾਲੋਂ ਪਹਿਲਾ ਸੂਬਾ ਸੀ ਪ੍ਰੀਮੀਅਰ ਹਾਰਗਨ ਦੇ ਨਾਲ ਅਸੀਂ ਜਿਹੜਾ ਸੀ ਉਹ ਐਗਰੀਮੈਂਟ ਸਾਈਨ ਕੀਤਾ ਵੀ $10 ਏ ਡੇ ਕੇਅਰ ਲੈ ਕੇ ਆਉਣਾ ਉਹਦੇ ਵਿੱਚ ਕੀ ਹੈਗਾ ਨੰਬਰ 1 ਜਿਹੜੀਆਂ ਵਿਮਨ ਹੈਗੀਆਂ ਉਹਨੂੰ ਅਸੀਂ ਇੰਪਾਵਰ ਕਰਾਂਗੇ ਉਹ ਕੰਮ ਤੇ ਜਾ ਸਕਣੀਆਂ ਬੇਝਿਜਕ ਹੋ ਕੇ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਉਹਨੂੰ ਕੋਈ ਇਸ਼ੂ ਨਹੀਂ ਹੈ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਦਾ ਔਰ ਜਦੋਂ ਤੁਸੀਂ ਦੇਖਦੇ ਹੋ ਉਹ ਟੂਲ ਉਹਨਾਂ ਦੀ ਗੱਲ ਉਹ ਕਹਿੰਦੇ ਜੇ ਮੈਂ ਆਇਆ ਮੈਂ ਇਸ ਨੂੰ ਕੈਂਸਲ ਕਰ ਦੂੰ ਇਹੋ ਜੀ ਸਮੱਸਿਆ ਜੇ ਤੁਸੀਂ ਪਿੱਛੇ ਹਿਸਟਰੀ ਜਾਮੋ ਤਾਂ 2005 ਚ ਵੀ ਹੋਈ ਜਿੱਥੇ ਉਸ ਵੇਲੇ ਸੀਗੇ ਪ੍ਰਾਈਮ ਮਿਨਿਸਟਰ ਸੀਗੇ ਪਾਲ ਮਾਰਟਨ ਗਵਰਨਮੈਂਟ ਜਿਹੜੀ ਸੀਗੀ ਡੇਗੀ ਕੀ ਨੇ ਆਪਣੇ ਰਲ ਕੇ ਐਨਡੀਪੀ ਨੇ ਕੰਜ਼ਰਵੇਟਿਵ ਨਾਲ ਰਲ ਕੇ ਡੇਗਤੀ ਉਸ ਵੇਲੇ ਚਾਈਲਡ ਕੇਅਰ ਵੀ ਗਏ ਕਲੋਨਾ ਕੋਡ ਸੀ ਜਿਹੜਾ ਆਪਣੇ ਇੰਡੀਜੀਨਸ ਪੀਪਲ ਦੀ ਹੈਲਪ ਕਰਨੀ ਉਹ ਵੀ ਗਿਆ ਔਰ এনवायरमेंट ਦਾ ਕੀਓਟੋ ਐਗਰੀਮੈਂਟ ਉਹ ਵੀ ਗਿਆ ਸੋ ਇਸ ਵੇਲੇ ਉਹ ਟੂਲ ਡਿਟਰਮਿਨਡ ਨੇ ਕਿ ਅਸੀਂ ਸਭ ਕੁਝ ਜਿਹੜਾ ਕੈਂਸਲ ਕਰ ਦਾਂਗੇ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਹਾਂ ਜੀ ਤੁਸੀਂ ਟੀਵੀ ਦੀ ਆਵਾਜ਼ ਘਟਾਓ ਜੀ ਘਟਾਉਣੇ ਆ ਜੀ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ
हाँ हेलो जी। हाँ जी सर, हुण बोलो जी, की कहना चाਹੁंदे हो जी? MP ਧਾਲੀਵਾਲ जी अपने नाल ने। ਅਸੀਂ ਸੁਖ ਧਾਲੀਵਾਲ ਦਾ ਜਿਹੜਾ ਆਉਂਦਾ ਪ੍ਰੋਗਰਾਮ ਇਹਨਾਂ ਨਾਲ ਗੱਲ ਕਰਨੀ ਹੈ जी बिल्कुल, सुख ਧਾਲੀਵਾਲ जी नाल ने, दसो जी ਹਾਂਜੀ की ਸਤਿ कहना ਸ਼੍ਰੀ चाਹੁंदे हो? ਅਕਾਲ ਜੀ। ਹੈ ਜੀ। ਹਾਂਜੀ ਸੁਣ ਰਿਹਾ ਜੀ। हाँ जी सर बोलो जी, थोड़ी आवाज आ रही है जी। सुख ਧਾਲੀਵਾਲ जी नाल ने, दसो की कहना चाਹੁंदे हो? ਅੱਛਾ ਜੀ, ਮੇਰੀ ਬਾਤ ਇਹ ਆ ਸੁਖ ਧਾਲੀਵਾਲ ਨੂੰ। ਹਾਂਜੀ, ਨੰਬਰ ਤੇ ਇੱਕ ਤਾਂ ਹੈਗਾ ਇਹਨਾਂ ਦਾ ਜੀ ਆਪਣਾ ਜਿਹੜਾ ਉਹ ਹੈਗਾ ਆਪਣਾ ਇੱਕ ਤਾਂ ਇਹ ਜੀ ਸਾਨੂੰ ਜਿਹੜੀ ਹੁਣ ਜਿਹੜੀਆਂ ਅਪਾਇੰਟਮੈਂਟਾਂ ਨੇ ਸਾਨੂੰ 3-3 ਮਹੀਨੇ ਦੀਆਂ ਮਿਲ ਜਾਂਦੀਆਂ ਨੇ। ਇੱਕ ਬੰਦਾ ਸਿੱਕ ਜ਼ਿਆਦਾ ਹੁੰਦਾ ਸਪੈਸ਼ਲਿਸਟ ਤੇ ਉੱਥੇ ਹਸਪਤਾਲ 'ਚ ਕੋਈ ਦੇਖਦਾ ਨਹੀਂ, ਬੁਰਾ ਹਾਲ ਹੁੰਦਾ जी। ਹਾਂ। ਨੰਬਰ 2 ਹੁੰਦਾ ਜੀ ਸਾਡਾ ਇਹ ਆ ਜੀ ਇਹਨਾਂ ਨੇ ਪੈਸਾ ਬੁੜਿਆ ਨੇ ਜਿਹੜਾ ਵਧਾਤੀਆਂ 75 ਸਾਲ ਦੀਆਂ। ਜਿਹੜੇ ਦੂਜੇ ਛੋਟੇ ਬੰਦੇ ਆ ਜਿਹੜੇ ਪੈਨਸ਼ਨ ਲੈਂਦੇ ਆ ਉਹਨਾਂ ਦੀ 1200 ਪੈਨਸ਼ਨ ਨਾਲ ਛੱਡ ਜੂਗਾ। ਇਹਨਾਂ ਤੋਂ ਪੁੱਛੋ ਪਹਿਲਾਂ ਇੰਨੀ ਮਹਿੰਗਾਈ ਹੋ ਗਈ ਆ ਹੈ ਉਹਨਾਂ ਦੀਆਂ ਵਧਾਤੀਆਂ 75 ਸਾਲ ਦੀਆਂ जी। ਦੂਜਾ ਤੇ ਇਹਨਾਂ ਨੂੰ ਪੁੱਛੋ ਜੇ ਤੁਸੀਂ ਆਪ ਇੱਥੋਂ ਖਰਚ ਕਰ ਲਓਗੇ 1200 ਨਾਲ ਤੁਸੀਂ ਕੱਢ ਲਓਗੇ। ਮਕਾਨਾਂ ਦੀਆਂ ਇੰਨੀਆਂ ਕੀਮਤਾਂ ਵੱਧ ਗਈਆਂ ਨੇ जी। ਹਸਪਤਾਲ ਚ ਉੱਥੇ ਜਾਂਦੇ 5-5 ਘੰਟੇ ਬੈਠੇ ਰਹਿਣੇ ਆ। बिल्कुल ठीक है जी, ਮੇਰਾ ਇਹ ਪੁਆਇੰਟ ਆ। ठीक है जी, ਅਸੀਂ ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਜੀ। ਸਰ ਨਾਲ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜੇ ਨੇ ਹਾਂਜੀ। 2-3 ਕੁਐਸਚਨ ਰੇਜ਼ ਕੀਤੇ ਆ। ਇੱਕ ਸ਼ਹਿਰੀ ਜੀ ਆਪਣੇ ਨਾ ਇਹ ਜਿਹੜੇ ਹੈਗੇ ਨੇ ਕਮਿਊਨਿਟੀ ਦੇ ਵਿੱਚ ਇਹ ਬੜਾ ਜਾਗਰੂਕ ਵੀ ਬੜੀ ਜ਼ਰੂਰੀ ਆ। ਇੱਕ ਇਹਨਾਂ ਨੂੰ ਇਹ ਪਤਾ ਹੋਣਾ ਆਪਾਂ ਨੂੰ ਦੱਸਣਾ ਪੈਣਾ ਵੀ ਸਾਡੀਆਂ ਜਿਹੜੀਆਂ ਵੱਖੋ ਵੱਖਰੀਆਂ ਰਿਸਪੌਂਸਿਬਿਲਿਟੀਜ਼ ਕਿਹੜੀਆਂ ਕਿਹੜੀਆਂ, ਹਾਂਜੀ ਬਿਲਕੁਲ। ਹੁਣ ਆਪਾਂ ਗੱਲ ਕਰਦੇ ਹੈਗੇ ਆ, ਇਹਨਾਂ ਨੇ ਗੱਲ ਕੀਤੀ ਆ ਹਸਪੀਟਲ ਦੀ। ਜਦੋਂ ਐਜੂਕੇਸ਼ਨ ਦੀ ਔਰ ਹੈਲਥ ਕੇਅਰ ਦੀ ਗੱਲ ਆਉਂਦੀ ਹੈਗੀ ਤਾਂ ਇਹ ਟੋਟਲੀ ਜਿਹੜਾ ਹੈਗਾ ਇਹ ਪ੍ਰੋਵਿੰਸ਼ੀਅਲ ਇਸ਼ੂ ਹੈਗਾ। ਇਹਨੂੰ MLAs ਦੇ ਨਾਲ ਇਹ ਇਸ਼ੂ ਜਦੋਂ ਅਸੀਂ ਇਹਨਾਂ ਕੀ ਕਰਦੇ ਆ, ਅਸੀਂ ਜਿਹੜੀ ਫੰਡਿੰਗ ਆ ਉਹ ਜਿਹੜੀ ਆ ਲੌਂਗ ਟਰਮ ਫੰਡਿੰਗ ਅਸੀਂ ਹੈਲਥ ਕੇਅਰ ਦੀ ਤੇ ਐਜੂਕੇਸ਼ਨ ਦੀ ਇਸੇ ਲਈ ਮੈਂ ਧਾਲੀਵਾਲ ਜੀ ਤੁਹਾਨੂੰ ਕਹਿਣ ਲੱਗੀ ਸੀ ਕਿਉਂਕਿ ਲਾਸਟ ਟਾਈਮ ਸਾਡੇ ਕੋਲ MLA ਇੱਥੇ ਵੀ ਬੈਠੇ ਸੀਗੇ ਜਿਹੜੇ ਆਪਣੇ ਇਥੋਂ BC ਸਰਕਾਰ ਦੇ ਵਿੱਚੋਂ ਨੇ। ਉਹਨਾਂ ਨੂੰ ਇਹ ਸਵਾਲ ਕੀਤੇ ਗਏ ਸੀ ਤਾਂ ਉਹਨਾਂ ਨੇ ਕਿਹਾ ਸੀ ਹੁਣ ਫੈਡਰਲ ਫੰਡਿੰਗ ਤਾਂ ਸਾਨੂੰ ਚਾਹੀਦੀ ਹੈ ਨਾ, ਸੋ ਉਹ ਤੁਹਾਡੇ ਤੇ ਪਾ ਦਿੰਦੇ ਨੇ ਗੱਲ। ਨਹੀਂ ਉਹ ਬਿਲਕੁਲ ਗੱਲ ਜਦੋਂ ਅਸੀਂ ਦੇਖਦੇ ਆ ਜੇ ਹੈਲਥ ਕੇਅਰ ਦੇ ਵਿੱਚ ਕਿਸੇ ਨੇ ਸਸਟੇਨੇਬਲ ਫੰਡਿੰਗ ਦਿੱਤੀ ਆ ਤਾਂ ਉਹ ਲਿਬਰਲ ਗਵਰਨਮੈਂਟ ਆ, ਠੀਕ ਹੈ ਨੀ। ਉਹ ਅਸੀਂ ਜਦੋਂ ਉਹਨੂੰ ਫੰਡਿੰਗ ਦਿੱਤੀ ਇਹ ਜਿਹੜਾ ਵਾ ਹੈਲਥ ਕੇਅਰ ਦਾ ਰੋਲ ਜਿਹੜਾ ਹੈਗਾ ਉਹ ਸੂਬਿਆਂ ਦਾ ਰੋਲ ਹੈਗਾ। ਉਹਦੇ ਵਿੱਚ ਜਿਹੜਾ ਵਾ ਫੈਡਰਲ ਦਾ ਜਿਹੜਾ ਸੌਂਦਰੀ ਵੀ ਕਿਸ ਤਰੀਕੇ ਨਾਲ ਉਹਨੂੰ ਮੈਨੇਜ ਕਰਦੇ ਹੈਗੇ ਆ, ਕੀ ਉਹ ਮੂਵਿੰਗ ਫਾਰਵਰਡ ਕਿਸ ਤਰੀਕੇ ਦੇ ਨਾਲ ਉਹ, ਕਿਉਂਕਿ ਮੈਂ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ ਕਿਉਂਕਿ ਮੇਰੀ ਜਿਹੜੀ ਆ ਉਹ ਜੇ ਮੈਂ ਕਹਾਂ ਮੇਰੀ ਪਲਾਨ ਬਿਲਕੁਲ ਡਿਫਰੈਂਟ ਹੋ ਸਕਦੀ ਸਪੈਸ਼ਲਿਸਟ ਨੂੰ ਦੇਖਣ ਦੀ ਜਾਂ ਜਿਹੜਾ ਵਾ ਕਿਸ ਤਰੀਕੇ ਦੇ ਨਾਲ ਕਲੀਨਿਕ ਅਸੀਂ ਬਣਾਉਣੇ ਆ ਜਾਂ ਉਹ ਮੈਂ ਉਹਦੇ ਵਿੱਚ ਨਹੀਂ। ਪਰ ਜਿਹੜਾ ਇਹਨਾਂ ਨੇ ਸੀਨੀਅਰ ਦੀ ਗੱਲ ਕੀਤੀ ਆ ਉਹਨੂੰ ਮੈਂ ਐਡਰੈਸ ਕਰਨਾ ਜ਼ਰੂਰ ਚਾਹੂੰਗਾ। ਉਹਦੇ ਵਿੱਚ ਅਸੀਂ ਜਿਹੜੇ ਆਮ ਸੀਨੀਅਰਸ ਹੈਗੇ ਆ ਕੋਵਿਡ ਦੇ ਦੌਰਾਨ ਗਏ ਸੀ, ਮਹਿੰਗਾਈ ਦੀ ਇਹ ਗੱਲ ਕਰਦੇ, ਉਹ $875 ਅਸੀਂ ਉਹਨਾਂ ਨੂੰ ਜਿਹੜੇ ਸੀ ਉਹ ਵਾਧੂ ਦਿੱਤੇ ਹਰੇਕ ਸੀਨੀਅਰ ਨੂੰ। ਠੀਕ ਆ, ਇਹਨਾਂ ਨੇ ਕਿਹਾ 75 ਸਾਲ ਤੋਂ ਵੱਧ ਜਿਹੜੀ ਹੈਗੇ ਆ ਉਹ ਅਸੀਂ ਜਿਹੜੀ ਆ ਉਹਨਾਂ ਦੀ ਪੈਨਸ਼ਨ ਵਧਾਈ। ਪਰ ਜਦੋਂ ਅਸੀਂ ਦੂਸਰੇ ਪਾਸੇ ਇੱਕ ਹੋਰ ਚੀਜ਼ ਦੇਖਦੇ ਆ ਕੰਜ਼ਰਵੇਟਿਵ ਪਾਰਟੀ ਦੀ, ਉਹ ਤਾਂ ਇਹ ਕਹਿੰਦੇ ਸੀ ਵੀ ਜਿਹੜੀ 65 ਸਾਲ ਤੋਂ ਵਧਾ ਕੇ ਜਿਹੜੀ ਰਿਟਾਇਰਮੈਂਟ ਏਜ ਜਿਹੜੀ ਆ ਉਹ 67 ਸਾਲ ਕਰ ਦਿਓ, 2 ਸਾਲ ਸੀਨੀਅਰਸ ਨੂੰ ਹੋਰ ਪਾਵਰਟੀ ਦੇ ਥਰੂ ਜਿਹੜਾ ਉਹ ਜਾਣਾ ਪਵੇ। ਅਸੀਂ ਉਹ ਵੀ ਜਿਹੜੀ ਸੀਗੀ ਘਟਾ ਕੇ ਜਦੋਂ 2015 ਚ ਅਸੀਂ ਆਏ ਅਸੀਂ ਕਿਹਾ ਸੀ ਵੀ ਅਸੀਂ ਨਹੀਂ ਵਧਾਵਾਂਗੇ, ਉਹ ਉੱਥੇ ਲਿਆਂਦੀ। ਹੁਣ ਅਸੀਂ ਇੱਕ ਨਵੀਂ ਅਨਾਉਂਸਮੈਂਟ ਕਿ ਉਹਦੇ ਸੀਨੀਅਰਸ ਹੈਗੇ ਹੈਲਥ ਕੇਅਰ ਇਸ਼ੂ ਦੇ ਵਿੱਚੋਂ ਦੀ ਉਹਨਾਂ ਨੇ ਜਾਣਾ ਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ। ਜਦੋਂ ਹੋਮ ਕੇਅਰ ਦੀ ਗੱਲ ਆਉਂਦੀ ਹੈਗੀ ਅਸੀਂ ਇਹ ਵਾਅਦਾ ਕੀਤਾ, ਸਾਡਾ ਇਹ ਹੈ ਕਿ ਜੇ ਲਿਬਰਲ ਗਵਰਨਮੈਂਟ ਇਲੈਕਟ ਹੁੰਦੀ ਹੈਗੀ ਆ ਤਾਂ ਸੀਨੀਅਰ ਦੀ ਕੇਅਰ ਦੇ ਲਈ ਅਸੀਂ ਜਿਹੜੇ ਉਹ ਫਰੰਟ ਲਾਈਨ ਵਰਕਰਸ ਹੈਗੇ ਨੇ ਜਾ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਦੇਖਦੇ ਹੈਗੇ ਸਾਹਮਣੇ, ਉਹਨਾਂ ਦੀ ਅਸੀਂ ਪਹਿਲੀ ਗੱਲ ਤਾਂ ਪੇ ਜਿਹੜੀ ਆ $25 ਪ੍ਰਤੀ ਘੰਟਾ ਕਰਾਂਗੇ। ਔਰ ਅਸੀਂ 50,000 ਨਵੇਂ ਵਰਕਰ ਜਿਹੜੇ ਨੇ ਹੋਮ ਕੇਅਰ ਵਰਕਰ ਜਿਹੜੇ ਨੇ ਉਹ ਅਸੀਂ ਟ੍ਰੇਨ ਕਰਾਂਗੇ ਤਾਂ ਕਿ ਉਹ ਘਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਔਰ ਬਜ਼ੁਰਗ ਜਿਹੜੇ ਘਰਾਂ 'ਚ ਰਹਿ ਸਕਣ $1500 ਜਿਹੜਾ ਉਹ ਟੈਕਸ ਕ੍ਰੈਡਿਟ ਦੇਵਾਂਗੇ ਐਕਸੈਸੀਬਲ ਹੋਮ ਬਣਾਉਣ ਨੂੰ ਤਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿ ਸਕਣ। ਜੀ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੇਰੀ ਜੀ ਸਤਿ ਸ੍ਰੀ ਅਕਾਲ। ਆਪਣੇ ਧਾਲੀਵਾਲ ਸਾਹਿਬ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਮਿਸਟਰ ਬਰਾੜ। ਤੇ ਮੇਰਾ ਤਾਂ ਇਹੀ ਸਵਾਲ ਆ ਧਾਲੀਵਾਲ ਸਾਹਿਬ ਨੂੰ ਬਈ ਇਲੈਕਸ਼ਨ ਤਾਂ ਇਹਨਾਂ ਨੇ ਜਿੱਤ ਜਾਣੀ ਇਹਨਾਂ ਦੀ ਪਾਰਟੀ ਨੇ, ਕਿਉਂਕਿ ਮੈਨੂੰ ਲੱਗਦਾ ਨਹੀਂ ਦੂਜੇ ਪਾਸੇ ਕੋਈ ਹੈ ਇਹਨਾਂ ਦੇ ਬਰਾਬਰ ਕੋਈ ਪਾਰਟੀ ਜਿਹੜੀ ਆਊਗੀ। ਹੁਣ ਤਾਂ ਮੈਨੂੰ ਤਾਂ ਲੱਗਦਾ ਮੈਜੋਰਿਟੀ ਤੋਂ ਵੀ ਗਾਂਹ ਜਾਊਗੀ। ਪਰ ਮੇਰਾ ਇਹਨਾਂ ਨੂੰ ਸਵਾਲ ਇਹ ਹੈ ਕਿ ਜਿਹੜਾ ਫੈਡਰਲ ਢਾਂਚੇ ਦੇ ਅੰਡਰ ਜਿਹੜਾ ਮੈਂ ਲਾਸਟ ਟਾਈਮ ਇਹਨਾਂ ਨੂੰ ਸਵਾਲ ਕੀਤਾ ਸੀ ਵੀ ਫਲਡਿੰਗ ਹੋ ਰਿਹਾ ਜਿਹੜਾ ਸਿਸਟਮ ਆ ਸਾਡਾ, ਕਿਉਂਕਿ ਇਮੀਗ੍ਰੇਸ਼ਨ ਤਾਂ ਇਹਨਾਂ ਦੇ ਸੈਂਟਰ ਦੇ ਥੱਲੇ ਹੁੰਦੀ ਆ ਪਰ ਇਮੀਗ੍ਰੇਸ਼ਨ ਦੇ ਆਪਾਂ ਉਲਟ ਨਹੀਂ ਗਏ, ਆਪਾਂ ਹਾਮੀ ਆ ਉਹਦੇ ਇਮੀਗ੍ਰੇਸ਼ਨ ਆਉਣੀ ਚਾਹੀਦੀ ਆ ਪਰ ਉਹਦੀ ਕੋਈ ਜਿਹੜੀ ਤਰਤੀਬ ਨਹੀਂ ਹੁੰਦੀ। ਉਦੋਂ
ਸਾਰਾ ਕੁਝ ਹੀ ਜਿੱਦਾਂ ਆਹ ਬਜ਼ੁਰਗ ਕਹਿ ਕੇ ਗਿਆ, ਚਾਹੇ ਉਹ ਪ੍ਰੋਵਿੰਸ਼ਲ ਦੇ ਥੱਲੇ ਆ ਹਸਪੀਟਲ, ਤੇ ਉਹ ਹਸਪੀਟਲਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਆ ਗਰਾਊਂਡ ਲੈਵਲ ਤੇ ਜਾ ਕੇ ਆਪਾਂ ਦੇਖਦੇ ਆ ਤਾਂ ਇਹ ਸਮੱਸਿਆ ਬਹੁਤ ਵੱਡੀ ਆ। ਸਿੰਘ ਜਿਹੜੀ ਹੈਗੀ ਆ ਅਫਗਾਨਿਸਤਾਨ ਦੇ ਮਸਲੇ ਬਾਅਦ ਇਹਨਾਂ ਕੋਲੇ ਬਹੁਤ ਵੱਡਾ ਚੈਲੰਜ ਆਊਗਾ ਇਕਨੋਮਿਕਸ ਦਾ। ਇਹਨਾਂ ਦੀ ਪਾਰਟੀਜ਼ ਨੇ ਆਉਣਾ ਤਾਂ ਹੈਗਾ ਸੱਤਾ ਦੇ ਵਿੱਚ, ਇਹ ਜਿਹੜਾ ਚੈਲੰਜ ਆ ਇਕਨੋਮੀ ਨੂੰ ਸਟੇਬਲ ਕਰਨਾ, ਇਹਦੇ ਬਾਰੇ ਕੀ ਇਹ ਪੂਰਾ ਪ੍ਰਪੇਅਰਡ ਹੈ? ਕਿਉਂਕਿ ਹੁਣ ਤਾਂ ਚਲੋ ਇਹਨਾਂ ਦੀ ਮਿਨੋਰਿਟੀ ਸੀਗੀ, ਪਰ ਮੈਂ ਤਾਂ ਇੰਨਾ ਕੀ ਕਹੂੰਗਾ ਵੀ ਇਹਦੇ ਬਾਰੇ ਥੋੜਾ ਜਿਹਾ ਬੋਲਣ, ਕਿਉਂਕਿ ਟੌਪਿਕ ਤਾਂ ਇਹ ਬਹੁਤ ਲੰਮਾ, ਕਿਤੇ ਬੈਠ ਕੇ ਇਹਨਾਂ ਨਾਲ ਡਿਸਕਸ ਕਰਾਂਗੇ, ਪਰ ਜ਼ਰੂਰ ਇਹਦਾ ਥੋੜਾ ਜਿਹਾ ਜਵਾਬ ਦੇਣ। ਮੇਰੇ ਵੱਲੋਂ ਧੰਨਵਾਦ ਤੁਹਾਡਾ ਟਾਈਮ ਦੇਣ ਦਾ, ਕਿ ਮੈਂ ਥੋੜੇ ਜਿਹੇ ਸਮਾਂ ਕਿਉਂਕਿ ਹੋਰ ਕਲਰਾਂ ਨੇ ਵੀ ਲੈਣਾ ਜੀ, ਬਿਲਕੁਲ ਥੋੜਾ ਬਹੁਤਾ ਇਹਦੇ ਬਾਰੇ ਜ਼ਰੂਰ ਦੱਸ ਕੇ ਜਾਣ। ਥੈਂਕ ਯੂ ਤੁਹਾਡਾ ਵੀ ਤੇ ਇਹਨਾਂ ਦੇ ਵੀ ਜੀ ਆਇਆਂ ਮੇਰੇ ਵੱਲੋਂ ਜੀ। ਬਰਾੜ ਸਾਹਿਬ ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਮਿਸਟਰ ਬਰਾੜ ਜੀ। ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਕਿ ਜਦੋਂ ਵੀ ਸੋਸ਼ਲ ਜਸਟਿਸ ਇਸ਼ੂਜ਼ ਦੀ ਗੱਲ ਆਉਂਦੀ ਹੈਗੀ, ਕਿਉਂਕਿ ਕੰਸਿਸਟੈਂਸੀ ਹੁੰਦੀ, ਕਈ ਇਹ ਨਹੀਂ ਵੀ ਮਿਸਟਰ ਬਰਾੜ ਅੱਜ ਮੈਂ ਬੈਠਾ ਤੇ ਇੱਥੇ ਕਾਲ ਕਰ, ਹਮੇਸ਼ਾ ਹੀ ਜਦੋਂ ਇਹਨਾਂ ਦੀ ਜਾਗਰੂਕੀ ਸੋਚ ਆ ਉਹਨੂੰ ਮੈਂ ਜਿਹੜਾ ਵਾ ਉਹਨੂੰ ਸਲਾਮ ਕਰਦਾ, ਕਿਉਂਕਿ ਮੈਨੂੰ ਨੇੜਿਓਂ ਇਹਨਾਂ ਨਾਲ ਹੋ ਕੇ ਵਰਤਣ ਦਾ ਮੌਕਾ ਮਿਲਿਆ ਔਰ ਮੇਰੇ ਕੰਸਟੀਟੂਐਂਟ ਵੀ ਨੇ, ਠੀਕ ਹੈ ਨਾ, ਔਰ ਕੰਸਟੀਟੂਐਂਸੀ ਦੀ ਹਾਰਟ ਦੇ ਵਿੱਚ ਰਹਿੰਦੇ ਨੇ। ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇਮੀਗ੍ਰੇਸ਼ਨ, ਠੀਕ ਹੈ ਨਾ, ਇਮੀਗ੍ਰੇਸ਼ਨ ਜਿਹੜੀ ਆ ਉਹ ਇਸ ਵੇਲੇ ਜ਼ਰੂਰੀ ਵੀ ਹੈ ਕੈਨੇਡਾ ਲਈ। ਪਰ ਜਿਹੜੀ ਇੱਕ ਇਸ਼ੂ ਅਸੀਂ ਫੇਸ ਕਰ ਰਹੇ ਹਾਂ, ਮੈਂ ਇਹਨਾਂ ਨਾਲ ਸਹਿਮਤ ਹਾਂ ਉਸ ਗੱਲ ਤੇ ਕਿ ਅਸੀਂ ਜਿਹੜਾ ਵੀ ਇਮੀਗ੍ਰੈਂਟ ਆਉਂਦਾ, ਹੁਣ ਸਪੋਜ਼ ਕਰੋ ਹਿੰਦੁਸਤਾਨ ਤੋਂ ਆਉਂਦਾ, ਪਹਿਲਾਂ ਟੈਲੀਫੋਨ ਜਾਂ ਪਾਕਿਸਤਾਨ ਤੋਂ ਆਉਂਦਾ, ਉਹ ਪਹਿਲਾਂ ਚੱਕ ਕੇ ਟੈਲੀਫੋਨ ਕਰਦੇ ਜੀ ਅਸੀਂ ਜੀ ਸਰੀ ਨਿਊਟਨ 'ਚ ਸਾਨੂੰ ਕੋਈ ਘਰ ਲੱਭ ਕੇ ਦਿਓ। ਆਈ ਐਮ ਗਿਵਿੰਗ ਯੂ ਐਨ ਐਗਜ਼ਾਮਪਲ, ਸਰੀ 'ਚ ਹੈਗਾ ਜੀ, ਠੀਕ ਹੈ ਨਾ, ਅਸੀਂ ਸਾਰੇ ਜਾਂ ਸਰੀ 'ਚ ਰਹਿਣਾ ਚਾਹੁੰਦੇ ਹਾਂ ਜਾਂ ਅਸੀਂ ਬਰੈਂਪਟਨ 'ਚ ਰਹਿਣਾ ਚਾਹੁੰਦੇ ਹਾਂ। ਤੇ ਜਿਹੜੀਆਂ ਹੋਰ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਾਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ, ਉਹ ਸਾਨੂੰ ਇਨਕਰੇਜ ਕਰਨਾ ਪੈਣਾ ਜਿਹੜੇ ਸਾਡੇ ਇਮੀਗ੍ਰੈਂਟਸ ਆਉਂਦੇ ਹੈਗੇ ਆ। ਇੱਦਾਂ ਹੀ ਚਾਈਨੀਜ਼ ਕਮਿਊਨਿਟੀ ਉਹ ਆਉਂਦੇ ਰਿਚਮੰਡ, ਵੈਨਕੂਵਰ, ਬਰਨਵੀਕ। ਸੋ ਇਹ ਜਿਹੜਾ ਹੈ ਸਿਸਟਮ, ਕਿਉਂਕਿ ਜਦੋਂ ਸਾਡੇ ਅਸੀਂ ਇਮੀਗ੍ਰੈਂਟ ਇਸ ਵੇਲੇ ਸਾਨੂੰ ਲੋੜ ਆ, ਅੱਜ ਟ੍ਰੇਲ ਦੇ ਵਿੱਚ ਦੇਖ ਲਓ ਮੈਨੂੰ ਰੋਜ਼ ਫੋਨ ਆਉਂਦੇ, ਕੈਸਲਗੜ੍ਹ ਤੋਂ ਫੋਨ ਆਉਂਦੇ, ਕਹਿੰਦੇ ਟਰੱਕ ਡਰਾਈਵਰ ਨਹੀਂ ਮਿਲ ਰਹੇ, ਸਾਨੂੰ ਲੇਬਰ ਨਹੀਂ ਮਿਲ ਰਹੀ। ਛੋਟੇ ਛੋਟੇ ਸ਼ਹਿਰਾਂ, ਮੈਂ ਕਲੋਨੇ ਇੱਕ ਦਿਨ ਬੇਟੇ ਨੇ ਮੇਰੇ ਨੇ UBC 'ਚ ਦਾਖਲਾ ਲਿਆ, ਮੈਂ ਉੱਥੇ ਗਿਆ, ਉਹ ਕਹਿੰਦੇ ਸਾਨੂੰ ਵਰਕ ਫੋਰਸ ਨਹੀਂ ਇੱਥੇ ਮਿਲ ਰਹੀ, ਔਰ ਲੋਕਾਂ ਨੇ ਉੱਥੇ ਹੈਲਪ ਵਾਂਟਡ ਦੇ ਸਾਈਨ ਲਾਏ ਹੋਏ ਆ। ਇਹ ਇੱਕੋ ਹੀ ਇਸ਼ੂ ਹੈਗਾ ਕਿ ਅਸੀਂ ਸਾਰੇ ਜਿਹੜਾ ਇੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ, ਸਾਨੂੰ ਚਾਹੀਦਾ ਕਿ ਅਸੀਂ ਕੈਨੇਡਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਨਕਰੇਜ ਕਰੀਏ ਇਮੀਗ੍ਰੈਂਟਸ ਨੂੰ। ਅਸੀਂ ਜਿਹੜਾ ਵਾ ਐਜ਼ ਏ ਗਵਰਨਮੈਂਟ ਵਿਲ ਟਰਾਈ ਦੈਟ ਕਿ ਡਿਫਰੈਂਟ ਪਾਇਲਟ ਪ੍ਰੋਜੈਕਟਸ ਲੈ ਕੇ ਜਿਹੜੀ ਇਮੀਗ੍ਰੇਸ਼ਨ ਹੈਗੀ ਉਧਰਲੇ ਪਾਸੇ ਨੂੰ ਬਿਲਕੁਲ, ਕਿਉਂਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਵੈਸੇ ਹੀ ਬਹੁਤ ਸਾਰੇ ਧਾਲੀਵਾਲ ਜੀ ਸਵਾਲ ਹੈਗੇ ਨੇ ਸਾਡੇ ਕੋਲ। ਜੀ ਆਵਾਜ਼ ਆ ਰਹੀ ਹੈ ਜੀ ਮੇਰੀ? ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂਜੀ ਵੀ ਜਿਹੜੀ ਪ੍ਰਾਪਰਟੀਆਂ ਦੀ ਜਾਂ ਘਰਾਂ ਦੀ ਵੱਧਦੀ ਕੀਮਤਾਂ, ਉਹਦੇ ਵਾਸਤੇ ਗਵਰਨਮੈਂਟ ਕੋਲੇ ਇੰਨੀ ਪਲੇਸ ਆ, ਕਿਉਂ ਨਹੀਂ ਇਹ ਲੋਕਾਂ ਨੂੰ ਸਸਤੇ ਪਲਾਟ ਦੇ ਰਹੇ ਜਾਂ ਸਿਟੀ ਕੱਟ ਕੇ ਡਿਵੈਲਪ ਕਰਕੇ ਇਹ ਬਿਲਡਰਾਂ ਨੂੰ ਹੀ ਦੇਈ ਜਾਂਦੇ ਆ ਤੇ ਬਿਲਡਰ ਹੀ ਪੈਸਾ ਕਮਾਈ ਜਾਂਦੇ ਆ ਤੇ ਲੋਕਾਂ ਨੂੰ ਲੁੱਟੀ ਜਾਂਦੇ ਆ ਜੀ। ਇਹ ਕਿਉਂ ਨਹੀਂ ਕਰਦੇ? ਜੇ ਕਹਿੰਦੇ ਵੀ ਸਸਤੇ ਘਰ ਬਣਾ ਕੇ ਦੇਵਾਂਗੇ ਤੇ ਸਸਤੇ ਪਲਾਟ ਕਿਉਂ ਨਹੀਂ ਦੇ ਸਕਦੇ, ਲੋਟ ਕਿਉਂ ਨਹੀਂ ਦੇ ਸਕਦੇ? ਜੀ ਬਿਲਕੁਲ, ਹਾਊਸਿੰਗ ਮਾਰਕੀਟ ਤੇ ਅਸੀਂ ਕਰਦੇ ਹਾਂ ਜੀ ਗੱਲ। ਥੈਂਕ ਯੂ ਸੋ ਮਚ ਜੀ। ਸੋ ਬੜਾ ਵਧੀਆ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜਾ ਪੁਆਇੰਟ ਰੇਜ਼ ਕੀਤਾ, ਫਿਰ ਆਪਾਂ ਕਹੀਏ, ਕਿਉਂਕਿ ਦੇਖੋ ਅਸੀਂ ਸਾਨੂੰ ਪਤਾ ਹੁਣ ਜਿਹੜੀ ਲੈਂਡ ਡਿਵੈਲਪਮੈਂਟ ਹੈਗੀ ਆ, ਇਹ ਪ੍ਰੋਵਿੰਸ਼ੀਅਲ ਲੋਕਲ ਮਿਊਨਿਸਪੈਲਿਟੀ ਦੀ ਗੱਲ ਹੈਗੀ, ਪਰ ਜੇ BC ਦੇ ਵਿੱਚ ਜਿਹੜਾ ਹੈਗਾ ਉਹ ਐਗਰੀਕਲਚਰ ਲੈਂਡ ਰਿਜ਼ਰਵ ਜਿਹੜਾ ਹੈਗਾ ਉਹ BC ਦੇ ਅੰਡਰ ਹੈਗਾ। ਦੇਖੋ ਜਦੋਂ ਗੱਲ ਇਹ ਕਹਿੰਦੇ ਆ ਵੀ ਡਿਵੈਲਪਰ ਹੀ ਜਿਹੜੇ ਆ ਉਹ ਲੈ ਰਹੇ ਆ, ਇੱਕ ਚੀਜ਼ ਮੈਂ ਕਹਿ ਸਕਦਾ ਹਾਂ, ਸਰੀ ਦੇ ਵਿੱਚ ਐਗਜ਼ਾਮਪਲ ਦੇ ਸਕਦਾ ਮੈਂ, ਹਜੇ ਬਰੈਂਪਟਨ ਵਰਗੇ ਸ਼ਹਿਰਾਂ 'ਚ ਹੈ ਜਿੱਥੇ ਵੱਡੇ ਡਿਵੈਲਪਰ ਜਿਹੜੇ ਆ ਜਾਂ ontario 'ਚ, ਇੱਥੇ ਜਦੋਂ ਆਪਾਂ BC 'ਚ ਦੇਖਦੇ ਹੈਗੇ ਆ ਤਾਂ ਇੱਥੇ ਛੋਟਾ ਡਿਵੈਲਪਰ ਚਾਹੇ ਉਹ ਇੱਕ ਘਰ ਬਣਾਉਂਦਾ ਚਾਹੇ 100 ਬਣਾਉਂਦਾ, ਉਹਨਾਂ ਨੂੰ ਇਕੁਅਲ ਅਪਰਚੂਨਿਟੀ ਜਿਹੜੀ ਆ ਉਹ ਇੱਥੇ ਮਿਲੀ ਹੈਗੀ ਆ। ਜਿਹੜੀ ਲੈਂਡ ਕਿਸ ਤਰੀਕੇ ਨਾਲ ਲੈਂਡ ਪਲੈਨਿੰਗ ਕਰਨੀ ਉਹ ਜਿਹੜਾ ਉਹ ਫੈਡਰਲ ਗਵਰਨਮੈਂਟ ਦਾ ਇਹਦੇ ਵਿੱਚ ਰੋਲ ਨਹੀਂ, ਪਰ ਹਾਊਸਿੰਗ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਦੋਂ ਰੈਪਿਡ ਹਾਊਸਿੰਗ ਦੀ ਗੱਲ ਕਰਦੇ ਹੈਗੇ ਆ ਤਾਂ ਗਵਰਨਮੈਂਟ ਨੇ $26 ਮਿਲੀਅਨ ਇਕੱਲੇ ਸਰੀ ਨੂੰ ਵੀ ਦਿੱਤੇ, ਔਰ ਅਸੀਂ ਜਿਹੜੇ ਨੇ ਬਹੁਤ ਸਾਰੇ ਪ੍ਰੋਜੈਕਟ ਐਸੇ ਜਿਹੜੇ ਲੈ ਕੇ ਆ ਰਹੇ ਜਿਹਦੇ ਨਾਲ ਜਿਹੜੇ ਅਫੋਰਡੇਬਲ ਹਾਊਸਿੰਗ ਜਿਹੜੀ ਹੈਗੀ ਉਹ ਅਸੀਂ ਲੋਕਾਂ ਤਾਈਂ ਜਿਹੜੀ ਹੈ ਨੈਸ਼ਨਲ ਸਟ੍ਰੈਟਜੀ ਉਹ ਦੇ ਸਕੇ। ਜੀ ਬਿਲਕੁਲ, ਕੁਝ ਕਾਲਰਸ ਦੀ ਮੈਂ ਕਾਲ ਪਿਕ ਨਹੀਂ ਕਰ ਪਈ, ਉਹ ਦੁਬਾਰਾ ਕਾਲ ਕਰ ਸਕਦੇ ਨੇ, ਅਸੀਂ ਨਾਲ ਦੀ ਨਾਲ ਕਾਲ ਜਿਹੜੀਆਂ ਲੈਂਦੇ ਰਵਾਂਗੇ। ਸੋ ਸ਼ਾਇਦ ਕਲੀਅਰ ਹੋ ਗਿਆ ਕਿ ਨਹੀਂ? ਹਾਂਜੀ, ਜਿਹੜੀ ਉਹਨਾਂ ਨੇ ਗੱਲ ਕੀਤੀ ਆ
ਬਈ ਜੀ ਵੱਡੇ ਡਿਵੈਲਪਰ ਛੋਟੇ ਡਿਵੈਲਪਰ ਉਹ ਚਾਹੇ ਉਹ ਬਿਲਕੁਲ ਜਿਹੜਾ ਵਾ ਉਹ ਸਿਟੀ ਰਿਲੇਟਡ ਇਸ਼ੂ ਹੈਗਾ। ਸਿਟੀ ਨੇ ਪਲੈਨਿੰਗ ਕਰਨੀ ਵੀ ਉਹ ਸਿਟੀ ਨੂੰ ਕਿਸ ਤਰੀਕੇ ਦੇ ਨਾਲ ਡਿਵੈਲਪ ਕਰਨਾ। ਹੁਣ ਤੁਸੀਂ ਦੇਖੋ ਆਪਣੇ ਸਰੀ ਡਾਊਨਟਾਊਨ ਲਾ ਲਓ, ਉਹ ਹੁਣ ਵਰਟੀਕਲ ਡਿਵੈਲਪ ਹੋ ਰਿਹਾ, ਉੱਚੀਆਂ ਬਿਲਡਿੰਗਸ ਬਣ ਰਹੀਆਂ। ਬਰਨਬੀ ਦੇ ਵਿੱਚ ਰਿਚਮੰਡ 'ਚ ਦੇਖ ਲਓ ਤਕਰੀਬਨ 55,000 ਦੇ ਕਰੀਬ ਜਿਹੜੇ ਨੇ ਉਹ ਕੰਡੋਮੀਨੀਅਮ ਜਿਹੜੇ ਨੇ ਉਹ ਪਾਸ ਹੋਏ ਪਏ ਹੈਗੇ ਆ, ਰਾਈਟ। ਉਹ ਇਹ ਹੈਗਾ ਕਿ ਬਿਲਡ ਕਰਨਾ ਹੈਗਾ। ਉਹ ਮੈਂ ਕਹਿੰਦਾ ਵੀ ਇਹਨਾਂ ਨੂੰ ਜਦੋਂ ਨੈਕਸਟ ਜਿਹੜੇ ਉਹਨਾਂ ਦੇ ਕਾਉਂਸਲਰ ਹੈਗੇ, ਮੇਅਰ ਹੈਗੇ, ਉਹਨਾਂ ਨਾਲ ਜ਼ਰੂਰ ਵਾਰਤਾਲਾਪ ਕਰਨਾ। ਔਰ ਮੈਂ ਸਰੀ ਦੀ ਐਗਜ਼ਾਮਪਲ ਦੇ ਸਕਦਾ ਵੀ ਜਦੋਂ 1999 'ਚ ਮੈਂ ਦੇਖਿਆ ਡਗ ਮਕੈਲਮ ਉਦੋਂ ਆਏ ਸੀ, ਉਦੋਂ ਆਮ ਛੋਟੇ ਡਿਵੈਲਪਰ ਨੂੰ ਜਿਹੜਾ ਸੀ ਜੇ ਚਾਂਸ ਦਿੱਤਾ ਕਿਸੇ ਨੇ ਤਾਂ ਉਹ ਸਰੀ ਦੇ ਵਿੱਚ ਜਿਹੜਾ ਸੀਗਾ ਉਹ ਮਿਊਨਿਸਪੈਲਿਟੀ ਨੇ ਦਿੱਤਾ ਸੀ। ਜੀ ਬਿਲਕੁਲ, ਡਿਵੈਲਪਰਸ ਦੇ ਮੁੱਦੇ ਤੇ ਅਸੀਂ ਹੋਰ ਵੀ ਗੱਲ ਕਰਾਂਗੇ। ਸੁਖ ਧਾਲੀਵਾਲ ਜੀ, ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ ਜੀ? ਬਿਲਕੁਲ ਠੀਕ ਜੀ, ਧੰਨਵਾਦ। ਧਾਲੀਵਾਲ ਸਾਹਿਬ ਇੱਕ ਛੋਟੀ ਜੀ ਗੱਲ ਪੁੱਛਣੀ ਸੀਗੀ ਜੀ। ਜੀ ਜੀ ਹੈਲੋ, ਹਾਂਜੀ ਸਰ, ਪੁੱਛ ਸਕਦੇ ਹੋ ਜੀ। ਆਵਾਜ਼ ਆ ਰਹੀ ਹੈ ਜੀ? ਜੀ ਜੀ ਬਿਲਕੁਲ, ਬੋਲੋ ਜੀ, ਬੋਲੋ। ਇਹ ਜਿਹੜੇ ਆਪਣੇ ਇੰਡੀਆ ਤੋਂ ਜਿਹੜੇ ਮਤਲਬ ਵੀਜ਼ੇ ਨੇ ਜੀ, ਇਹ ਕਦੋਂ ਤੋਂ ਮਿਲਣੇ ਸ਼ੁਰੂ ਹੋਣੇ ਨੇ ਤੇ ਕਦੋਂ ਫਲਾਈਟਾਂ ਮਤਲਬ ਸਿੱਧੀਆਂ ਆਉਣ ਲੱਗਣਗੀਆਂ ਜੀ? ਜਿੱਦਾਂ ਹੁਣ ਸਿੰਗਰਸ, ਆਰਟਿਸਟ, ਮਤਲਬ ਇਹਨਾਂ ਸਾਰਿਆਂ ਦਾ ਕੰਮ ਇੱਧਰ ਠੱਪ ਪਿਆ ਜੀ, ਜਿਵੇਂ ਕੈਨੇਡਾ ਦੇ ਵਿੱਚ ਕੋਈ ਸ਼ੋਅ ਨਹੀਂ ਹੋ ਰਹੀ, ਮਤਲਬ ਕਦੋਂ ਸਾਰਾ ਸਿਸਟਮ ਸ਼ੁਰੂ ਹੋ ਜਾਊਗਾ ਜੀ? ਦੇਖੋ, ਜਿਸ ਤਰ੍ਹਾਂ ਫਲਾਈਟਸ ਦੀ ਗੱਲ ਕੀਤੀ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਫਲਾਈਟਸ ਜਿਹੜੀਆਂ ਅਸੀਂ ਉਹ ਐਵਰੀ 30 ਡੇ ਬਾਅਦ ਅਸੈਸ ਕਰ ਰਹੇ ਹਾਂ ਸਿਚੁਏਸ਼ਨ, ਵੀ ਕਦੋਂ ਅਸੀਂ ਡਾਇਰੈਕਟ ਫਲਾਈਟਸ ਜਿਹੜੀਆਂ ਇੰਡੀਆ ਤੋਂ ਖੋਲ੍ਹਣੀਆਂ ਹੈਗੀਆਂ। ਉਹਦੇ ਵਿੱਚ ਬੰਦ ਕਰਨ ਦਾ ਕਾਰਨ ਵੀ ਸੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਜਾਲੀ ਸਰਟੀਫਿਕੇਟ, ਔਰ ਇਹ ਆਮ ਚੱਲਿਆ ਵੀ ਲੋਕਾਂ ਨੂੰ, ਕਿਉਂਕਿ ਉੱਥੇ ਇੰਡੀਆ ਦੇ ਵਿੱਚ ਪੈਸੇ ਲੈ ਕੇ ਹਸਪੀਟਲ ਦੇ ਡਾਕਟਰ ਜਿਹੜੇ ਸੀ ਉਹ ਜਾਲੀ ਸਰਟੀਫਿਕੇਟ ਦੇ ਜਾਂਦੇ ਸੀ। ਉਹਦੇ ਨਾਲ ਕੀ ਸੀ, ਕੋਵਿਡ ਪੋਜ਼ਿਟਿਵ ਕੇਸਿਸ ਜਿਹੜੇ ਸਾਰਿਆਂ ਨਾਲੋਂ ਜ਼ਿਆਦਾ ਆ ਰਹੇ ਸੀ, 50% ਤੋਂ ਵੱਧ ਇਕੱਲੇ ਇੰਡੀਆ ਤੋਂ ਆ ਰਹੇ ਸੀ। ਉਹਦੇ ਨਾਲ ਕੀ ਸੀ, ਇੱਥੇ ਦੇ ਲੋਕ ਜਿਹੜੇ ਅਸੀਂ ਕੈਨੇਡੀਅਨ ਲੋਕ ਆ, ਉਹਨਾਂ ਦੀ ਹੈਲਥ ਤੇ ਸੇਫਟੀ ਜਿਹੜੀ ਸੀਗੀ ਉਹਨੂੰ ਅਸੀਂ ਖਤਰੇ 'ਚ ਪਾ ਰਹੇ ਸੀ। ਉਸ ਨੂੰ ਮੱਦੇਨਜ਼ਰ ਰੱਖ ਕੇ ਇਹ ਜਿਹੜਾ ਸੀਗਾ ਇਹ ਬੰਦ ਕੀਤੀਆਂ ਗਈਆਂ ਜਿਹੜੀਆਂ ਡਾਇਰੈਕਟ ਫਲਾਈਟ, ਤਾਂ ਕਿ ਜਦੋਂ ਦੂਜੇ ਹੁਣ ਆਉਂਦੇ ਨੇ, ਆ ਰਹੇ ਨੇ ਹੁਣ ਫਲਾਈਟਸ, ਐਸੀ ਗੱਲ ਨਹੀਂ। ਇੱਕ ਐਸਾ ਸਮਾਂ ਸੀ ਉਦੋਂ ਡਾਇਰੈਕਟ ਫਲਾਈਟਸ ਹੁੰਦੀਆਂ ਵੀ ਨਹੀਂ ਸੀ, ਉਦੋਂ ਵੀ ਲੋਕ ਇਨਡਾਇਰੈਕਟ ਵੇ ਆਉਂਦੇ ਸੀ। ਹੁਣ ਜਦੋਂ ਇਨਡਾਇਰੈਕਟ ਵੇ ਆਉਂਦੇ ਤਾਂ ਉਸ ਜਿੱਥੋਂ ਲਾਸਟ ਡੈਸਟੀਨੇਸ਼ਨ ਤੋਂ ਚੜ੍ਹਦੇ ਆ ਉਹ ਕੈਨੇਡਾ ਨੂੰ ਬੋਰਡ ਕਰਦੇ ਆ, ਉੱਥੇ ਉਹਨਾਂ ਨੂੰ ਜਿਹੜਾ ਟੈਸਟ ਕਰਾਉਣਾ ਪੈਂਦਾ। ਸੋ ਉਹ ਦੇਸ਼ਾਂ ਦੇ ਵਿੱਚ ਜਿਹੜੀ ਆ ਐਸੀ ਜਿਹੜੀ ਹੈ ਜਾਲੀ ਚੀਜ਼ ਨਹੀਂ ਹੈਗੀ। ਇਹ ਹੈਗਾ ਫਲਾਈਟਸ ਦਾ। ਬਾਕੀ ਗੱਲ ਇਹਨਾਂ ਨੇ ਕੀਤੀ ਵੀ ਉਹਦੇ ਵਿੱਚ ਅਸੀਂ ਹੁਣ ਦੇਖਣਾ ਸਟਾਫ ਅੰਬੈਸੀ ਦੇ ਵਿੱਚ, ਕਿਉਂਕਿ ਜਦੋਂ ਇੰਡੀਆ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਜਿਹੜੀ ਆ ਇੰਨੀ ਭਿਆਨਕ ਹੋਈ, ਉਹਦੇ ਵਿੱਚ 50% ਤੋਂ ਵੱਧ ਜਿਹੜੇ ਸਾਡੇ ਸਟਾਫ ਸੀਗਾ ਉਹ ਉੱਥੇ ਕੋਵਿਡ ਦੇ ਨਾਲ ਜਿਹੜਾ ਸੀਗਾ ਉਹ ਇਫੈਕਟ ਹੋਇਆ, ਉਹਦੇ ਵਿੱਚ ਡੈਥ ਵੀ ਹੋਈ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆ, ਉਹਨਾਂ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਆ, ਮੈਨੂੰ ਲੱਗਦਾ ਕਿ ਹੁਣ ਇਸ ਵੇਲੇ ਸਿਰਫ ਉੱਥੇ 1 ਜਾਂ 2 ਆਫੀਸਰ ਹੈਗੇ। ਜਿਹੜੀਆਂ ਐਮਰਜੈਂਸੀ ਫਾਈਲਸ ਹੈਗੀਆਂ, ਅਰਜੈਂਟ ਫਾਈਲ, ਉਹਨੂੰ ਅਸੀਂ ਕੱਢ ਰਹੇ। ਬਾਕੀ ਅਸੀਂ ਫਾਈਲਸ ਡਿਜੀਟਾਈਜ਼ ਕਰ ਰਹੇ ਹਾਂ ਤਾਂ ਕਿ ਉਹ ਜ਼ਰੂਰੀ ਨਹੀਂ ਵੀ ਉਹ ਦਿੱਲੀ 'ਚ ਬੈਠੇ ਹੀ ਆਫੀਸਰ ਫੈਸਲਾ ਕਰਨ, ਕਿਤੇ ਬੈਠਾ ਵੀ ਫੈਸਲਾ ਕਰ ਸਕਦਾ। ਆ ਸਕੇ ਸਤੰਬਰ ਤੋਂ ਬਾਅਦ ਜਿਹੜਾ ਹੈਗਾ ਕੋਈ ਇਸ ਸੰਬੰਧੀ ਖਬਰ ਆ ਸਕਦੀ ਹੈ ਜਿਹੜੀ ਹੈ ਇਸ ਤਰ੍ਹਾਂ ਦੀ, ਪਰ ਉਦੋਂ ਤੱਕ ਮੈਨੂੰ ਜਿਹੜੀ ਹੈ ਇਹ ਕੋਈ ਆਸ ਹਜੇ ਨਹੀਂ ਲੱਗਦੀ ਹੈਗੀ। ਪਰ ਵੀਜ਼ੇ ਲੱਗ ਰਹੇ ਨੇ, ਐਸੀ ਗੱਲ ਨਹੀਂ। ਪਰ ਜਿਹੜੇ ਇਲੈਕਟ੍ਰੋਨਿਕ ਐਪਲੀਕੇਸ਼ਨਸ ਹੋ ਗਈਆਂ ਜਾਂ ਜਿਹੜੀਆਂ ਡਿਜੀਟਾਈਜ਼ ਹੋ ਗਈਆਂ, ਉਹਨਾਂ ਨੂੰ ਅਸੀਂ ਵੀਜ਼ੇ ਦੇ ਕੇ ਦਿਨ ਪਰ ਦਿਨ ਮੈਂ ਦੇਖ ਰਿਹਾ ਉਹ ਉੱਥੋਂ ਲੋਕ ਜਿਹੜੇ ਨੇ ਉਹ ਆ ਰਹੇ ਨੇ, ਕਿਉਂਕਿ ਹੁਣ BAFS ਆਫ ਜਿਹੜੇ ਨੇ ਉਹ ਵੀ ਖੁੱਲ ਚੁੱਕੇ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਕੁਐਸਚਨ ਪੁੱਛਣਾ ਸੀ ਮੈਂ ਇਮੀਗ੍ਰੇਸ਼ਨ ਦੇ। ਜੀ ਬਿਲਕੁਲ, ਤੁਸੀਂ ਪੁੱਛ ਸਕਦੇ ਹੋ ਜੀ, ਪੁੱਛ ਸਕਦੇ ਹੋ। ਹਾਂਜੀ ਪੁੱਛੋ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਜੀ, ਮੇਰਾ ਕੁਐਸਚਨ IRCC ਜਿਹੜੀ ਨੇ ਇਹਦੀ ਇਮੀਗ੍ਰੇਸ਼ਨ ਵਾ, ਮੇਰਾ ਕੁਐਸਚਨ ਉਹਨਾਂ ਦੇ ਉੱਤੇ ਸੀਗਾ। ਹਾਂਜੀ ਪੁੱਛ ਸਕਦੇ ਹੋ ਜੀ, ਕੁਝ ਬੰਦੇ ਹੈਲੋ, ਹਾਂਜੀ ਹਾਂਜੀ ਬੋਲ ਸਕਦੇ ਹੋ ਜੀ, ਬੋਲੋ। ਹਾਂਜੀ, ਕੁਝ ਬੰਦੇ ਇਦਾਂ ਦੇ ਆ ਕਿ ਜਿਨ੍ਹਾਂ ਦੀਆਂ ਫਾਈਲਾਂ 2-2 3-3 ਸਾਲ ਤੋਂ ਲਟਕੀਆਂ ਪਈਆਂ ਆ, ਤੇ ਕੁਝ ਬੰਦੇ ਇਦਾਂ ਦੀ ਜਿਨ੍ਹਾਂ ਦੀ ਫਾਈਲ ਮਗਰੋਂ ਲੱਗਦੀ ਆ, ਉਹਨਾਂ ਦਾ ਰਿਜ਼ਲਟ ਵੀ ਪਹਿਲਾਂ ਆ ਜਾਂਦਾ ਆ। ਦੂਸਰਾ ਇਹ ਗੱਲ ਆ ਕਿ ਇਹਨਾਂ ਦੀ ਹਰੇਕ ਜਦੋਂ ਦੂਸਰੀਆਂ ਕੰਟਰੀ ਆ ਉਹਨਾਂ ਦੇ ਵਿੱਚ ਜਦੋਂ ਐਪਲੀਕੈਂਟ ਦਾ ਜਿਹਦੀ ਫਾਈਲ ਲੱਗੀ ਹੁੰਦੀ ਉਹਦਾ ਮੈਡੀਕਲ ਹੁੰਦਾ, ਮੈਡੀਕਲ ਆਉਣ ਤੋਂ ਬਾਅਦ 2 ਜਾਂ 3 ਮਹੀਨੇ ਬਾਅਦ ਡਿਸੀਜਨ ਆ ਜਾਂਦਾ। ਬਟ ਕੈਨੇਡਾ IRCC ਦਾ ਕੀ ਆ ਕਿ ਇਹਨਾਂ ਦਾ ਪਹਿਲਾਂ ਮੈਡੀਕਲ ਕਰਵਾ ਲੈਂਦੇ ਆ, ਉਸ ਤੋਂ ਬਾਅਦ ਬੈਕਗਰਾਉਂਡ ਚੈੱਕ ਕਰਦੇ ਰਹਿੰਦੇ ਆ ਤੇ ਸਿਕਿਉਰਿਟੀ ਚੈੱਕ ਕਰਦੇ ਰਹਿੰਦੇ ਆ। ਜੋ ਐਪਲੀਕੈਂਟ ਉਹਦਾ ਮੈਡੀਕਲ ਐਕਸਪਾਇਰ ਹੋ ਜਾਂਦਾ ਆ, 2-2 ਸਾਲ ਮੈਡੀਕਲ ਇੱਥੇ ਪਿਆ ਰਹਿੰਦਾ। ਉਸ ਤੋਂ ਬਾਅਦ ਫੇਰ ਕਾਲ ਕਰ ਦਿੰਦੇ ਜੀ ਦੁਬਾਰਾ ਮੈਡੀਕਲ ਕਰਾਓ, ਤੇ ਮੈਡੀਕਲ ਕਰਾ ਕੇ ਫੇਰ ਐਪਲੀਕੇਸ਼ਨ ਇਨ ਪ੍ਰੋਸੈਸ 'ਚ ਪਈ ਰਹਿੰਦੀ ਆ। ਤੇ ਇਹਦੇ ਬਾਰੇ ਪੁੱਛਣਾ ਸੀਗਾ ਵੀ ਕੀ ਇਹਨਾਂ ਦਾ ਪ੍ਰੋਸੈਸ ਵਾ ਇਮੀਗ੍ਰੇਸ਼ਨ ਦਾ ਇਹ?
ਬਿਲਕੁਲ ਜੀ, ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਸੋ ਮਚ। ਇਦਾਂ ਦੀ ਕਨਫਿਊਜ਼ਨ ਬਹੁਤ ਸਾਰੇ ਲੋਕਾਂ ਨੂੰ ਧਾਲੀਵਾਲ ਜੀ ਆ ਰਹੀ ਹੈ। ਐਕਚੁਅਲੀ ਦੇਖੋ ਪੁਆਇੰਟ ਵੀ ਬੜਾ ਜਾਇਜ਼ ਆ ਉਹਨਾਂ ਦਾ। ਐਵੇਂ ਦੇਖੋ ਉਹਦੇ ਵਿੱਚ ਉਹਦਾ ਕੀ ਕਾਰਨ ਆ ਕਿ ਸ਼ੁਰੂ ਦੇ ਵਿੱਚ ਹੀ ਮੈਡੀਕਲ ਜਿਹੜਾ ਉਹ ਲੈ ਲਿਆ ਜਾਂਦਾ, ਕਿਉਂਕਿ ਮੈਡੀਕਲ ਯੂਜਲੀ ਸਾਲ ਲਈ ਵੈਲਿਡ ਹੁੰਦਾ ਹੈਗਾ। ਉਹਦੇ ਵਿੱਚੋਂ ਬਹੁਤ ਸਾਰੇ ਕੇਸਿਸ ਹੈਗੇ ਜਿਨ੍ਹਾਂ ਦਾ ਫੈਸਲਾ ਸਪਾਊਸਲ ਕੇਸ ਹੋਏ, ਸਟੂਡੈਂਟਸ ਦਾ ਹੋਇਆ, ਵਰਕ ਪਰਮਿਟ ਦੇ ਹੋਏ, ਉਹ ਜਿਹੜੇ ਕੇਸਿਸ ਨੇ ਉਹਨਾਂ ਦਾ ਫੈਸਲਾ ਜਿਹੜਾ ਔਰ ਸੁਪਰ ਵੀਜ਼ਾ ਉਹ ਵਿਦਨ ਏ ਈਅਰ ਹੋ ਹੀ ਜਾਂਦਾ, ਠੀਕ ਹੈ ਨਾ। ਪਰ ਕੋਈ ਟਾਮਾ ਟੱਲਾ ਕੇਸ ਹੈਗਾ ਜਿਹਦੇ ਵਿੱਚ ਕ੍ਰਿਟਿਕ ਫਾਈਲ ਜਿਹੜੀ ਹੈ ਕੰਪਲੈਕਸ ਫਾਈਲ ਹੋਊਗੀ, ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਉਹ ਵੈਰੀਫਾਈ ਕਰਨਾ ਚਾਹੁੰਦੇ, ਉਹਨਾਂ ਕੇਸਾਂ ਦੇ ਵਿੱਚ ਜਿਹੜਾ ਜਿਹੜਾ ਮੈਡੀਕਲ ਹੈਗਾ ਉਹ ਐਕਸਪਾਇਰ ਹੋ ਜਾਂਦਾ, ਫਿਰ ਦੁਬਾਰਾ ਜਿਹੜਾ ਉਹ ਕਰਾਉਣਾ ਪੈਂਦਾ। ਇਹ ਜਿਹੜਾ ਮਸਲਾ ਹੈਗਾ ਇਹ ਵੈਸੇ ਵਧੀਆ ਇਹਨਾਂ ਨੇ ਪੁਆਇੰਟ ਮੈਨੂੰ ਰੇਜ਼ ਕੀਤਾ। ਇਹਨੂੰ ਮੈਂ ਥੋੜਾ ਜਿਹਾ ਸੋਚ ਵਿਚਾਰ ਕਰਿਓ, ਥੋੜਾ ਕੰਮ ਕਰਨ ਦੀ ਲੋੜ ਹੈ। ਗੱਲ ਕਿਉਂਕਿ ਕਮੇਟੀ ਦੇ ਮੈਂ ਬਹਿੰਦਾ ਵੀ ਜੇ ਇਲੈਕਸ਼ਨ ਤੋਂ ਬਾਅਦ ਫਿਰ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਤੇ ਐਕਚੁਅਲੀ ਇਹ ਫਰਜ਼ ਬਣਦਾ ਵੀ ਕਿਉਂ ਨਾ ਅਸੀਂ ਜਿਹੜਾ ਉਹ ਮੈਡੀਕਲ ਆ ਉਦੋਂ ਭੇਜੀਏ ਜਦੋਂ ਉਹਨਾਂ ਦਾ ਸਿਕਿਉਰਿਟੀ ਚੈੱਕ ਤੇ ਉਹ ਜਿਹੜਾ ਸਾਰਾ ਕੁਝ ਉਹ ਹੋ ਚੁੱਕਿਆ ਹੋਵੇ। ਤਾਂ ਫਿਰ ਇੱਕ ਇਹ ਵੀ ਹੋ ਸਕਦਾ, ਫਿਰ ਲੋਕਾਂ ਨੂੰ ਇਹ ਵੀ ਸੋਚਦੇ ਹੁਣ ਵੀ ਸ਼ਾਇਦ ਡਿਲੇ ਨਾ ਹੋ ਜਾਏ, ਵੀ ਜੇ ਕੋਈ ਮੈਡੀਕਲ 'ਚ ਪਹਿਲਾਂ ਪ੍ਰੋਬਲਮ ਹੈਗੀ ਆ ਤਾਂ ਕਿ ਜੇ ਉਹ ਕਰੈਕਟ ਕੀਤੀ ਜਾ ਸਕਦੀ ਆ। ਕੋਈ ਐਸਾ ਇਸ਼ੂ ਹੋਵੇ ਮੈਡੀਕਲ ਦਾ, ਹੈਲਥ ਕੇਅਰ ਦਾ, ਜਿਹੜਾ ਉਹਦੇ ਵਿੱਚ ਉਹਨਾਂ ਨੂੰ ਸਮਾਂ ਵੀ ਮਿਲ ਜਾਂਦਾ। ਸੋ ਇਹਦੇ ਪ੍ਰੋਜ਼ ਐਂਡ ਕੌਨਸ ਦੋਨੇ ਹੈਗੇ। ਜੇ ਟਾਈਮ ਤੇ ਕਰਾਵਾਂਗੇ, ਜੇ ਕੋਈ ਐਸੀ ਪ੍ਰੋਬਲਮ ਨਿਕਲ ਆਈ ਫਿਰ ਉਹਨਾਂ ਦੀ ਐਪਲੀਕੇਸ਼ਨ ਲੇਟ ਹੋ ਜੂ। ਪਹਿਲਾਂ ਕਰਾਉਣ ਨਾਲ ਜੇ ਕੋਈ ਇਸ਼ੂ ਹੈਗਾ ਉਹ ਰਿਜ਼ੋਲਵ ਹੋ ਸਕਦਾ। ਸੋ ਮੈਂ ਇਹਦੇ ਬਾਰੇ ਡਿਸਕਸ਼ਨ ਜਿਹੜੀ ਆ ਉਹ ਐਡਮਿਨਿਸਟ੍ਰੇਸ਼ਨ ਨਾਲ ਕਰ ਸਕਦਾ। ਬਿਲਕੁਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਸਾਡੀ ਤਾਂ ਇੱਕ ਬੇਨਤੀ ਹੈ ਜੀ ਤੁਹਾਡੇ ਅੱਗੇ, ਇਹੀ ਹੈ ਕਿ ਜੀ ਜਲਦੀ ਤੋਂ ਜਲਦੀ ਹਰ ਕੈਟਾਗਰੀ ਦੇ ਵੀਜ਼ੇ ਖਿਲਾ ਦਿਓ ਜੀ। ਨਹੀਂ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਮੋਸਟਲੀ ਜਿਹੜੇ ਲੋਕ ਨੇ ਜੀ ਉਹ ਡਿਪਰੈਸ਼ਨ ਨਾਲ ਮਰ ਜਾਣਗੇ, ਕਿਉਂਕਿ ਵੀਜ਼ੇ ਨਹੀਂ ਮਿਲ ਰਹੇ, ਅਜੇ ਬਹੁਤ ਸਿਸਟਮ ਸਲੋ ਚੱਲ ਰਿਹਾ ਜੀ। ਜੀ ਦੇਖੋ, ਜਦੋਂ ਆਪਾਂ ਗੱਲ ਕਰਦੇ ਹੈਗੇ ਵਿਜ਼ਟਰ ਵੀਜ਼ੇ ਦੀ, ਉਹਦੇ ਵਿੱਚ ਅਸੀਂ ਇਮੀਡੀਏਟ ਫੈਮਿਲੀ ਨੂੰ ਤਾਂ ਜਿਨ੍ਹਾਂ ਕੋਲ ਹੈਗਾ ਵੀਜ਼ਾ ਉਹਨਾਂ ਨੂੰ ਅਸੀਂ ਅਲਾਓ ਕੀਤਾ ਹੋਇਆ ਹੈਗਾ, ਕਿਉਂਕਿ ਉਹਦੇ ਵਿੱਚ ਉਹ ਆ ਸਕਦੇ। ਪਰ ਅਸੀਂ ਫਿਰ ਜਿਹੜੀ ਉਹੀ ਗੱਲ, ਸਾਨੂੰ ਮੇਨ ਇਸ ਵੇਲੇ ਸਾਡਾ ਫੋਕਸ ਇਹ ਨਹੀਂ ਗਾ ਵੀ ਅਸੀਂ ਦੂਜੇ ਦੇਸ਼ਾਂ 'ਚ ਬੈਠੇ ਲੋਕ ਜਿਹੜੇ ਨੇ ਉਹਨਾਂ ਦੀ ਸਹੂਲਤ ਦੇਖੀਏ, ਵੀ ਉਹ ਜੇ ਟਰੈਵਲ ਕਰਨਾ ਚਾਹੁੰਦੇ ਆ ਤਾਂ ਸਾਡੀ ਜਿਹੜੀ ਇਸ ਵੇਲੇ ਫੋਕਸ ਇਹ ਹੈਗਾ ਕਿ ਕੈਨੇਡਾ ਦੇ ਲੋਕ ਜਿਹੜੇ ਆ ਉਹਨਾਂ ਦੀ ਸਿਹਤ, ਉਹਨਾਂ ਦੀ ਸੇਫਟੀ ਸਾਡੇ ਲਈ ਅਟਮੋਸਟ ਇੰਪੋਰਟੈਂਟ, ਸਾਰਿਆਂ ਨਾਲੋਂ ਜ਼ਿਆਦਾ ਇਸ ਵੇਲੇ ਸਾਡੇ ਲਈ ਜ਼ਰੂਰੀ ਸ਼ੈਲੀ ਉਹ ਹੈਗਾ ਕਿ ਅਸੀਂ ਉਹਨਾਂ ਦੀ ਉਹਦੇ ਲਈ ਅਸੀਂ ਵੀਜ਼ੇ ਉਦੋਂ ਹੀ ਜਿਹੜੇ ਆ ਮਾਸ ਦੇ ਵਿੱਚ ਖੋਲਾਂਗੇ ਜਦੋਂ ਪਹਿਲੀ ਗੱਲ ਸਟਾਫ, ਹੁਣ ਪੰਜਾਬ ਦੀ ਗੱਲ ਕਰਦੇ ਇੰਡੀਆ ਦੀ, ਹੁਣ ਇਸ ਵੇਲੇ ਅਫਸਰ ਹੀ ਉੱਥੇ 1 ਜਾਂ 2 ਨੇ, ਜਿੱਥੇ 250 ਐਮਪਲੋਈ ਕੰਮ ਕਰਦੇ ਸੀ, ਜੇ ਉੱਥੇ 5-10 ਉਹ ਤਾਂ ਇੰਨਾ ਕੰਮ ਹਜੇ ਚੱਕ ਨਹੀਂ ਸਕਦੇ। ਪਲੱਸ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈਗੀ ਹੈ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਮੈਨੂੰ ਇਮੀਡੀਏਟ ਫਿਊਚਰ ਦੇ ਵਿੱਚ ਇਹ ਨਹੀਂ ਕਿ ਅਸੀਂ ਐਵੇਂ ਸਮਾਂ ਸਾਨੂੰ ਲੱਗੂਗਾ ਇਸ ਗੱਲ। ਬਿਲਕੁਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਧਾਲੀਵਾਲ ਸਿੰਘ ਨਾਲ ਗੱਲ ਕਰਨੀ ਚਾਹੁੰਦੇ ਸੀ। ਹਾਂਜੀ, ਬਿਲਕੁਲ ਨਾਲ ਹੀ ਜਿਹਨੇ ਕੀ ਕਹਿਣਾ ਚਾਹੁੰਦੇ ਹੋ ਜੀ, ਕਰ ਸਕਦੇ ਹੋ ਸਵਾਲ। ਇਹਦਾ ਸਾਡੇ ਨਾ 11ਵੇਂ ਮਹੀਨੇ 10 ਸਾਲ ਹੋਣੇ ਸਾਨੂੰ ਇੱਥੇ ਆਇਆ ਨੂੰ। ਉਦਾਂ ਸਾਡੀ 70 ਸਾਲ ਦੀ ਉਮਰ ਹੋ ਗਈ ਆ। ਜਦੋਂ ਪੈਨਸ਼ਨ ਅਸੀਂ ਅਪਲਾਈ ਕੀਤੇ ਉਹ ਕਹਿੰਦੇ ਔਰਤ ਹੀ ਤੁਹਾਡੀ ਪੈਨਸ਼ਨ ਅਪਲਾਈ ਹੋਈ ਹੋਊਗਾ, ਲੱਗੀ ਹੋਆ ਤੁਹਾਨੂੰ, ਸਾਨੂੰ ਕੋਈ ਪੈਸਾ ਨਹੀਂ ਮਿਲਦਾ। ਉਹ ਕਹਿੰਦੇ 19 ਤੋਂ ਲੱਗੀ ਹੋਆ ਤੁਹਾਨੂੰ ਪੈਨਸ਼ਨ। ਅਸੀਂ ਇਹ ਪੁੱਛਣਾ ਚਾਹੁੰਦੇ ਸੀ ਜੀ। ਠੀਕ ਹੈ ਜੀ, ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ। ਦੇਖੋ, ਇਹ ਇੰਡੀਵਿਜੂਅਲ ਕੇਸ ਹੈਗਾ। ਇਹ 598 2200 ਮੇਰੇ ਦਫ਼ਤਰ ਦਾ ਨੰਬਰ ਹੈਗਾ, 604 ਦੇ ਨਾਲ। ਉੱਥੇ ਟੈਲੀਫੋਨ ਜੋ ਮੇਰੀ ਕੰਸਟੀਟੂਐਂਸੀ ਰਹਿੰਦੇ ਜਾਂ ਜਿਹੜਾ ਉਹਨਾਂ ਦਾ MP ਹੈਗਾ, ਉਹਨਾਂ ਦੇ ਆਫਿਸ ਨਾਲ ਹੀ ਰਾਬਤਾ ਪੈਦਾ ਕਰਨ ਤਾਂ ਉਹ ਇਹਨਾਂ ਹਰ ਜਿਹੜਾ ਹੱਲ ਆ, ਜੋ ਵੀ ਇਹਨਾਂ ਦਾ ਸੋਲੂਸ਼ਨ ਆ, ਉਹ ਜਿਹੜਾ ਵਾ ਉਹ ਟਾਈਮਲੀ ਨਿਕਲ ਸਕਦਾ। ਔਰ ਦੂਸਰਾ ਨੇ ਇੱਕ ਬੜਾ ਵਧੀਆ ਪੁਆਇੰਟ ਮੈਂਸ਼ਨ ਕੀਤਾ ਸ਼ਰੀ, 70 ਈਅਰ ਕਈ ਲੋਕ ਪੈਨਸ਼ਨ ਅਪਲਾਈ ਨਹੀਂ ਕਰਦੇ, 65 ਸਾਲ ਦੇ ਹੋ ਜਾਂਦੇ ਆ। ਔਰ ਗਵਰਨਮੈਂਟ ਨੇ ਇਹ ਕਿਹਾ ਵੀ ਜੇ 70 ਸਾਲ ਦਾ ਜਿਹੜਾ ਹੋ ਗਿਆ ਉਹਨੂੰ ਅਸੀਂ ਆਟੋਮੈਟਿਕਲੀ ਪੈਨਸ਼ਨ ਲਾ ਦਿਆ ਕਰਾਂਗੇ। ਉਹਨਾਂ ਨੂੰ ਐਪਲੀਕੇਸ਼ਨ ਵੀ ਜਿਹੜੀ ਹੈ ਭਰਨ ਦੀ ਲੋੜ ਨਹੀਂ, ਕਿਉਂਕਿ ਕਈ ਜਿਹੜੇ ਨੇ ਘੋਲੀ ਆ ਸੀਨੀਅਰਸ ਜਾਂ ਭੁੱਲ ਜਾਂਦੇ ਨੇ ਜਾਂ ਕੋਈ ਹੈਲਥ ਇਸ਼ੂਜ਼ ਨੇ। ਸੋ ਉਹਦੇ ਵਿੱਚ ਇਹਨਾਂ ਨੇ ਜਿਹੜਾ 70 ਸਾਲ ਦਾ ਪੁਆਇੰਟ ਮੈਂਸ਼ਨ ਕੀਤਾ, ਉਹ ਅਸੀਂ ਆਟੋਮੈਟਿਕ ਜਿਹੜੀ ਹੈ 70 ਸਾਲ ਤੇ ਪੈਨਸ਼ਨ ਲਾ ਦਿਆ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਬਸ ਜੀ ਵੋਟਾਂ ਬਾਰੇ ਕੁਝ ਵਿਚਾਰ ਕਰਨੇ ਸੀਗੇ ਜੀ। ਹਾਂਜੀ, ਕਰੋ ਜੀ, ਦੱਸੋ। ਉਹ ਅੱਛਾ, ਸਤਿ ਸ੍ਰੀ ਅਕਾਲ ਜੀ। ਤੇ ਧਾਲੀਵਾਲ ਸਾਹਿਬ ਆਏ ਆ ਤੇ ਤੁਹਾਨੂੰ ਵੀ ਤੇ ਇਹਨਾਂ ਨੂੰ ਵੀ ਬਹੁਤ ਵਧੀਆ ਟੌਪਿਕ ਹੈ ਅੱਜ ਦਾ। ਛੋਟੀ ਜੀ ਵਿਚਾਰ ਮੈਂ ਤੁਹਾਡੇ ਨਾਲ ਕਰਨੀ ਹੈ ਜੀ। ਹਾਂਜੀ। ਵੋਟ ਦਾ ਹੈ ਸਮਾਂ,
ਵਿਚਾਰੋ ਤੇ ਵਿਚਾਰ ਕੇ ਵੋਟ ਪਾਓ। ਵੋਟ ਦਾ ਹੈ ਸਮਾਂ, ਵਿਚਾਰੋ ਤੇ ਵਿਚਾਰ ਕੇ ਵੋਟ ਪਾਓ। ਟਰੂਡੋ ਪਿਓ ਜਾਂ ਪੁੱਤਰ ਦੋਹਾਂ ਦਾ ਨਾਮ ਮਹਾਨ, ਵੋਟ ਜ਼ਰੂਰ ਪਾਓ ਪਰ ਸੋਚ ਕੇ ਪਾਓ। ਕੈਨੇਡਾ ਦੇਸ਼ ਮਹਾਨ, ਮੰਨੋ ਜਾਂ ਨਾ ਮੰਨੋ, ਟਰੂਡੋ ਹੈ ਮਹਾਨ, ਮੰਨੋ ਨਾ ਮੰਨੋ ਪਰ ਸਾਡਾ ਦੇਸ਼ ਕੈਨੇਡਾ ਹੈ ਮਹਾਨ, ਇਸ ਨੂੰ ਮਹਾਨ ਹੋਰ ਬਣਾਓ। ਕੈਨੇਡਾ ਸਾਡਾ ਦੇਸ਼ ਮਹਾਨ, ਇਸ ਨੂੰ ਮਹਾਨ ਹੋਰ ਬਣਾਓ। ਸਤਿ ਸ੍ਰੀ ਅਕਾਲ, ਖੁਸ਼ ਰਹੋ ਜੀ। ਥੈਂਕ ਯੂ ਦੇਸ਼ ਨੂੰ ਇਸੇ ਤਰ੍ਹਾਂ ਹੀ ਅੱਗੇ ਲਿਜਾਂਦੇ ਰਹੋ। ਥੈਂਕ ਯੂ ਸਰ। ਤੇ ਤੁਸੀਂ ਇਦਾਂ ਹੀ ਲਿਖਦੇ ਰਹੋ ਜੀ ਕੁਛ ਨਾ ਕੁਛ ਸਰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੇਖੋ ਗੱਲ ਉਹਨਾਂ ਦੀ ਹੈ ਵੀ ਕੈਨੇਡਾ ਨੂੰ ਮਹਾਨ ਬਣਾਉਣ ਦੀ ਗੱਲ ਕਰਦੇ, ਕਿਉਂਕਿ ਇਹ ਬੜਾ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਇਹ ਅਸੀਂ ਕ੍ਰਾਈਸਿਸ ਚੋਂ ਨਿਕਲ ਰਹੇ ਹੈਗੇ। ਇਸ ਵੇਲੇ ਦੇਖਣਾ ਪਊ ਵੀ ਕਿਹੜਾ ਲੀਡਰ ਜਿਹੜਾ ਹੈਗਾ ਉਹ ਵਧੀਆ ਰਹਿਨੁਮਾਈ ਜਿਹੜੀ ਦੇ ਸਕਦਾ। ਔਰ ਜਸਟਿਨ ਟਰੂਡੋ ਦੀ ਜਦੋਂ ਗੱਲ ਕਰਦੇ ਹੈਗੇ ਆ ਤਾਂ ਇਸ ਭਿਆਨਕ ਸਮੇਂ ਦੇ ਦੌਰਾਨ ਜਿਹੜੀ ਆ ਵਧੀਆ ਲੀਡਰਸ਼ਿਪ ਦਿਖਾਈ, ਔਰ ਅੱਗੇ ਮੂਵਿੰਗ ਫਾਰਵਰਡ ਵੀ ਸਾਡੀ ਜਿਹੜੀ ਪਲਾਨ ਆ ਉਹ ਬੱਚਿਆਂ ਲਈ, ਬਜ਼ੁਰਗਾਂ ਲਈ ਇੱਕ ਵਧੀਆ ਪਲਾਨ ਲੈ ਕੇ ਆ ਰਹੇ ਆ, ਤੇ ਉਸ ਤੇ ਜਿਹੜਾ ਹੈਗਾ ਵਿਚਾਰ ਕਰਨਾ ਜਿਹੜਾ ਬੜਾ ਜ਼ਰੂਰੀ ਆ ਵੋਟ ਲਈ। ਇਹਨਾਂ ਦਾ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਜੀ ਮੈਮ, ਮੈਂ ਅੰਜਲੀ ਹੈ ਮੇਰਾ ਨਾਮ। ਤਾਂ ਮੈਂ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਕੁਐਸਚਨ ਪੁੱਛ ਸਕਦੀ ਹਾਂ? ਹਾਂਜੀ ਪੁੱਛ ਸਕਦੇ ਹੋ ਜੀ, ਪੁੱਛੋ। ਹਾਂਜੀ, ਮੇਰਾ ਕੁਐਸਚਨ ਹੈ ਕਿ ਮੇਰੀ ਨਾ ਸਪਾਊਸ ਵੀਜ਼ਾ ਦੀ ਫਾਈਲ ਹੈ, ਅਪੀਲ ਜਿੱਤੇ ਨੂੰ 1.5 ਸਾਲ ਹੋ ਗਿਆ, ਮਿਸੀਸਾਗਾ ਚ ਕੇਸ ਹੈ। ਤਾਂ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਕੋਵਿਡ ਕਰਕੇ ਡਿਸੀਜਨ ਤਾਂ ਨਹੀਂ ਆ ਰਿਹਾ ਮੇਰਾ। ਠੀਕ ਹੈ, ਤੁਸੀਂ ਪੁੱਛ ਸਕਦੇ ਹੋ ਕੁਐਸਚਨ ਕੀ? ਅੱਛਾ, ਓਕੇ, ਸੋ ਕੁਐਸਚਨ ਇਹ ਸੀਗਾ। ਓਕੇ, ਧਾਲੀਵਾਲ ਜੀ। ਦੇਖੋ ਮੈਂ ਪਹਿਲਾਂ ਵੀ ਕਿਹਾ, ਜਿਹੜੇ ਇੰਡੀਵਿਜੂਅਲ ਕੇਸਿਸ ਹੈਗੇ ਨੇ ਉਹਦੇ ਵਿੱਚ ਜਿਹੜੇ ਆਪਣੇ ਰਿਸਪੈਕਟਡ MP ਹੈਗੇ ਨੇ ਇਲਾਕੇ ਦੇ, ਉਹਨਾਂ ਦੇ ਕੋਲੋਂ ਜਾ ਸਕਦੇ ਨੇ। ਉਹਨਾਂ ਦੇ ਕੋਲ ਜਾ ਕੇ ਜਿਹੜੀ ਇੰਡੀਵਿਜੂਅਲ ਫਾਈਲ, ਕਿਉਂਕਿ ਅਸੀਂ ਕਿਸੇ ਦੀ ਵੀ ਇੰਡੀਵਿਜੂਅਲ ਪਰਸਨਲ ਫਾਈਲ ਜਿਹੜੀ ਆ ਉਹ ਇੱਥੇ ਡਿਸਕਸ ਨਹੀਂ ਕਰ ਸਕਦੇ। ਔਰ ਦੂਸਰੀ ਗੱਲ ਹੈਗੀ ਆ ਹਰੇਕ ਦੀ ਅਡੋਟ ਪ੍ਰਾਈਵੇਸੀ। ਉਹਦੇ ਵਿੱਚ ਇੱਕੋ ਚੀਜ਼ ਹੈਗੀ, ਜਿਸ ਤਰ੍ਹਾਂ ਇਹਨਾਂ ਦਾ ਅਪੀਲ ਡਿਵੀਜ਼ਨ 'ਚ ਕੇਸ ਲੱਗਿਆ ਹੋਇਆ, ਜਦੋਂ ਆਪਣੇ ਮੈਂਬਰ ਆਫ ਪਾਰਲੀਮੈਂਟ ਕੋਲ ਜਾਣਗੇ ਉਹ ਚਿੱਠੀ ਅਪੀਲ ਡਿਵੀਜ਼ਨ ਨੂੰ ਫਿਰ ਲਿਖਦੇ ਹੈਗੇ। ਉਹ ਦੱਸਣਗੇ ਵੀ ਕਿੰਨੀ ਕੁ ਦੇਰ ਜਿਹੜੀ ਆ ਉਹ ਲੱਗੂਗੀ, ਡਿਪੈਂਡ ਕਰਦਾ ਕਿ ਉੱਥੇ ਕਿੰਨੇ ਕੁ ਜੱਜ ਜਿਹੜੇ ਆ ਉਹ ਅਵੇਲੇਬਲ ਹੋਣ। ਜਿਹੜੀਆਂ ਨੇ ਇਨਫੈਕਟ ਹੀਰਿੰਗ ਜਿਹੜੀਆਂ ਨੇ ਉਹ ਵਰਚੁਅਲ ਹੋਣ ਲੱਗ ਗਈਆਂ। ਸੋ ਕੇਸ ਜਿਹੜੇ ਨੇ ਹੁਣ ਅੱਗੇ ਨਾਲੋਂ ਫਾਸਟ ਨਿਕਲਣ ਦੀ ਆਸ। ਪਹਿਲਾਂ ਹੁੰਦਾ ਸੀ ਵੀ ਪਰਸਨਲ ਇੰਟਰਵਿਊ ਹੁੰਦੀ ਸੀ, ਜੱਜ ਦੇ ਮੂਹਰੇ ਜਾਣਾ ਪੈਂਦਾ ਸੀ। ਹੁਣ ਜਿਹੜੀ ਹੈਗੀ ਆ ਉਹ ਵਰਚੁਅਲ ਮੇਰੇ ਖਿਆਲ ਇੰਟਰਵਿਊਜ਼ ਹੋ ਰਹੀਆਂ, ਪਰ ਫਿਰ ਵੀ ਆਪਣੇ MP ਦੇ ਨਾਲ ਰਾਬਤਾ ਪੈਦਾ ਜ਼ਰੂਰ ਕਰਨ। ਜੀ ਬਿਲਕੁਲ। ਧਾਲੀਵਾਲ ਜੀ, ਆਪਾਂ ਹਾਊਸਿੰਗ ਮਾਰਕੀਟ ਦੀ ਜਿਹੜੀ ਗੱਲ ਕਰ ਰਹੇ ਸੀ, ਪਰ ਵਿੱਚ ਬਹੁਤ ਸਾਰੇ ਕਾਲਸ ਆ ਰਹੀਆਂ ਸੀਗੀਆਂ, ਸੋ ਰੁਕਣਾ ਪਿਆ। ਹਾਊਸਿੰਗ ਮਾਰਕੀਟ ਦੇ ਵਿੱਚ ਕੰਜ਼ਰਵੇਟਿਵ ਨੇ ਜਿਸ ਤਰ੍ਹਾਂ ਹੁਣ ਕਹਿ ਦਿੱਤਾ, ਕਹਿੰਦੇ ਅਸੀਂ ਜੇ ਆ ਗਏ ਸੱਤਾ ਦੇ ਵਿੱਚ ਤਾਂ ਅਸੀਂ ਜਿਹੜਾ ਫੋਰਨ ਬਾਇਰਸ ਜਿਹੜੇ ਨੇ, ਅਸੀਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦੇਣੀ ਹੈ। ਤੁਹਾਡੇ ਕੋਲ ਇਸ ਲਈ ਕੀ ਪਲਾਨ ਹੈ? ਦੇਖੋ, ਅਸੀਂ ਪਹਿਲਾਂ ਵੀ ਜਿਹੜੀ ਆ ਇਹ ਪਲਾਨ ਲੈ ਕੇ ਆਉਂਦੇ ਸੀ, ਜਿਹੜੇ ਸੂਬੇ ਆ ਅਸੀਂ ਉਹਨਾਂ ਨੂੰ ਵੀ ਸਪੋਰਟ ਕੀਤੀ ਸੀ। ਉਹਦੇ ਵਿੱਚ ਇਹ ਹੈਗਾ ਕਿ ਜਦੋਂ ਫੋਰਨ ਬਾਇਰ ਆਉਂਦਾ ਹੈਗਾ ਤਾਂ ਉਹਨੂੰ ਉਹ ਜਿਹੜਾ ਟੈਕਸ ਹੈਗਾ ਉਹ ਜਿਹੜਾ ਵਾ ਉਹ ਦੇਣਾ ਹੀ ਪੈਣਾ। ਉਹ ਆਲਰੇਡੀ ਜਿਹੜਾ ਵਾ ਇਨ ਪਲੇਸ ਹੈਗਾ। ਕੰਜ਼ਰਵੇਟਿਵ ਕਹਿੰਦੇ ਹੈਗੇ ਆ ਵੀ ਅਸੀਂ ਪਾਬੰਦੀ ਲਾ ਦੇਣੀ, ਕੀ ਉਹ ਉਸ ਨੂੰ ਸਿਰੇ ਲਾ ਸਕਣਗੇ? ਇਹ ਮੇਨ ਗੱਲ ਤਾਂ ਇਹ ਹੈਗੀ। ਪਰ ਉਸ ਨੂੰ ਜਿਹੜਾ ਕਿਹਾ, ਹੁਣ ਤੁਸੀਂ BC ਦੇ ਸੂਬੇ 'ਚ ਵੀ ਆਪਾਂ ਗੱਲ ਕਰ ਲਈਏ, ਐਮਟੀ ਹਾਊਸ ਜਿਹੜਾ ਹੈਗਾ ਉਹਦੇ ਤੇ ਸਰਕਾਰ ਨੇ ਜਿਹੜਾ ਸੀਗਾ ਉਹ ਟੈਕਸ ਲਾਇਆ। ਉਹਦੇ ਕਰਕੇ ਜਿਹੜੇ ਹਰ ਇੱਕ ਮੇਜਰ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਵੀ ਜਿਹੜਾ ਫੋਰਨਰ ਹੈਗਾ ਉਹਨੂੰ ਡਿਸਕਰੇਜ ਕੀਤਾ ਜਾਵੇ ਕਿ ਉਹ ਇੱਥੇ ਜਿਹੜਾ ਵਾ ਹਾਊਸ ਖਰੀਦੇ। ਪਰ ਜਿਹੜੇ 99% ਆਫ ਦੀ ਕੇਸਿਸ ਹੈਗੇ ਨੇ ਉਹ ਜੇ ਬਾਏ ਕਰ ਰਹੇ ਨੇ ਤਾਂ ਉਹ ਇੱਥੋਂ ਦੇ ਇਮੀਗ੍ਰੈਂਟ ਜਾਂ ਸਿਟੀਜ਼ਨ ਜਿਹੜੇ ਨੇ ਬਾਏ ਕਰ ਰਹੇ ਆ। ਉਹਦੇ ਵਿੱਚ ਪਹਿਲਾਂ ਜਿਹੜਾ ਇੱਕ ਕੁਐਸਚਨ ਭਾਈ ਸਾਹਿਬ ਰੇਜ਼ ਛੱਡ ਕੇ ਗਏ ਸੀ ਵੀ ਲੈਂਡ ਡਿਵੈਲਪਮੈਂਟ ਦੀ, ਇਹਦੇ ਵਿੱਚ ਇੱਕ ਚੀਜ਼ ਸਾਨੂੰ ਕਰਨੀ ਪੈਣੀ ਜ਼ਰੂਰ। ਫੈਡਰਲ ਗਵਰਨਮੈਂਟ ਨੂੰ, ਕਿਉਂਕਿ ਅਸੀਂ ਜਿਹੜੀ ਆ ਹਾਊਸਿੰਗ ਸਟ੍ਰੈਟਜੀ ਸਾਡੀ ਹੈਗੀ, ਜਿਹੜੇ ਅਸੀਂ $40 ਬਿਲੀਅਨ ਜਿਹੜੇ ਨੈਕਸਟ 10 years ਪਾਉਣੇ ਹੈਗੇ ਆ, ਔਰ ਰੈਪਿਡ ਹਾਊਸਿੰਗ ਆ ਉਹ ਹੋਈ ਸੂਬੇ ਦੇ ਨਾਲ ਔਰ ਲੋਕਲ ਸਿਟੀਜ਼ ਦੇ ਨਾਲ ਰਲ ਕੇ ਸਾਨੂੰ ਕੋਈ ਨਾ ਕੋਈ ਪਲਾਨ ਲਿਆਉਣੀ ਪੈਣੀ, ਜਿਹਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਈਦਰ ਵਰਟੀਕਲ ਡਿਵੈਲਪਮੈਂਟ ਹੋਵੇ ਜਾਂ ਜਿਹੜੀ ਜੇ ਹੌਰੀਜੈਂਟਲ ਡਿਵੈਲਪਮੈਂਟ ਹੋਣੀ, ਜਿਵੇਂ ਘਰ ਨੇ,
ਟਾਊਨ ਹੋਮ ਨੇ ਤਾਂ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਗਵਰਨਮੈਂਟਸ ਵਰਕ ਟੁਗੇਦਰ ਕਰ ਸਕਦੀਆਂ ਵੀ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹ ਅਸੀਂ ਸਥਿਤੀ ਜਿਹੜੀ ਆ ਉਹਨੂੰ ਕਾਬੂ 'ਚ ਲਿਆਂਦਾ ਜੀ। ਧਾਲੀਵਾਲ ਜੀ, ਤੁਸੀਂ ਕਿਹਾ ਵੀ ਤੁਹਾਡਾ ਪਹਿਲਾਂ ਤੋਂ ਹੀ ਸਾਰੇ ਪਲਾਨ ਜਿਹੜੇ ਨੇ ਉਹ ਤੁਹਾਡੇ ਚੱਲ ਹੀ ਰਹੇ ਨੇ, ਲੋਕਾਂ ਨੂੰ ਤੁਸੀਂ ਜਿਹੜਾ ਆਲਰੇਡੀ ਫੈਸਿਲਿਟੀਜ਼ ਦੇ ਰਹੇ ਹੋ। ਹਾਊਸਿੰਗ ਮਾਰਕੀਟ ਦੇ ਵਿੱਚ ਕੋਈ ਫਰਕ ਨਹੀਂ ਪਿਆ? ਘਰ ਮਹਿੰਗੇ ਹੋ ਰਹੇ ਨੇ, ਕਿਰਾਏ ਇੰਨੇ ਜ਼ਿਆਦਾ ਹੋਏ ਪਏ ਨੇ, ਲੋਕ ਜਿਹੜੇ ਨੇ ਉਹ ਕਹਿੰਦੇ ਨੇ ਵੀ ਹਾਊਸਿੰਗ ਮਾਰਕੀਟ ਜਿਹੜੀ ਇੰਨੀ ਅਬ ਜਾ ਰਹੀ ਅਸੀਂ ਕਰੀਏ ਤੇ ਕੀ ਕਰੀਏ, ਵੀ ਇੱਥੇ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ। ਲੋਕਲ ਲੈਵਲ ਤੇ ਵੀ ਇਹ ਇਸ਼ੂ ਉੱਠ ਰਿਹਾ, ਖਾਸ ਕਰਕੇ BC ਦੇ ਲੋਕਾਂ ਦੇ ਵੱਲੋਂ ਵੀ, ਔਰ ਬਾਕੀ ਲੋਕ ਵੀ ਜਿਹੜੇ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਇਸ ਨੂੰ ਚੁੱਕ ਰਹੇ ਨੇ। ਉਹ ਕਹਿੰਦੇ ਜੇ ਤੁਹਾਡੇ ਕੋਲ ਕੋਈ ਪਲਾਨ ਸੀਗਾ ਤਾਂ ਉਹ ਇੰਪਲੀਮੈਂਟ ਇਦਾਂ ਕਿਉਂ ਨਹੀਂ ਹੋ ਰਿਹਾ ਵੀ ਘਰ ਸਸਤੇ ਹੋ ਜਾਣ, ਕਿਰਾਏ ਘਟ ਜਾਣ? ਐਸਾ ਜੇ ਅਸੀਂ ਕਹੀਏ ਵੀ ਇੱਕ ਦਿਨ ਦੇ ਵਿੱਚ ਅਸੀਂ, ਕਿਉਂਕਿ ਸਾਡੀ ਜਿਹੜੀ ਹਾਊਸਿੰਗ ਫਿਰ ਉਹੀ ਕਹਿੰਦੇ ਨਾ ਵੀ ਦੇਰ ਆਰ ਡਿਫਰੈਂਟ ਫੈਕਟਰਸ, ਠੀਕ ਹੈ ਨਾ। ਲੋਕਲ ਸਿਟੀਜ਼ ਦੀ ਲੈਂਡ ਡਿਵੈਲਪਮੈਂਟ ਜਿਹੜੀ ਆ ਉਹ ਤੇ ਡਿਪੈਂਡ ਕਰਦਾ, ਲੋਕਾਂ ਦੀ ਸੈਟਲਮੈਂਟ ਤੇ ਬੜਾ ਡਿਪੈਂਡ ਕਰਦਾ। ਹੁਣ ਜੇ ਹਰ ਇੱਕ ਇਨਸਾਨ ਇਹੀ ਕਹਿੰਦਾ ਮੈਂ ਆ ਕੇ ਰਹਿਣਾ ਹੀ ਸਰੀ 'ਚ ਆ, ਜੇ ਹਰ ਇੱਕ ਇਨਸਾਨ ਇਹੀ ਕਹਿੰਦਾ ਮੈਂ ਆ ਕੇ ਰਹਿਣਾ ਹੀ ਬਰੈਂਪਟਨ 'ਚ ਆ, ਠੀਕ ਹੈ ਨਾ, ਤੇ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਡਿਮਾਂਡ ਐਂਡ ਸਪਲਾਈ ਜਿਹੜੀ ਆ ਉਹ ਕਿੱਦਾਂ ਪੂਰੀ ਹੋਊਗੀ, ਠੀਕ ਹੈ ਨਾ। ਉਹਦੇ ਵਿੱਚ ਕੀ ਹੈਗਾ ਕਿ ਸਾਨੂੰ ਜਿਹੜਾ ਹੈਗਾ ਇਸ ਵੇਲੇ BC ਸਾਰਿਆਂ ਨਾਲੋਂ ਬੈਸਟ ਸੂਬਾ ਹੈਗਾ ਰਹਿਣ ਨੂੰ। ਉਹਦੇ ਵਿੱਚ ਜਦੋਂ ਲੋਅਰ ਮੇਨਲੈਂਡ ਦੀ ਗੱਲ ਕਰਦੇ ਆ ਤਾਂ ਉਹ ਸਾਰਾ ਇਹ ਚਾਹੀਦਾ ਕਿ ਅਸੀਂ ਜਿਹੜਾ ਹੈਗੀ ਸੈਟਲਮੈਂਟ ਜਿਹੜੀ ਹੈਗੀ ਨਾ ਉਹ ਕਿਸੇ, ਅਸੀਂ ਉਹਦੇ ਵਿੱਚ ਪਾਇਲਟ ਪ੍ਰੋਜੈਕਟ ਲੈ ਕੇ ਆ ਰਹੇ, ਰੂਰਲ ਪ੍ਰੋਜੈਕਟ ਆਏ ਨੇ, ਨੋਵਾ ਸਕੋਸ਼ੀਆ ਐਟਲਾਂਟਿਕ ਕੈਨੇਡੀਅਨ ਪ੍ਰੋਜੈਕਟਸ ਜਿਹੜੇ ਲੈ ਕੇ ਆਏ। ਕੁਬੈਕ ਦੀ ਆਪਣੀ ਇਮੀਗ੍ਰੇਸ਼ਨ ਹੈਗੀ ਆ, ਉਹ ਜਿਹੜੀ ਇਮੀਗ੍ਰੇਸ਼ਨ ਦੀ ਜਿੱਥੇ ਨੀਤੀ ਹੈਗੀ ਉੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਦੂਜੀ ਹਾਊਸਿੰਗ ਦੀ ਕਹੇਗੇ, ਹਾਊਸਿੰਗ ਦੇ ਵਿੱਚ ਜਿਹੜੀ ਹੈਗੀ ਆ ਅਸੀਂ ਇਹ ਕਹਿ ਸਕਦੇ ਹਾਂ ਜਦੋਂ ਦੀ ਇਹ ਅਫੋਰਡੇਬਲ ਹਾਊਸਿੰਗ ਸਟ੍ਰੈਟਜੀ ਲਿਆਂਦੀ ਆ 25% ਜਿਹੜੀ ਆ ਹੋਮਲੈਸਨੈਸ ਜਿਹੜੀ ਆ ਉਹ ਘਟੀ ਆ ਅੱਗੇ ਨਾਲ, ਠੀਕ ਹੈ ਨਾ। ਮੈਂ ਹੁਣੇ ਹੀ ਪਿਛਲੇ ਹਫ਼ਤੇ ਵਿਜ਼ਿਟ ਕਰਕੇ ਆਇਆ, ਅਸੀਂ 140 ਤੇ 76 ਤੇ ਡਿਵੈਲਪਮੈਂਟ ਜਿਹੜੀ ਸੀਗੀ ਉਹ ਹੋਈ। ਉਹਦੇ ਵਿੱਚ ਜਿਹੜੇ ਸੀਗੇ ਉਹ ਅਫੋਰਡੇਬਲ ਹਾਊਸਿੰਗ ਸਰੀ ਨਿਊਟਨ ਜਿਹੜੀ ਮੈਂ ਉਹ ਦੇਖ ਕੇ ਆਇਆ, ਉੱਥੇ ਗੱਲ ਕਰਕੇ ਆਇਆ। ਉੱਥੇ ਦੇ ਜਿਹੜੇ ਸੀ ਰੈਜ਼ੀਡੈਂਟਸ ਉਹ ਬੜੇ ਖੁਸ਼ ਨੇ ਕਿ ਅਸੀਂ ਜਿਹੜੀ ਹੈਗੀ ਆ $1100-1200 ਦੇ ਕੇ ਜਿਹੜਾ ਵਾ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਬੇਸਮੈਂਟ ਦੀ। ਸੋ ਸਾਡੇ ਲੋ ਜਿਹੜੀ ਟਰਾਈ ਹੈਗੀ ਆ ਸਟੈਪ ਐਟ ਅ ਟਾਈਮ ਉਹ ਕੋਸ਼ਿਸ਼ ਹੈ। ਮੇਅਰ ਬਕੈਲਮ ਇਸ ਗੱਲ ਨੂੰ ਦੱਸ ਸਕਦੇ ਆ ਕਿ ਇੱਕ ਦਿਨ ਦੇ ਵਿੱਚ ਇਹਨਾਂ ਨੂੰ ਕਿਹਾ ਵੀ ਸਾਨੂੰ ਰੈਪਿਡ ਹਾਊਸਿੰਗ ਲਈ ਪ੍ਰੋਜੈਕਟ ਦਿਓ, $26 ਮਿਲੀਅਨ ਜਿਹੜੇ ਆ ਇਹਨਾਂ ਨੂੰ ਐਂ ਚੁਟਕੀ ਨਾ ਦਿੱਤੇ, ਔਰ ਇਹਨਾਂ ਨੇ ਦੂਜੇ ਦਿਨ ਸਾਨੂੰ ਪ੍ਰੋਜੈਕਟ, ਔਰ ਨਾਲੇ ਵੀ ਕਿਹਾ ਵੀ ਜੇ ਤੁਸੀਂ ਅਗਲਾ ਪ੍ਰੋਜੈਕਟ ਕੋਈ ਇਹ ਖਤਮ ਕਰ ਲਓ ਤੁਸੀਂ ਅਗਲਾ ਪ੍ਰੋਜੈਕਟ ਲੈ ਕੇ ਆ ਸਕਦੇ ਹੋ, ਜੇ ਸਾਡੇ ਕੋਲ ਫਿਰ ਵੀ ਰੈਪਿਡ ਹਾਊਸਿੰਗ ਲਈ ਮਨੀ ਪਈ ਹੋਈ ਰਿਸੋਰਸ ਪਏ ਉਹ ਅਸੀਂ ਤੁਹਾਨੂੰ ਦੇਵਾਂਗੇ। ਸੋ ਜਿਹੜੀ ਫੈਡਰਲ ਗਵਰਨਮੈਂਟ ਦਾ ਰੋਲ ਹੈਗਾ ਆਪਣਾ ਉਹ ਬਣਦਾ ਰੋਲ ਅਦਾ ਕਰ ਰਹੀ। ਹੋਰ ਸਾਨੂੰ ਤਰੀਕੇ ਦੇਖਣੇ ਪੈਣੇ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ, ਲੋਕਲ ਗਵਰਨਮੈਂਟ ਨਾਲ ਰਲ ਕੇ, ਔਰ ਲੋਕਾਂ ਨੂੰ ਵੀ ਸਹਾਇਤਾ ਕਰਨੀ ਪੈਣੀ ਵੀ ਅਸੀਂ ਇਨਕਰੇਜ ਕਰੀਏ ਆਪਣੇ ਦੋਸਤ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਭਾਈ ਵੀ ਇਕੱਲੀ ਸਰੀ ਨਹੀਂ ਜਾਂ ਸਰੀ ਨਿਊਟਨ ਨੇ ਦੇਖਿਆ ਕੇ ਰਹਿਣਾ, ਹੋਰ ਵੀ ਜਿਹੜੇ ਥਾਂ ਨੇ ਉੱਥੇ ਅਸੀਂ ਮੂਵ ਹੋ ਸਕਦੇ ਹਾਂ ਤੇ ਕਿਉਂਕਿ ਪਰ ਅਸੀਂ ਫੋਰਸ ਕਿਸੇ ਨੂੰ ਨਹੀਂ ਕਰ ਸਕਦੇ। ਜੀ ਬਿਲਕੁਲ। ਧਾਲੀਵਾਲ ਜੀ, ਹੁਣ ਜਦੋਂ ਗੱਲ ਆਪਾਂ ਕਰ ਰਹੇ ਹਾਂ ਵੀ ਖਾਸ ਕਰਕੇ ਜਦੋਂ ਇਲੈਕਸ਼ਨ ਅਨਾਉਂਸ ਕੀਤੇ ਗਏ ਤਾਂ ਸਭ ਤੋਂ ਵੱਡੀ ਉਪਲਬਧੀ ਜਿਹੜੀ ਹੈ COVID-19 ਨਾਲ ਜਿਸ ਤਰੀਕੇ ਨਾਲ ਸਰਕਾਰ ਨੇ ਫਾਈਟ ਵੀ ਕੀਤੀ ਹੈ, ਇੱਕ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਨੇ, ਇਹ ਮੇਨ ਮੁੱਦਾ ਰਿਹਾ। ਇਸੇ ਬਿਹਾਫ ਦੇ ਉੱਤੇ ਜਿਹੜੀ ਹੈ ਇਲੈਕਸ਼ਨ ਸੱਦ ਲਈ ਗਈ ਹੈ। ਜਦੋਂ ਅਸੀਂ ਨੋਵਾ ਸਕੋਸ਼ੀਆ, ਬੇਸ਼ੱਕ ਉਹ ਸੂਬਾ ਇਲੈਕਸ਼ਨ ਸੀਗੀ, ਪਰ ਨੋਵਾ ਸਕੋਸ਼ੀਆ ਦੀ ਇਲੈਕਸ਼ਨ ਦੀ ਗੱਲ ਕਰ ਲਈ ਤਾਂ ਉਹ ਇਲੈਕਸ਼ਨ ਜਿਸ ਤਰੀਕੇ ਨਾਲ ਲਿਬਰਲਸ ਨਹੀਂ ਜਿੱਤ ਪਾਏ, ਉਹ ਕੋਈ ਨਾ ਕੋਈ ਪ੍ਰਭਾਵ ਥੋੜਾ ਬਹੁਤ ਫੈਡਰਲ ਇਲੈਕਸ਼ਨ ਦੇ ਉੱਤੇ ਪੈ ਸਕਦਾ ਹੈ। ਦੇਖੋ ਜਿਹੜਾ ਵੋਟਰ ਆ ਉਹ ਮਹਾਨ ਆ, ਐਵਰੀ ਵੋਟ ਕਾਊਂਟ ਹੁੰਦੀ ਹੈ, ਠੀਕ ਹੈ ਨਾ, ਐਵਰੀ ਜਿਹੜੀ ਹੈ ਸੀਟ ਕਾਊਂਟ ਹੁੰਦੀ, ਤੇ ਇਹ ਤਾਂ ਚਾਹੀਦਾ ਕਿ ਜਿਹੜੇ ਤੁਹਾਡੇ ਦਰਸ਼ਕ ਨੇ ਜਾਂ ਵੋਟਰ ਨੇ ਕੈਨੇਡਾ ਦੇ, ਸਾਨੂੰ ਵੱਧ ਤੋਂ ਵੱਧ ਜਿਹੜੀ ਆ ਪਾਰਟਿਸਿਪੇਸ਼ਨ ਇਹਦੇ ਵਿੱਚ ਕਰਨੀ ਚਾਹੀਦੀ ਔਰ ਮਨਪਸੰਦ ਦੇ ਲੀਡਰ ਨੂੰ ਜਿਹੜਾ ਹੈਗਾ ਉਹ ਵੋਟ ਕਰਨਾ ਚਾਹੀਦਾ। ਪਰ ਜਦੋਂ ਅਸੀਂ ਹੁਣ ਫੈਡਰਲ ਲੈਵਲ ਦੀ ਗੱਲ ਕਰਦੇ ਹਾਂ, ਠੀਕ ਹੈ ਨਾ, ਨੋਵਾ ਸਕੋਸ਼ੀਆ ਦੇ ਲੋਕਾਂ ਨੂੰ ਉਹ ਚਾਹੁੰਦੇ ਸੀਗੇ, ਉਹਨਾਂ ਨੇ ਉਹ ਫਤਵਾ ਦਿੱਤਾ, BC ਦੇ ਲੋਕ ਚਾਹੁੰਦੇ ਸੀ। ਪਰ ਉੱਥੇ ਮੇਨ ਮੁੱਦਾ ਜਿਹੜਾ ਧਾਲੀਵਾਲ ਜੀ ਉਹ ਕਹਿੰਦੇ ਵੀ ਸਿਰਫ COVID-19 ਨੂੰ ਲੈ ਕੇ ਹੀ ਨਹੀਂ ਚੋਣਾਂ ਲੜੀਆਂ ਜਾ ਸਕਦੀਆਂ ਸੀ, ਵੀ ਉਹਦੇ ਤੇ ਆਪਣੀ ਪਿੱਠ ਥਪਥਪਾਈ ਜਾਏ। ਉਹ ਕਹਿੰਦੇ ਸਿਹਤ ਪ੍ਰਣਾਲੀ ਮੁੱਖ ਮੁੱਦਾ, ਅਸੀਂ ਸਿਹਤ ਪ੍ਰਣਾਲੀ ਨੂੰ ਅੱਗੇ ਰੱਖ ਕੇ ਚੋਣਾਂ ਲੜੀਆਂ, ਜਿਹਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਜਿਹੜੇ ਨੇ ਉਹ ਜਿੱਤ ਉਹਨਾਂ ਨੇ ਹਾਸਲ ਕੀਤੀ ਹੈ। ਤੇ ਫਿਰ ਉਹ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਸੂਬੇ ਦਾ ਇਸ਼ੂ ਆ ਗਿਆ ਨਾ, ਜਿਹੜੇ ਫੈਡਰਲ ਇਸ਼ੂ ਨੇ, ਜਦੋਂ ਅੱਜ ਅਸੀਂ ਫੈਡਰਲ ਇਸ਼ੂ ਦੀ ਗੱਲ ਕਰਨੀ ਹੈਗੀ ਆ, ਸੋ ਸਾਡੀ ਇਕਨੋਮਿਕ ਰਿਕਵਰੀ ਸਾਡੇ ਲਈ ਬੜੀ ਜ਼ਰੂਰੀ ਹੈ, ਠੀਕ ਹੈ ਨਾ। ਲੀਡਰਸ਼ਿਪ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਲੀਡਰ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੈਨੇਡਾ ਨੂੰ ਜਿਹੜਾ ਇਸ ਵੇਲੇ ਕੌਣ ਵਧੀਆ ਰਿਪਰੈਜ਼ੈਂਟ ਕਰ ਸਕਦਾ ਉਹ ਅਸੀਂ ਦੇਖਣਾ। ਉਹ ਜਿਹੜੇ 5 ਲੀਡਰ ਮੈਂ ਦੱਸਿਆ ਉਹਨਾਂ ਦੇ ਮੂਹਰੇ ਨੇ ਲੋਕਾਂ ਦੇ, ਔਰ ਲੋਕਾਂ ਨੇ ਇਹ ਫਤਵਾ ਜਿਹੜਾ ਹੈਗਾ ਇਹ 20 ਸਤੰਬਰ ਨੂੰ ਦੇਣਾ ਵੀ ਉਹ ਇਸ ਵੇਲੇ
ਸੋਚਦੇ ਨੇ ਕਿ ਪ੍ਰਧਾਨ ਮੰਤਰੀ ਜਿਹੜਾ ਵਾ ਉਹ ਅਗਲਾ ਜਿਹੜਾ ਵਾ ਉਹ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਨੂੰ ਅਸੀਂ ਇੱਕ ਹੋਰ ਟਰਮ ਜਿਹੜੀ ਆ ਉਹ ਦਈਏ, ਜਾਂ ਜਿਹੜਾ ਹੈਗਾ ਵਾ ਦੂਸਰੇ ਪਾਰਟੀ ਦੇ ਲੀਡਰਸ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਉਹ ਫਤਵਾ ਦੇਣਾ। ਔਰ ਉਹ ਸੋਚਦੇ ਨੇ ਇਹ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੀ ਇਹੀ ਤਾਂ ਮਹਾਨ ਆ। ਕੈਨੇਡਾ ਦੀ ਜੇ ਅੱਜ ਰਹਿੰਦੇ ਹਾਂ ਅਸੀਂ, ਕਿਉਂ ਛੱਡ ਕੇ ਆਏ ਹਾਂ ਅਸੀਂ ਕਈ ਦੇਸ਼ ਜਿਹੜੇ ਵੱਖੋ ਵੱਖਰੇ ਦੇਸ਼ਾਂ ਤੋਂ ਲੋਕ ਇੱਥੇ ਆਏ, ਕਈ ਲੋਕ ਜਿਹੜੇ ਨੇ ਉਹ ਡੈਮੋਕ੍ਰੇਸੀ ਜਿੱਥੇ ਅਲਾਈਵ ਐਂਡ ਵੈਲ ਨਹੀਂ ਸੀਗੀ, ਜਿਉਂਦੀ ਜਾਗਦੀ ਨਹੀਂ ਸੀਗੀ, ਉਹਨੂੰ ਅਸੀਂ ਛੱਡ ਕੇ ਕੈਨੇਡਾ 'ਚ ਆਏ ਸਿਰਫ ਇਸ ਕਰਕੇ ਕਿ ਇੱਥੋਂ ਦੀ ਜਿਹੜੀ ਡੈਮੋਕ੍ਰੇਸੀ ਹੈਗੀ ਹੈ ਜਾਂ ਡੈਮੋਕ੍ਰੈਟਿਕ ਪ੍ਰੋਸੈਸ ਹੈਗੀ ਉਹਦੇ ਵਿੱਚ ਹਿੱਸਾ ਲੈਣ ਲਈ। ਸੋ ਉਹਦੇ ਵਿੱਚ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਕਹੂੰਗਾ ਕਿ ਹਿੱਸਾ ਲਓ, ਵੋਟਾਂ ਪਾਓ, ਤੇ ਜਿਹੜੀ ਵੀ ਆਪਣੇ ਮਨਪਸੰਦ ਦਾ ਲੀਡਰ ਆ ਉਹਨੂੰ ਕਾਮਯਾਬ ਬਣਾਓ। ਤੇ ਮੈਂ ਤਾਂ ਇਹ ਕਹੂੰਗਾ ਵੀ ਜਸਟਿਨ ਟਰੂਡੋ ਉਹਨਾਂ ਨੇ ਵਧੀਆ ਲੀਡਰਸ਼ਿਪ ਦਿਖਾਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਤੇ ਟਰਸਟ ਕਰ ਸਕਦੇ ਆ ਲੀਡਰਸ਼ਿਪ ਤੇ ਤਾਂ ਜਸਟਿਨ ਟਰੂਡੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੇਰਾ ਆਪਣੇ ਢਾਲੀਵਾਲ ਸਾਹਿਬ ਨੂੰ ਇੱਕ ਕੁਐਸਚਨ ਹੈ ਜੀ। ਜਿਵੇਂ ਹੁਣ ਆਪਣੇ ਕੋਵਿਡ ਦੇ ਦੌਰਾਨ ਆਪਾਂ ਗਵਰਨਮੈਂਟ ਨੇ ਗੁੱਡ ਕੰਮ ਕੀਤੇ ਆ, ਜਿਵੇਂ ਪੈਨਸ਼ਨਾਂ ਵਧਾਈਆਂ, ਅਰਬ ਦਿੱਤਾ, ਪਰ ਮੇਰਾ ਕੁਐਸਚਨ ਇਹ ਆ ਵੀ ਜਿਹੜੇ ਲੋਕਾਂ ਨੇ ਡਿਊਰਿੰਗ ਦਾ ਕੋਵਿਡ ਪੀਰੀਅਡ ਐਕਸਟਰਾ ਕੰਮ ਕੀਤਾ ਉਹਨਾਂ ਦੇ ਕੀ ਬੈਨੀਫਿਟ ਕੀਤੇ ਆ ਗਵਰਨਮੈਂਟ ਨੇ? ਤੇ ਉਹਨਾਂ ਦੇ ਤਾਂ ਜਿਹੜੇ ਬੱਚਿਆਂ ਦੇ ਬੈਨੀਫਿਟ ਸੀ, ਕਿਉਂਕਿ ਉਹਨਾਂ ਦੀ ਇਨਕਮ ਜ਼ਿਆਦਾ ਵੱਧ ਗਈ, ਉਹਨਾਂ ਦੇ ਤਾਂ ਬੱਚਿਆਂ ਦੇ ਬੈਨੀਫਿਟ ਵੀ ਜਾਂਦੇ ਲੱਗੇ। ਉਹਦੇ ਬਾਰੇ ਢਾਲੀਵਾਲ ਸਾਹਿਬ ਦਾ ਕੀ ਆਨਸਰ ਆ? ਜੀ ਬਿਲਕੁਲ, ਇਸ ਤੇ ਗੱਲ ਕਰਦੇ ਹਾਂ ਜੀ। ਥੈਂਕ ਯੂ। ਇੱਕ ਹੋਰ ਕਾਲਰ ਆਪਣੇ ਨਾਲ ਨੇ ਜੀ। ਸਤਿ ਸ਼੍ਰੀ ਅਕਾਲ ਨਾਹਲ ਜੀ। ਨਾਹਲ ਜੀ, ਟੀਵੀ ਦੀ ਵੋਲਿਊਮ ਘਟਾਓ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਹੈਲੋ, ਹਾਂਜੀ ਨਾਹਲ ਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਸੀਗਾ ਢਾਲੀਵਾਲ ਸਾਹਿਬ ਨੂੰ ਵੀ ਜਿੱਦਾਂ ਮੇਰੀ ਬੇਟੀ ਹੈ ਦਲਵੀਰ ਜਾਣਦੇ ਆ ਇਹ ਵੀ ਉਹ ਨਾ ਬਹੁਤ ਐਸਲੇ ਮੌਤ ਜ਼ਿੰਦਗੀ ਦੀ ਲੜਾਈ ਲੜ ਰਹੀ ਆ, ਤੇ ਮੈਨੂੰ ਪੈਨਿਕ ਅਟੈਕ ਬਹੁਤ ਹੋ ਰਿਹਾ। ਮੈਂ ਸੋਚਦੀ ਮੇਰੇ ਕੋਈ ਰਿਸ਼ਤੇਦਾਰ ਆ ਜਿਹਨਾਂ ਨੂੰ ਵੀਜ਼ਾ ਮਿਲਿਆ ਆ ਵਿਜ਼ਟਰ, ਤੇ ਮੈਂ ਕਿਸੇ ਤਰ੍ਹਾਂ ਉਹਨਾਂ ਨੂੰ ਸੱਦ ਸਕਦੀ, ਮੇਰੇ ਕੋਲ ਆ ਜਾਣ ਮਤਲਬ। ਜੀ ਠੀਕ ਹੈ ਨਾਹਲ ਜੀ, ਥੈਂਕ ਯੂ ਜੀ। ਇਸ ਤੇ ਕਰਦੇ ਹਾਂ ਗੱਲ। ਥੈਂਕ ਯੂ ਜੀ। ਓਕੇ। ਨਾਹਲ ਜੀ ਦੀ ਕਾਲ ਇਸ ਰਿਗਾਰਡਿੰਗ ਬਹੁਤ ਜ਼ਿਆਦਾ ਆਉਂਦੀ ਹੈ ਸਾਡੇ ਹਰ ਸ਼ੋਅ ਦੇ ਵਿੱਚ। ਜਿਹੜੀ ਮੈਂ ਪਹਿਲਾਂ ਉਹ ਜਿਸ ਤਰ੍ਹਾਂ ਕਾਲ ਆਈ ਉਸ ਤਰ੍ਹਾਂ, ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕਿਹਾ, ਦੇਖੋ ਇਸ ਵੇਲੇ ਜਿਹੜਾ ਸੀ ਇਹ ਮੌਕਾ ਸੀਗਾ ਕੰਪੈਸ਼ਨੇਟ, ਠੀਕ ਹੈ। ਉਹਦੇ ਵਿੱਚ ਕੀ ਸੀਗਾ, ਹੁਣ ਬਹੁਤ ਸਾਰੇ ਫਰੰਟ ਲਾਈਨ ਵਰਕਰਸ ਹੈਗੇ ਆ, ਉਹ ਕੰਮ ਕਰਦੇ ਰਹੇ ਇਹਦੇ ਵਿੱਚ, ਠੀਕ ਹੈ ਨਾ। ਸਾਡੀ ਫੈਮਿਲੀ ਸਾਰੇ ਅਸੀਂ ਲਾ ਲਓ, ਚਾਹੇ ਮੈਂ ਵੀ ਸੀ ਕੋਵਿਡ ਦੌਰਾਨ, ਅਸੀਂ ਆਪਣਾ ਐਮਪੀ ਆਫਿਸ ਜਿਹੜਾ ਸੀ, ਜੇ ਮੈਂ ਮਾਣ ਨਾ ਕਹਿ ਸਕਦਾ, ਅਸੀਂ ਆਪਣਾ ਬੰਦ ਨਹੀਂ ਕੀਤਾ, ਖੁੱਲ੍ਹਾ ਰੱਖਿਆ, ਤਾਂ ਕਿ ਅਸੀਂ ਲੋਕਾਂ ਨੂੰ ਜਿਹੜੀ ਸੀ ਇਸੇ ਤਰ੍ਹਾਂ, ਚਾਹੇ ਮੇਰੀ ਵਾਈਫ ਆ, ਚਾਹੇ ਮੇਰੇ ਬੇਟੀਆਂ ਦੋਨੇ ਬੀਇੰਗ ਇਨ ਮੈਡੀਕਲ ਪ੍ਰੋਫੈਸ਼ਨ, ਡਾਕਟਰ ਹੋਣ ਦੇ ਨਾਤੇ ਉਹਨਾਂ ਨੇ ਵੀ ਜਿਹੜਾ ਸੀਗਾ ਉਹ ਫਰੰਟ ਲਾਈਨ ਤੇ। ਸੋ ਇਸ ਤਰ੍ਹਾਂ ਹੀ ਹੁਣ ਭਾਈ ਸਾਹਿਬ ਨੇ ਕੀਤਾ, ਹੋ ਸਕਦਾ ਇਹਨਾਂ ਨੇ ਵੀ ਜਿਹੜਾ ਉਹ ਕੋਵਿਡ ਦੇ ਦੌਰਾਨ ਜਿਹੜੀ, ਪਰ ਇਨਫੈਕਟ ਇਹਨਾਂ ਨੂੰ ਸਲੂਟ ਵੀ ਕਰਦੇ ਹਾਂ ਅਸੀਂ। ਜੇ ਪ੍ਰਧਾਨ ਮੰਤਰੀ ਨੇ ਕਿਹਾ, ਚਾਹੇ ਉਹ ਟਰੱਕ ਡਰਾਈਵਰ ਸੀਗੇ, ਚਾਹੇ ਉਹ ਹੈਲਥ ਕੇਅਰ ਵਰਕਰ ਸੀ, ਚਾਹੇ ਉਹ ਰੈਕ੍ਰੀਏਸ਼ਨ ਵਰਕਰ ਸੀ, ਜਿਨ੍ਹਾਂ ਨੇ ਵੀ ਇਸ ਦੌਰਾਨ ਜਿਹੜਾ ਫਰੰਟ ਲਾਈਨ ਤੇ ਕੰਮ ਕੀਤਾ, ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਜਿਹੜਾ ਵਾ ਉਹ ਬਹੁਤ ਸਲਾਹਿਆ। ਇਹ ਕੰਪੈਸ਼ਨੇਟ ਦੇ ਵਿੱਚ ਜੇ ਗੌਰਮੈਂਟ ਫੋਰਸ ਆਫ ਗੁੱਡ ਬਣੀ ਆ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਨੇ ਕਿਹਾ, ਔਰ ਅਸੀਂ ਵੀ ਐਜ ਦੇਖਿਆ ਜਾਵੇ ਜਿਹੜੇ ਕੈਨੇਡੀਅਨਸ ਹੈਗੇ ਆ, ਜਿਹੜੇ ਵੈਲ ਟੂ ਡੂ ਸੀ, ਜਾਂ ਜਿਨ੍ਹਾਂ ਨੇ ਵੱਧ ਕੰਮ ਕਰਕੇ ਥੋੜੇ ਘਣੇ ਪੈਸੇ ਜਿਹੜੇ ਆ ਉਹ ਜ਼ਿਆਦਾ ਕਮਾ ਲਏ, ਜੇ ਉਹ ਕਿਸੇ ਹੋਰ ਇਨਸਾਨ ਨੂੰ ਜਿਹਨੂੰ ਇਸ ਵੇਲੇ ਲੋੜ ਸੀਗੀ ਉਹਨੂੰ ਥੋੜੇ, ਕਿਉਂਕਿ ਇਹ ਤਾਂ ਗੁਰਬਾਣੀ ਵੀ ਦੇਖੋ, ਅਸੀਂ ਮੈਂ ਸਿੱਖ ਧਰਮ 'ਚ ਪੈਦਾ ਹੋਇਆ ਕਰਕੇ ਰਾਈਟ, ਉਹ ਵੀ ਉੱਥੇ ਉਹੀ ਗੱਲ ਕਰਦੇ ਹੈਗੇ ਆ, ਠੀਕ ਹੈ ਨਾ। ਉਹ ਜਿਹੜੀ ਫਿਲਾਸਫੀ ਹੈਗੀ ਜਾਂ ਕੈਨੇਡੀਅਨ ਫਿਲਾਸਫੀ ਵੀ ਅੱਜ ਪ੍ਰਧਾਨ ਮੰਤਰੀ ਦੀ ਵੀ ਇਹੀ ਸੀ ਕਿ ਅਸੀਂ ਇਸ ਵੇਲੇ ਆਪਣਾ ਨਾ ਇਕੱਲਿਆਂ ਦਾ ਸੋਚੀਏ, ਅਸੀਂ ਜਿਹੜਾ ਕੰਪੈਸ਼ਨੇਟਲੀ ਹੋਲ ਨੇਸ਼ਨ ਦਾ ਜਿਹੜਾ ਸੀ ਉਹ ਸੋਚਣਾ। ਦੂਸਰਾ, ਜਿੱਦਾਂ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਪੈਨਿਕ ਅਟੈਕ ਹੁੰਦੇ ਪਏ ਆ ਤੇ ਬਿਮਾਰ ਹੈਗੇ ਨੇ ਉਹ ਬੱਚੀ ਕਰਕੇ, ਮੈਂ ਕਹਿੰਦਾ ਵੀ ਇਹ ਇੱਕ ਹਾਲਤ ਉਹ ਹੈਗੀ ਆ ਜਿਹਦੇ ਵਿੱਚ ਇਹਨਾਂ ਨੂੰ ਜਿਹੜੀ ਆ, ਕਿਉਂਕਿ ਪਹਿਲਾਂ ਹੈਗੀ ਆ ਪਰਮਿਸ਼ਨ ਲੈਣੀ ਪੈਣੀ ਪਬਲਿਕ ਹੈਲਥ ਤੋਂ, ਜਿਹੜੇ ਵੀ ਰਿਸ਼ਤੇਦਾਰ ਨੂੰ ਇਹ ਮੰਗਾਉਣਾ ਚਾਹੁੰਦੇ ਆ ਉਧਰੋਂ, ਉਹਦੇ ਲਈ ਜਦੋਂ ਪਬਲਿਕ ਹੈਲਥ ਨੇ ਪਰਮਿਸ਼ਨ ਦੇਤੀ, ਜੇ ਉਹਨਾਂ ਕੋਲ ਵੀਜ਼ਾ ਹੈਗਾ ਤਾਂ ਇਮੀਡੀਏਟ ਫੈਮਿਲੀ ਉਹ ਆ ਸਕਦੀ, ਉਹਦੇ ਵਿੱਚ ਬੱਚੇ, ਠੀਕ ਹੈ ਨਾ, ਪੇਰੈਂਟਸ, ਗ੍ਰੈਂਡ ਪੇਰੈਂਟਸ ਤੇ ਸਿਬਲਿੰਗ ਦਾ ਮਤਲਬ ਭੈਣ ਭਰਾ, ਜੇ ਉਸ ਕੈਟਾਗਰੀ ਦੇ ਵਿੱਚ ਕੋਈ ਹੈ ਉਹਨਾਂ ਦਾ ਰਿਸ਼ਤੇਦਾਰ ਤੇ ਐਸੀ ਕੋਈ ਬੰਦੀ ਨਹੀਂ, ਉਹਨਾਂ ਨੂੰ ਆਉਣ ਦੀ ਖੁੱਲ੍ਹ ਜਿਹੜੀ ਆ ਉਹ ਦਿੱਤੀ ਗਈ ਆ। ਪਰ ਫਿਰ ਵੀ ਕਿਉਂਕਿ ਫਿਰ ਪਰਸਨਲ ਕੁਐਸਚਨ ਆ ਉਹਨਾਂ ਦਾ, ਜਿਹੜਾ ਆਪਾਂ ਉਹਨਾਂ ਨਾਲ ਇੱਥੇ ਡਿਸਕਸ ਨਹੀਂ ਕਰ ਸਕਦੇ, ਉਹਨਾਂ ਨੂੰ ਚਾਹੀਦਾ ਕਿ ਉਹ ਜਾਂ ਮੇਰੇ ਦਫ਼ਤਰ 'ਚ ਕਾਲ ਕਰ ਲੈਣ, ਜਾਂ ਫਿਰ ਉਹ ਜਿਹੜਾ ਉਹਨਾਂ ਦਾ ਆਪਣਾ ਐਮਪੀ ਹੈਗਾ ਉਹਨਾਂ ਦੇ ਦਫ਼ਤਰ 'ਚ ਕਾਲ ਕਰਨ। ਇਹ ਜਿਹੜੀ ਆ ਉਹਨਾਂ ਦਾ ਇੱਥੇ ਆਉਣਾ ਰੋਕਿਆ ਨਹੀਂ ਜਾ ਰਿਹਾ, ਇਮੀਡੀਏਟ ਫੈਮਿਲੀ
ਜਿਹਦੇ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ, ਸਿਬਲਿੰਗਸ ਤੇ ਬੱਚੇ, ਔਰ ਇਸ ਕੇਸ ਦੇ ਵਿੱਚ ਜਿੱਥੇ ਬਿਮਾਰ ਆ, ਕੰਪੈਸ਼ਨੇਟ ਕੇਸ ਆ, ਜਿਹਦੇ ਕੋਲ ਵੀਜ਼ਾ ਹੈਗਾ ਉਹਨੂੰ ਆਉਣ ਦੀ ਆਗਿਆ ਜਿਹੜੀ ਆ ਉਹ ਦਿੱਤੀ ਜਾਊ, ਐਜ਼ ਲੌਂਗ ਐਜ਼ ਉਹ ਪਬਲਿਕ ਹੈਲਥ ਤੋਂ ਜਿਹੜੀ ਆ ਉਹ ਪਰਮਿਸ਼ਨ ਲੈ ਲੈਂਦੇ ਆ। ਉਹ ਤਕਰੀਬਨ 48 ਘੰਟੇ ਲੱਗਦੇ ਆ, 72 ਘੰਟੇ ਉਹਦੇ ਵਿੱਚ ਉਹ ਮਿਲ ਜਾਂਦੇ। ਬਿਲਕੁਲ। ਸੋ ਸੁਖ ਧਾਲੀਵਾਲ ਜੀ, ਇੱਥੇ ਅਫਗਾਨਿਸਤਾਨ ਦਾ ਮੁੱਦਾ ਬਹੁਤ ਵੱਡਾ ਇਸ ਵੇਲੇ ਇਸ਼ੂ ਹੈਗਾ, ਉਹਦੇ 'ਚ ਸਰਕਾਰ ਕਿਵੇਂ ਕੰਮ ਕਰ ਰਹੀ ਹੈ? ਦੇਖੋ, ਅਫਗਾਨਿਸਤਾਨ ਦੀ ਜਦੋਂ ਗੱਲ ਕਰਦੇ ਹੈਗੇ ਆ, ਇਹ ਇਸ ਵੇਲੇ ਬੜਾ ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੀਗਾ, ਸਾਨੂੰ ਅਸੀਂ ਮੇਕ ਸ਼ੋਰ ਕਰਨਾ ਸੀ ਕਿ ਸਾਡੇ ਜਿਹੜੇ ਕੈਨੇਡੀਅਨਸ ਅਫਗਾਨਿਸਤਾਨ ਦੇ ਵਿੱਚ ਬੈਠੇ ਆ ਕਾਬ ਦੇ ਵਿੱਚ, ਉਹ ਸੇਫਲੀ ਅਸੀਂ ਉਹਨਾਂ ਨੂੰ ਕੱਢ ਸਕੀਏ। ਉਹ ਅਸੀਂ ਮਲਟੀਪਲ ਫਲਾਈਟਸ ਉੱਥੋਂ ਲਾ ਕੇ ਜਿਹੜੇ ਨੇ ਉੱਥੋਂ ਅਫਗਾਨਿਸਤਾਨ 'ਚੋਂ ਅਸੀਂ ਆਪਣੇ ਕੈਨੇਡੀਅਨਸ ਨੂੰ ਕੱਢਿਆ, ਤਾਂ ਕਿ ਉਹਨਾਂ ਦੀ ਜਿਹੜੀ ਆ ਸੇਫਟੀ ਸਾਡੇ ਲਈ ਅਟਮੋਸਟ ਇੰਪੋਰਟੈਂਟ। ਤੁਸੀਂ ਵੀ ਦੇਖੋ, ਸ਼ਾਇਦ ਤੁਹਾਡਾ, ਮੇਰਾ ਜਾਂ ਤੁਹਾਡੇ ਕਿਸੇ ਵੀ ਦਰਸ਼ਕ ਦਾ ਅੱਜ ਰਿਸ਼ਤੇਦਾਰ ਉੱਥੇ ਬੈਠਾ ਹੁੰਦਾ ਤਾਂ ਉਹ ਪਹਿਲੀ ਪ੍ਰਾਇੋਰਟੀ ਕੀ ਹੋਣੀ ਸੀ ਸਾਡੀ, ਕਿ ਕੈਨੇਡੀਅਨ ਲੋਕਾਂ ਨੂੰ ਅਸੀਂ ਵਾਪਸ ਉਹ ਅਸੀਂ ਲਿਆਂਦਾ। ਦੂਸਰੀ ਹੈਗੀ ਕਿ ਜਦੋਂ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈਗੀ ਆ, ਉਹਦੇ ਵਿੱਚ ਅਸੀਂ ਇਹ ਵਾਅਦਾ ਕੀਤਾ ਕਿ 20,000 ਜਿਹੜੇ ਨੇ ਅਫਗਾਨਿਸਤਾਨ ਤੋਂ ਅਸੀਂ ਜਿਹੜੇ ਨੇ ਉਹ ਕੰਪੈਸ਼ਨੇਟ ਬੇਸ 'ਤੇ ਲੋਕਾਂ ਨੂੰ ਲੈ ਕੇ ਆਵਾਂਗੇ, ਜਿਹਦੇ ਵਿੱਚ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਮਦਦ ਕੀਤੀ ਕੈਨੇਡੀਅਨ ਫੋਰਸਿਸ ਦੀ, ਚਾਹੇ ਉਹ ਟਰਾਂਸਲੇਟਰ ਸੀ, ਦੂਸਰੇ ਜਿਹੜੇ ਇੱਥੇ ਲੋਕ ਨੇ ਉਹਨਾਂ ਦੀ ਇਮੀਡੀਏਟ ਫੈਮਿਲੀ ਜਿਹਦਾ ਉਹਨਾਂ ਨੇ ਮੈਂਬਰ ਆਲਰੇਡੀ ਭਰਿਆ ਹੋਵੇ ਐਪਲੀਕੇਸ਼ਨ ਦੇ ਉੱਤੇ, ਉਹ ਉੱਥੇ ਬੈਠਾ, ਸਿੱਖ ਐਂਡ ਹਿੰਦੂ ਰਿਫਿਊਜੀਜ਼ ਜਿਹੜੇ ਨੇ ਉਹ ਬੈਠੇ ਹੈਗੇ, ਉਹਨਾਂ ਨੂੰ ਇੱਥੇ ਲਿਆਉਣ ਦੀ ਗੱਲ ਕਰ ਲਈਏ। ਸੋ ਇਹ ਜਿਹੜੇ ਕੰਪੈਸ਼ਨੇਟ ਬੇਸ 'ਤੇ ਅਸੀਂ 20,000 ਦੇ ਕਰੀਬ ਜਿਹੜੇ ਨੇ ਅਫਗਾਨਿਸਤਾਨ ਤੋਂ ਲੈ ਕੇ ਆਉਣੇ। ਅਗਲੇ ਹਫ਼ਤੇ ਮੀਟਿੰਗ ਹੈਗੀ ਹੈ G7 ਨੇਸ਼ਨਸ ਦੀ, ਔਰ ਉਹਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇਹ ਮੁੱਦਾ ਜਿਹੜਾ ਉਹ ਉਠਾਉਣਗੇ ਕਿ ਦੂਜੇ ਦੇਸ਼ਾਂ ਨਾਲ, ਚਾਹੇ ਉਹ UK ਆ, ਇੰਗਲੈਂਡ ਆ, ਉਹਨਾਂ ਨਾਲ ਰਲ ਕੇ ਅਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਜਿਹੜਾ ਉਹ ਲੈ ਕੇ। ਸੋ ਧਾਲੀਵਾਲ ਜੀ, ਜਿਵੇਂ ਇਕਨੋਮੀ ਹੁਣ ਆਪਣੀ ਦੇਖੀ ਜਾਏ ਤਾਂ ਅਸੀਂ ਪਹਿਲਾਂ ਇਕਨੋਮੀ ਨਾਲ ਬਹੁਤ ਲੜ ਰਹੇ ਹਾਂ, ਆਰਥਿਕ ਤੰਗੀ ਤਾਂ ਪਹਿਲਾਂ ਹੀ ਉੱਪਰ ਆਈ ਹੋਈ ਹੈ। ਅਜਿਹੇ ਦੇ ਵਿੱਚ ਜਦੋਂ ਅਫਗਾਨਿਸਤਾਨ ਤੋਂ ਫੈਮਲੀਜ਼ ਇੱਥੇ ਲਿਆਉਣੀਆਂ ਨੇ, ਉਹਨਾਂ ਨੂੰ ਵੀ ਇੱਥੇ ਸੱਦਣਾ ਤੇ ਉਹ ਵਾਧੂ ਬੋਝ ਵੀ ਪਏਗਾ, ਉਹਦੇ ਲਈ ਕੀ ਤਿਆਰੀ ਹੈ? ਦੇਖੋ, ਜਦੋਂ ਆਪਾਂ ਇਮੀਗ੍ਰੇਸ਼ਨ ਕਰਦੇ ਹਾਂ ਸ਼ੈਰੀ ਜੀ, ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਹਰ ਇੱਕ ਸਟਰੀਮ 'ਚ ਅੱਡੋ ਅੱਡ ਸਾਡਾ ਹੈਗਾ। ਇਹ ਜਿਹੜੇ ਰਿਫਿਊਜੀ ਸਿਸਟਮ ਜਿਹਦੇ ਵਿੱਚ ਅਸੀਂ ਹੈਗਾ 30,000 ਹੁਣ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨਾਂ ਲਈਆਂ, ਜੇ ਆਪਾਂ 4 ਲੱਖ ਲੈ ਕੇ ਆਉਣਾ ਐਵਰੀ ਈਅਰ ਇਮੀਗ੍ਰੈਂਟ, ਉਹਦੇ ਵਿੱਚ ਇਹ ਹੈਗਾ ਵੀ 30,000 ਐਪਲੀਕੇਸ਼ਨ ਹੋ ਗਈਆਂ, 30,000 ਦੇ ਵਿੱਚੋਂ ਜੇ 4-5 ਵੀ ਐਵਰੇਜ ਲਾਈਏ ਤਾਂ ਲੱਖ ਤੋਂ 1.5 ਲੱਖ ਜਿਹੜਾ ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਲਾ ਹੋ ਗਿਆ। ਫਿਰ ਸਪਾਊਸਲ ਕੇਸ ਵੀ ਹੋ ਗਏ ਉਹਨਾਂ ਲਈ ਤਾਂ ਅਨਲਿਮਟਿਡ ਆ, ਜਿੰਨੇ ਵੀ ਹੋਣਗੇ ਉਹ ਕੇਸ ਆਉਣੇ ਹੀ ਆਉਣੇ ਆ, ਸਾਲ ਦੇ ਵਿੱਚ ਫੈਸਲਾ ਕਰਨਾ ਹੀ ਕਰਨਾ। ਉਸ ਤੋਂ ਬਾਅਦ ਲਾ ਲਿਓ ਜਿਹੜੇ ਨੇ ਅਸੀਂ ਲੈ ਕੇ ਆਉਣੇ ਨੇ ਇਕਨੋਮਿਕ ਇਮੀਗ੍ਰੇਸ਼ਨ ਲੈ ਕੇ ਆਉਣੀ ਹੈਗੀ ਆ, ਰਾਈਟ। ਉਹ ਤੇ ਨਾਲ ਹੀ ਜਿਹੜਾ ਇੱਕ ਕੰਪੈਸ਼ਨੇਟ ਪੱਖ ਵੀ ਆ, ਹਰੇਕ ਸਾਲ ਸਰਟਨ ਨੰਬਰ ਆਫ ਰਿਫਿਊਜੀ ਜਿਹੜੇ ਨੇ ਐਜ਼ ਏ ਇੰਟਰਨੈਸ਼ਨਲ ਰਿਸਪੌਂਸਿਬਿਲਿਟੀ ਸਾਡੀ ਕੈਨੇਡਾ ਦੀ, ਉਹ ਅਸੀਂ ਐਕਸੈਪਟ ਕਰਦੇ ਹਾਂ। ਔਰ ਇਹਦੇ ਵਿੱਚ ਬਹੁਤ ਸਾਰੇ ਐਸੇ ਵੀ ਆ ਜਿਹੜੇ ਪ੍ਰਾਈਵੇਟਲੀ ਸਪੌਂਸਰਡ ਨੇ, ਜਿਹਨੂੰ ਚਰਚਜ਼, ਇੰਡੀਵਿਜੂਅਲ ਜਾਂ ਫੈਮਿਲੀ ਸਪੌਂਸਰ ਕਰਨੀ ਹੈ, ਔਰ ਕੁਛ ਜਿਹੜੇ ਨੇ ਉਹ ਗੌਰਮੈਂਟ ਸਪੌਂਸਰਡ ਪ੍ਰੋਗਰਾਮ ਨੇ। ਉਹ ਅਸੀਂ ਆਪਣੀ ਇੰਟਰਨੈਸ਼ਨਲ ਆਬਲੀਗੇਸ਼ਨ, ਜਿਹੜੀ ਸਾਡੀ ਇੰਟਰਨੈਸ਼ਨਲ ਰਿਸਪੌਂਸਿਬਿਲਿਟੀ ਆ, ਉਹਨੂੰ ਅਸੀਂ ਜਿਹੜਾ ਵਾ ਉਹ ਪੂਰਾ ਕਰਦੇ ਜੀ। ਬਿਲਕੁਲ। ਅਖੀਰ ਦੇ ਵਿੱਚ ਹੁਣ ਸੁਖ ਧਾਲੀਵਾਲ ਜੀ, ਤੁਸੀਂ ਇਹ ਦੱਸੋ ਵੀ ਇਹਨਾਂ ਦਿਨਾਂ ਦੇ ਵਿੱਚ ਗਹਿਮਾ ਗਹਿਮੀ ਤਾਂ ਕਾਫੀ ਆ, ਔਰ ਚੋਣ ਪ੍ਰਚਾਰ ਦਾ ਜਿਹੜਾ ਸਮਾਂ ਉਹ ਬਹੁਤ ਹੀ ਘੱਟ ਮਿਲਿਆ। ਤੁਹਾਡੇ ਆਪਣੇ ਹਲਕੇ ਦਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ? ਦੇਖੋ, ਤੁਸੀਂ ਜਦੋਂ ਕਿਹਾ ਵੀ ਸਮਾਂ ਘੱਟ ਮਿਲਿਆ, ਬਿਲਕੁਲ, ਕਿਉਂਕਿ ਲੈਜਿਸਲੇਸ਼ਨ ਹੈਗਾ 35 ਦਿਨ ਮਿਨੀਮਮ ਜਿਹੜੇ ਆ ਉਹ ਦੇਣੇ ਪੈਂਦੇ ਆ, ਉਹੀ ਉਹਨਾਂ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਦਿੱਤੇ ਹੈਗੇ ਆ, ਕਾਲ ਕੀਤੀ। ਔਰ ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਆ, ਦੇਖੋ ਸਰੀ ਨਿਊਟਨ ਦੇ ਵਿੱਚ ਮੇਰਾ ਕੈਂਪੇਨ ਦਾ ਬੜਾ ਡਿਫਰੈਂਟ ਹੈਗਾ, ਕਿਉਂਕਿ ਕਈ ਲੋਕ ਤੁਸੀਂ ਦੇਖੋਗੇ ਬਾਕੀ ਕੈਂਡੀਡੇਟਸ ਹੋਣਗੇ, ਉਹ ਜੇ ਕੈਂਡੀਡੇਟ ਬਣ ਕੇ ਇੱਥੇ ਆਏ ਆ ਉਹ ਮੁੜ ਕੇ ਤੁਹਾਨੂੰ ਦਿੰਦੇ ਨਹੀਂ। ਉਹ ਇਲੈਕਸ਼ਨ ਟਾਈਮ ਆਉਣਗੇ, ਆ ਜਿਹੜੇ 30-35 ਦਿਨ ਰਹਿ ਗਏ ਉਹਦੇ ਵਿੱਚ ਜ਼ਰੂਰ ਨੋਇਜ਼ ਮੇਕ ਕਰਨਗੇ, ਤੇ ਮੁੜ ਕੇ ਤੁਹਾਨੂੰ ਕਮਿਊਨਿਟੀ ਦੇ ਵਿੱਚ ਕਦੇ ਉਹ ਦਿਖਣਗੇ ਨਹੀਂ ਜੀ, ਠੀਕ ਹੈ ਨਹੀਂ। ਔਰ ਜੇ ਕੋਈ ਐਸਾ ਉਹਨਾਂ ਚੋਂ ਚੁਣਿਆ ਵੀ ਜਾਂਦਾ, ਮੁੜ ਕੇ ਉਹ ਤੁਹਾਨੂੰ ਦਿਖਣਾ ਨਹੀਂ ਸੀ, ਉਹਨੇ ਜਾ ਕੇ ਆਟਵਾ ਬਹਿ ਜਾਣਾ ਸੀ। ਸਾਨੂੰ ਸਰੀ ਨਿਊਟਨ ਦੇ ਵਿੱਚ ਉਹ ਉਮੀਦਵਾਰ ਜਿਹੜਾ ਸੀ ਉਹ ਹੈਗਾ ਜਿਹਦੇ ਵਿੱਚ ਐਕਸੈਸਿਬਿਲਿਟੀ ਬੜੀ ਜ਼ਰੂਰੀ ਹੈ, ਲੋਕਾਂ ਤਾਈਂ ਪਹੁੰਚ ਕਰ ਸਕਦਾ। ਉਹਦੇ ਵਿੱਚ ਮੈਂ ਟੇਕ ਪ੍ਰਾਈਡ ਕਰਦਾ ਵੀ ਜਦੋਂ ਇਸ਼ੂਜ਼ ਦੀ ਗੱਲ ਆਈ ਆ, ਇਸ਼ੂ ਬਾਈ ਇਸ਼ੂ ਵੀ ਮੈਂ ਰੇਜ਼ ਕੀਤਾ ਜਿੱਥੇ ਵੀ ਲੋੜ ਪਈ ਆ, ਔਰ ਨਾਲ ਹੀ ਜਿੱਥੇ ਐਕਸੈਸਿਬਿਲਿਟੀ ਆ, ਲੋਕਾਂ ਨੂੰ ਮਦਦ ਦੀ ਲੋੜ ਹੈਗੀ ਆ। ਹੁਣ ਦੇਖੋ ਕਿੰਨੀਆਂ ਕਾਲਸ ਆਈਆਂ ਜਿਹਦੇ ਵਿੱਚ ਪਰਸਨਲ ਕੇਸਿਸ ਹੈਗੇ, ਬਹੁਤ ਸਾਰੇ ਐਸੇ ਕੇਸਿਸ ਨੇ ਜਿਹੜੇ ਕੰਪੈਸ਼ਨੇਟ ਕੇਸ, ਜਿਹੜੇ ਮੈਂ ਇੱਕ ਨੂੰ ਜਦੋਂ ਮਦਦ ਕਰਦਾ ਤਾਂ ਮੈਂ ਆਪਣੇ ਆਪ ਨੂੰ ਸਕੂਨ ਪੈਦਾ ਹੁੰਦਾ ਮੈਨੂੰ ਵੀ ਮੈਂ ਕਿਸੇ ਦੀ ਜਿਹੜੀ ਹੈਗੀ ਆ ਐਜ਼ ਐਨ MP ਮਦਦ ਕਰ ਰਹੇ ਹਾਂ। ਔਰ 2 ਕਮੇਟੀ ਦੇ ਉੱਤੇ ਬੈਠਾ ਸੀ ਸਰੀ ਨਿਊਟਨ ਦੀ, ਜੇ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਟ੍ਰੇਡ, ਜੇ ਅਪਰਚੂਨਿਟੀਜ਼,
ਦੇਖਣੀਆਂ ਨੇ, ਉਹਦੇ ਵਿੱਚ ਪੂਰਾ ਯੋਗਦਾਨ ਸੀ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ, ਉਹ ਵੀ ਸਾਡੇ ਲਈ ਕਮੇਟੀ ਬੜੀ ਜ਼ਰੂਰੀ ਆ। ਮੇਰੇ ਜਿਹੜੇ ਰੈਜ਼ੀਡੈਂਟਸ ਹੈਗੇ ਨੇ ਇੱਥੇ, ਜਿਹੜੀ ਮੇਰੀ ਕੰਪੇਨ ਹੈਗੀ, ਮੈਂ 24 ਘੰਟੇ 7 ਦਿਨ, ਚਾਹੇ ਇਲੈਕਸ਼ਨ ਹੋਵੇ ਚਾਹੇ ਨਾ ਹੋਵੇ, ਮੈਂ ਹਮੇਸ਼ਾ ਹੀ ਉਸੇ ਰਫਤਾਰ 'ਚ ਹੀ ਕੰਮ ਕਰਨਾ। ਇਲੈਕਸ਼ਨ ਕੈਂਪੇਨ ਕੋਈ ਡਿਫਰੈਂਟ ਨਹੀਂ ਗੀ ਮੇਰੇ ਲਈ, ਉਹ ਉਹੀ ਹੈਗੀ, ਕਿਉਂਕਿ ਲੋਕਾਂ ਨੂੰ ਮੇਰਾ ਰੈਕਡ ਜਿਹੜਾ ਵਾ ਉਹ ਬੋਲਦਾ, ਉਸ ਦੇ ਬੇਸ ਦੇ ਉੱਤੇ ਮੈਂ ਜਿਹੜਾ ਕੈਂਪੇਨ ਪ੍ਰਚਾਰ ਕਰ ਰਿਹਾ ਵੀ ਤੁਹਾਡਾ ਉਹ ਨੁਮਾਇੰਦਾ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਦਾ ਹੋਇਆ ਔਰ ਤੁਹਾਡੀ ਆਵਾਜ਼ ਜਿਹੜੀ ਸੀ ਉਹ ਆਟਵਾ 'ਚ ਨਿਧੜਕ ਹੋ ਕੇ ਲੈ ਕੇ ਜਾਂਦਾ ਰਿਹਾ। ਬਿਲਕੁਲ, ਔਰ ਇਹੋ ਜਿਹੇ ਨੁਮਾਇੰਦਿਆਂ ਦੀ ਧਾਲੀਵਾਲ ਜੀ ਬਹੁਤ ਜ਼ਿਆਦਾ ਸਾਨੂੰ ਲੋੜ ਵੀ ਹੈ, ਜਿਹੜੇ ਸਪੈਸ਼ਲੀ ਪੰਜਾਬੀ ਕਮਿਊਨਿਟੀ ਨੂੰ ਸਮਝ ਸਕਣ, ਪੰਜਾਬੀਆਂ ਨੂੰ ਸਮਝ ਸਕਣ, ਹੋਰ ਉਹ ਕਮਿਊਨਿਟੀਜ਼ ਨੂੰ ਵੀ ਸਮਝਣ, ਔਰ ਮੁੱਦੇ ਜਿਹੜੇ ਆ ਸਪੈਸ਼ਲੀ ਸਮੇਂ-ਸਮੇਂ ਤੇ ਚੁੱਕਦੇ ਰਹਿਣ। ਹੁਣ ਇੱਕ ਲੋਕਾਂ ਦਾ ਜਿਹੜਾ ਸਵਾਲ ਹੈ, ਜਿਹੜੇ ਲੋਕ ਬਹੁਤ ਸਾਰੇ ਸਾਨੂੰ ਵੀ ਪੁੱਛਦੇ ਨੇ, ਉਹ ਮੈਂ ਤੁਹਾਨੂੰ ਕਰਨ ਜਾ ਰਹੀ ਹਾਂ, ਉਹ ਦੱਸ ਦਿਓ। ਲੋਕ ਕਹਿੰਦੇ ਨੇ ਕਿ ਸੁਖ ਧਾਲੀਵਾਲ ਜੀ ਹੁਣ ਮੰਤਰੀ ਅਹੁਦੇ ਤੇ ਅਸੀਂ ਇਸ ਵਾਰ ਇਹਨਾਂ ਨੂੰ ਦੇਖਾਂਗੇ ਜੇ ਸਰਕਾਰ ਬਣ ਜਾਂਦੀ ਹੈ, ਤੇ ਜੇ ਤੁਸੀਂ ਮੰਤਰੀ ਅਹੁਦੇ ਤੇ ਜਾਂਦੇ ਹੋ ਤੇ ਲੋਕਾਂ ਲਈ ਕੀ ਪਲਾਨ ਲਿਆ ਰਹੇ ਹੋ, ਕੀ ਕਰੋਗੇ? ਦੇਖੋ, ਸਾਨੂੰ ਪਹਿਲੀ ਗੱਲ ਆ ਜਿਹੜੀ ਮੈਂ ਲੋਕਾਂ ਲਈ ਪਲਾਨ ਆ, ਮੈਂ ਲੋਕਾਂ ਦੀ ਕਚਹਿਰੀ 'ਚ ਜਾਣਾ। ਹਾਂਜੀ, ਲੋਕ ਮੈਨੂੰ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜਦੇ, ਠੀਕ ਹੈ ਨਾ। ਮੈਂ ਜਦੋਂ ਅੱਜ ਇਲੈਕਸ਼ਨ ਲੜ ਰਿਹਾ, ਮੈਂ ਉਹ ਮੰਤਰੀ ਬਣਨ ਲਈ ਨਹੀਂ ਲੜ ਰਿਹਾ, ਮੈਂ ਇਲੈਕਸ਼ਨ ਜਿਹੜਾ ਲੜ ਰਿਹਾ ਉਹ ਮੈਂਬਰ ਆਫ ਪਾਰਲੀਮੈਂਟ ਲੜ ਰਿਹਾ, ਤਾਂ ਕਿ ਮੈਂ ਆਪਣੇ ਲੋਕਾਂ ਦੀ ਰਹਿਨੁਮਾਈ ਵਧੀਆ ਢੰਗ ਨਾਲ ਕਰਾਂ। ਉਹਦੇ ਵਿੱਚ ਮੈਂ ਟੇਕ ਪ੍ਰਾਈਡ ਕਰਦਾ, ਉਹਦੇ ਵਿੱਚ ਮੈਂ ਕਦੇ ਲੇਜ਼ੀ ਨਹੀਂ ਹੋਇਆ, ਕਦੇ ਮੈਂ ਲੋਕਾਂ ਤੋਂ ਭੱਜਿਆ ਨਹੀਂ। ਤੁਹਾਨੂੰ ਲੱਗਦਾ ਵੀ ਮੰਤਰੀ ਬਣ ਕੇ ਤੁਸੀਂ ਨਹੀਂ ਕਰ ਪਾਓਗੇ? ਨਹੀਂ, ਪਰ ਦੇਖੋ, ਮੇਰੀ ਜਿਹੜੀ ਮੇਨ ਫੋਕਸ ਹੈਗਾ ਉਹ ਇਹ ਹੈਗਾ ਕਿ ਲੋਕਾਂ ਨੂੰ ਮੈਨੂੰ MP ਚੁਣਨਾ ਬਹੁਤ ਜ਼ਰੂਰੀ ਆ, ਠੀਕ ਹੈ ਨਾ। ਬਾਕੀ ਉਸ ਤੋਂ ਅੱਗੇ ਜਿਹੜਾ ਪ੍ਰਧਾਨ ਮੰਤਰੀ ਬਣਦਾ ਉਹਨੇ ਦੇਖਣਾ, ਉਹਦੇ ਬਹੁਤ ਸਾਰੇ ਫੈਕਟਰ ਹੁੰਦੇ ਆ, ਉਹ ਤੇ ਸਾਨੂੰ ਫੁੱਲ ਵੀ ਚੜਾਉਣੇ ਚਾਹੀਦੇ, ਕਿਉਂਕਿ ਲੀਡਰ ਲਈ ਕੋਈ ਸੌਖਾ ਨਹੀਂ ਹੁੰਦਾ ਕਿ ਉਹ ਇਹ ਡਿਸਾਈਡ ਕਰ ਸਕੇ ਵੀ ਐਸ ਨੂੰ। ਬਾਕੀ ਜਿੱਥੇ ਜਸਟਿਨ ਟਰੂਡੋ ਉਹਨਾਂ ਦਾ ਤੇ ਮੇਰਾ ਰਿਲੇਸ਼ਨਸ਼ਿਪ ਆ ਬਹੁਤ ਵਧੀਆ, ਸਟਰੋਂਗ ਸਾਡਾ ਬੌਂਡ ਹੈਗਾ। ਆਲਵੇਜ਼ ਹੀ ਕਾਲਸ ਮੀ ਅ ਫਰੈਂਡ ਐਂਡ ਆਈ ਕਾਲ ਹਿਮ ਅ ਫਰੈਂਡ, ਔਰ ਵਧੀਆ ਢੰਗ ਦੇ ਨਾਲ ਉਹ ਆਪਣੀ ਕੈਬਨਿਟ ਜਿਸ 50% ਉਹਨਾਂ ਨੂੰ ਵਿਮਨ ਨੂੰ ਵੀ ਲੈਣਾ ਪੈਂਦਾ, ਠੀਕ ਹੈ ਨਾ। ਸੋ ਦੇਰ ਇਜ਼ ਲੋਟ ਆਫ ਫੈਕਟਰ ਜਿਹੜੇ ਨੇ ਉਹਦੇ ਵਿੱਚ ਐਕਟ। ਪਰ ਇੱਕੋ ਚੀਜ਼ ਹੈਗੀ, ਮੈਨੂੰ ਆਪਣਾ ਮੈਂਬਰ ਆਫ ਪਾਰਲੀਮੈਂਟ ਬਿਲਕੁਲ ਇਹ ਅਪੀਲ ਹੁਣ ਕਰ ਦੋ ਬਸ ਆਖਿਰ ਦੇ ਵਿੱਚ, ਮੈਂ ਜਿਹੜੀ ਉਹਨਾਂ ਦੀ ਆਵਾਜ਼ ਆ ਉਹ ਬੁਲੰਦ ਕਰਦਾ ਰਹਾਂ। ਔਰ ਇਹ ਹੈ, ਇਹ ਬਿਲਕੁਲ ਇੱਕੋ ਚੀਜ਼ ਹੈ। ਦੂਸਰੇ ਕੈਂਡੀਡੇਟ ਜਿਹੜੇ ਨੇ, ਹੁਣ ਤੁਸੀਂ ਦੇਖੋ ਇਸ ਵੇਲੇ ਮੈਂ ਨਹੀਂ ਕਿਸੇ ਦੇ ਕਹਿੰਦਾ ਵੀ ਕੌਣ ਆ, ਹੁਣ ਦੂਸਰੀ ਪਾਰਟੀ ਦਾ ਕੈਂਡੀਡੇਟ ਦਾ ਪਤਾ ਨਹੀਂ, ਜੇ ਅੱਜ ਆਏ ਕੱਲ ਨੂੰ ਉਹਨਾਂ ਨੇ ਚਲੇ ਜਾਣਾ, ਪਰ ਮੈਂ ਇੱਥੇ ਹਮੇਸ਼ਾ ਹੀ ਜਿਹੜਾ ਉਹ ਹਾਜ਼ਰ। ਔਰ ਇਹ ਮੈਨੂੰ ਹੌਸਲਾ ਵੀ ਲੋਕਾਂ ਤੋਂ ਮਿਲਦਾ, ਜਦੋਂ ਮੈਂ ਜਾਂਦਾ ਕਮਿਊਨਿਟੀ, ਜਦੋਂ ਲੋਕ ਮੈਨੂੰ ਕਹਿੰਦੇ ਨੇ, ਤਾਰੀਫ ਕਰਦੇ ਨੇ, ਮੈਨੂੰ ਇਨਕਰੇਜਮੈਂਟ ਦਿੰਦੇ ਆ, ਤਾਂ ਉਹ ਮੈਨੂੰ ਅੱਗੇ ਲੈ ਕੇ। ਹਾਂ, ਕ੍ਰਿਟਿਕ ਵੀ ਹੈਗੇ 2-4 ਜਿਹੜੇ ਨੇ, ਮਤਲਬ ਜਿਨ੍ਹਾਂ ਨੇ ਹਮੇਸ਼ਾ ਹੀ ਕ੍ਰਿਟੀਸਾਈਜ਼ ਕਰਨਾ, ਉਹਨਾਂ ਨੂੰ ਇਹ ਨਹੀਂ ਹੈਗਾ, ਉਹ ਚਾਹੇ ਜਿਹੜਾ ਵਾ ਕੰਮ ਕਿਤੇ ਹੋਵੇ ਦੁਨੀਆ 'ਚ, ਉਹਨਾਂ ਨੇ ਸਰੀ ਨਿਊਟਰਲ 'ਚ ਲੈ ਕੇ ਆਉਣਾ, ਕਿਉਂਕਿ ਉਹਨਾਂ ਦਾ ਏਜੰਡਾ ਇੱਕੋ ਹੀ ਹੈਗਾ ਵੀ ਉਹ ਅਸੀਂ ਹੁਣ ਸੁੱਖ ਨੂੰ, ਕਿਉਂਕਿ ਹੋਰ ਤਰੀਕੇ ਨਾਲ ਤਾਂ ਕੋਈ ਲੋਕਾਂ ਨੂੰ ਮਾਨਤਾ ਚੇਂਜ ਨਹੀਂ ਕਰ ਸਕਦੇ, ਠੀਕ ਹੈ ਨਾ। ਉਹ ਸਿਰਫ ਇਹ ਹੈਗਾ ਕਿ ਉਹ ਨੋਇਜ਼ ਕ੍ਰੀਏਟ ਕਰ। ਪਰ ਮੈਂ ਧੰਨਵਾਦੀ ਹਾਂ, ਲੋਕਾਂ ਨੇ ਮੈਨੂੰ ਅੱਜ ਤੱਕ ਇੰਨਾ ਮੌਕਾ ਦਿੱਤਾ, ਔਰ ਮੈਂ ਇਹੀ ਆਸ ਕਰਦਾ ਕਿ ਆਪਣਾ ਵਧੀਆ ਫਿਊਚਰ ਦੇ ਵਿੱਚ ਨੁਮਾਇੰਦਾ ਫਿਰ ਇੱਕ ਵਾਰ ਚੁਣ ਕੇ ਭੇਜੋ। ਤੇ ਮੈਂ ਵਚਨਬੱਧ ਹਾਂ ਕਿ ਵੀ ਮੈਂ ਉਸੇ ਤਰ੍ਹਾਂ ਹੀ, ਜਿਸ ਤਰ੍ਹਾਂ ਪਿੱਛੇ ਲੋਕਾਂ ਦੀ ਸੇਵਾ ਕਰਦਾ ਰਿਹਾ, ਉਸੇ ਤਰ੍ਹਾਂ ਹੀ ਰਹੂੰ। ਇਹ ਨਹੀਂ ਹੋਊਗਾ ਕਿ ਮੈਂ ਉਹਨਾਂ ਤੋਂ ਭੱਜ ਕੇ ਜਾ ਕੇ ਲੁਕ ਜਾਊਂਗਾ, ਆਟੋ ਬੈਠ ਜਾਊਂ, ਮੁੜ ਕੇ ਜਿਹੜਾ। ਸੁਖ ਧਾਲੀਵਾਲ ਜੀ, ਤੁਹਾਨੂੰ ਭੱਜਣ ਨਹੀਂ ਦੇਣਾ, ਤੁਹਾਨੂੰ ਇਸ ਸ਼ੋਅ ਦੇ ਵਿੱਚ ਬੁਲਾਇਆ ਕਰਨਾ, ਕਿਉਂਕਿ ਲੋਕਾਂ ਦੀਆਂ ਬਹੁਤ ਸਾਰੀਆਂ ਕਾਲਸ ਆਉਂਦੀਆਂ, ਬਹੁਤ ਸਾਰੇ ਮੁੱਦੇ ਹੁੰਦੇ ਨੇ। ਨਹੀਂ, ਬਿਲਕੁਲ। ਦੇਖੋ, ਓਨੈਸਟਲੀ ਪੁੱਛੋ, ਅੱਜ ਤੱਕ ਜਿਹੜਾ ਕੰਸਟਰਕਟਿਵ ਰੋਲ ਅਦਾ ਕਰਦਾ ਮੀਡੀਆ, ਉਹਦੇ ਵਿੱਚ ਮੈਨੂੰ ਜਦੋਂ ਵੀ ਸੱਦਾ ਆਇਆ ਮੈਂ ਹਮੇਸ਼ਾ ਗਿਆ। ਕਿਉਂ? ਕਿਉਂਕਿ ਅਕਾਊਂਟੇਬਿਲਿਟੀ ਬੜੀ ਜ਼ਰੂਰੀ ਆ। ਹੁਣ ਜਿੰਨੇ ਕਾਲਰਸ ਨੇ ਸਵਾਲ ਪੁੱਛੇ ਆ, ਬੜੇ ਵਧੀਆ ਸਵਾਲ ਸੀ ਉਹਨਾਂ ਦੇ, ਐਵੇਂ ਆਪਾਂ ਜੋ ਮਰਜ਼ੀ ਕਹੀਏ ਸਵਾਲਾਂ ਦੇ, ਕਿਉਂਕਿ ਨੌਲੇਜ ਇਜ਼ ਪਾਵਰ। ਸਾਡੀ ਨੌਲੇਜ ਕਿੱਥੋਂ ਆਉਂਦੀ? ਜਦੋਂ ਲੋਕ ਸਾਨੂੰ ਸਵਾਲ ਕਰਦੇ ਆ, ਉਹਨਾਂ ਚੋਂ ਕਈ ਪੁਆਇੰਟ ਐਸੇ ਹੁੰਦੇ ਨੇ ਬੜੇ ਵਧੀਆ ਹੁੰਦੇ ਨੇ, ਠੀਕ ਹੈ ਨਾ। ਉਹ ਮੈਂ ਨੋਟ ਵੀ ਕੀਤੇ 2-4। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਅੱਗੇ ਚੁਣ ਕੇ ਭੇਜਦੇ ਆ, ਫਿਰ ਮੇਕ ਸ਼ੋਰ ਕਰਦੇ ਆ ਵੀ ਉਹ ਜਿਹੜੇ ਪੁਆਇੰਟਸ ਨੇ ਉਹਨੂੰ ਤਰਜੀਹ ਦਿੱਤੀ ਜਾਵੇ। ਜਿਵੇਂ ਇਮੀਗ੍ਰੇਸ਼ਨ ਦਾ ਇੱਕ ਕੀ ਮੁੱਦਾ ਲੈ ਕੇ ਆਏ ਸੀ, ਜਿਹਦੇ ਵਿੱਚ ਉਹਨਾਂ ਨੇ ਆਪਾਂ ਕਿਹਾ ਵੀ ਮੈਡੀਕਲ ਦਾ ਦੂਸਰਾ ਸੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਕਈ ਮੁੱਦੇ ਇੱਥੋਂ ਉੱਭਰਦੇ ਨੇ, ਉਹ ਅੱਗੇ ਮੈਂ ਕਮੇਟੀ ਦੇ ਵਿੱਚ ਬੈਠਾ ਜਾਂ ਅੱਗੇ ਜਾਵਾਂ ਤਾਂ ਉਹ ਹੈਲਪ ਕਰ ਸਕਦਾ। ਸੋ ਇੱਕੋ ਹੀ ਮੇਰੀ ਹੈਗੀ ਸ਼ੈਲੀ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਰੂਬਰੂ ਕੀਤਾ ਆਪਣੇ ਦਰਸ਼ਕਾਂ ਦੇ। ਮੈਂ ਓਪਨ ਬੁੱਕ ਆ, ਮੇਰਾ ਜੀਵਨ ਹਮੇਸ਼ਾ ਜੋ ਮੈਂ ਦਿਲ 'ਚ ਉਹ ਬਾਹਰ ਆ, ਠੀਕ ਹੈ ਨਾ। ਔਰ ਹਰ ਇੱਕ ਵੋਟਰ ਜਿਹੜਾ ਹੈਗਾ, ਚਾਹੇ ਉਹਨੇ ਮੇਰੀ ਸਪੋਰਟ ਕੀਤੀ ਪਿੱਛੇ, ਚਾਹੇ ਨਹੀਂ ਕੀਤੀ, ਇਹ ਕੋਈ ਵੀ ਨਹੀਂ ਤੁਹਾਨੂੰ ਕਹਿ ਸਕੂਗਾ ਵੀ ਉਹ ਸਾਡੇ ਦਫ਼ਤਰ 'ਚ ਆਏ ਹੋਣ, ਅਸੀਂ ਉਹਨਾਂ ਨਾਲ ਇੱਕੋ ਜਿਹਾ ਨਿਆਂ ਨਹੀਂ। ਸਾਡੇ ਦਫ਼ਤਰ ਦੇ ਵਿੱਚ ਜਿਹੜਾ ਵਾ ਉਹ ਖੁੱਲ੍ਹਾ ਰੱਖਿਆ ਸੀ, ਔਰ
ਫਸਟ ਕਮ ਫਸਟ ਸਰਵ ਅਸੀਂ ਕਰਦੇ ਹਾਂ। ਆਉਂਦੇ ਆ, ਹਾਂ ਇੱਕ ਹੈ ਦਿਨ ਮੇਰਾ ਅਪਾਇੰਟਮੈਂਟਸ ਦਾ ਵੀ ਹੁੰਦਾ, ਜਦੋਂ ਅਪਾਇੰਟਮੈਂਟਸ ਬਣਦੀਆਂ, ਪਰ ਉਸ ਤੋਂ ਬਿਨਾਂ ਜਿਹੜਾ ਵੀ ਵਾਕ ਇਨ ਹੈਗਾ ਵਾ ਐਵਰੀਡੇ, ਜਿਹੜਾ ਵੀ ਪਹਿਲਾਂ ਆਇਆ, ਡਜਨ ਮੈਟਰ ਸਾਡੀ ਸਪੋਰਟ ਕੀਤੀ ਜਾਂ ਨਹੀਂ ਕੀਤੀ, ਸਾਡੀ ਪਾਰਟੀ ਨੂੰ ਵੋਟ ਪਾਈ ਜਾਂ ਨਹੀਂ ਪਾਈ, ਮੇਰੀ ਕੰਸਟੀਚੁਐਂਸੀ 'ਚ ਰਹਿੰਦਾ ਜਾਂ ਨਹੀਂ ਰਹਿੰਦਾ, ਅਸੀਂ ਉਹਦੀ ਵੀ ਮਦਦ, ਇਨਫੈਕਟ ਫੰਡ ਤਾਂ ਸਾਡੇ ਕੋਲ ਲਿਮਟਿਡ ਹੀ ਹੈ ਨਾ, ਅਸੀਂ ਆਪਣੇ ਕੰਸਟੀਚੁਐਂਟਸ ਨੂੰ ਸਰਵ ਕਰਨ ਨੂੰ। ਮੈਂ ਦਾਅਵੇ ਨਾਲ ਕਹਿ ਸਕਦਾ ਬਹੁਤ ਸਾਰੇ ਬਾਹਰਲੇ ਇਲਾਕਿਆਂ ਤੋਂ ਲੋਕ ਮੇਰੇ ਕੋਲ ਆਉਂਦੇ ਆ, ਮੈਂ ਕਦੇ ਕਿਸੇ ਨੂੰ ਜਿਹੜਾ ਵਾ ਉਹ ਮੋੜਿਆ ਨਹੀਂ, ਹਮੇਸ਼ਾ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਮਦਦ ਕਰਾਂ। ਸੋ ਹੁਣ ਲੋੜ ਹੈਗੀ ਫਿਰ 20 ਸਤੰਬਰ ਨੂੰ ਵੋਟਾਂ ਪਾਉਣ ਦੀ, ਉਹ ਆਪਣੇ ਪਰਖੇ ਹੋਏ ਜਿਹੜਾ ਹੈਗਾ ਉਮੀਦਵਾਰ ਜਿਹੜੇ ਹੈਗੇ ਤੁਹਾਡਾ ਹੱਕਾਂ ਦੇ ਲਈ ਲੜ ਸਕਦੇ ਆ, ਉਹ ਸੁਖ ਧਾਲੀਵਾਲ ਨੇ ਸਰੀ ਨਿਊਟਨ 'ਚ, ਕਿਰਪਾ ਕਰਨ ਵੋਟਾਂ ਪਾਉਣ ਤੇ ਕਾਮਯਾਬ ਬਣਾਉਣਾ। ਬਿਲਕੁਲ ਸੁਖ ਧਾਲੀਵਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ ਇੱਥੇ ਆਏ ਹੋ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਰੂਰ ਸਟੂਡੀਓ ਦੇ ਵਿੱਚ ਮੇਰੇ ਨਾਲ ਜੁੜਦੇ ਰਹੋਗੇ ਮਾਰਨਿੰਗ ਸ਼ੋਅ ਦੇ ਵਿੱਚ, ਤੇ ਬਹੁਤ ਸਾਰੀਆਂ ਤਮਾਮ ਹੋਰ ਗੱਲਾਂ ਅਸੀਂ ਕਰਦੇ ਰਵਾਂਗੇ। ਸੋ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰੀਆਂ ਬੈਸਟ ਵਿਸ਼ੇਸ ਕਿ ਜਿਸ ਤਰੀਕੇ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ, ਲੋਕ ਤੁਹਾਨੂੰ ਉਸ ਦਾ ਫਤਵਾ ਵੀ ਜਿਹੜਾ ਜ਼ਰੂਰ ਦੇਣ। ਧੰਨਵਾਦ ਸ਼ਰੀ ਜੀ, ਫਿਰ ਇੱਕ ਵਾਰ ਤੁਹਾਡਾ, ਚੈਨਲ ਪੰਜਾਬੀ ਦਾ, ਤੁਹਾਡੀ ਸਮੂਹ ਟੀਮ ਦਾ, ਔਰ ਸਾਰੇ ਕਾਲਰਸ ਦਾ ਜਿਨ੍ਹਾਂ ਨੇ ਕਾਲ ਕਰਕੇ ਜਿਹੜਾ ਹੈਗਾ ਅੱਜ ਦੀ ਜਿਹੜੀ ਕੰਟਰੀਬਿਊਸ਼ਨ ਜਿਹੜੀ ਆ ਇਸ ਸ਼ੋਅ ਦੇ ਵਿੱਚ ਕੀਤੀ ਆ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਤਰੱਕੀਆਂ ਦੇਵੇ, ਸਾਡੇ ਬੱਚੇ ਜਿਹੜੇ ਆ ਉਹ ਅੱਗੇ ਖੁਸ਼ੀਆਂ ਮੰਨਣ। ਥੈਂਕ ਯੂ ਜੀ। ਸੋ MP ਸੁਖ ਧਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਸੀ। ਅਸੀਂ ਜਦੋਂ ਵੀ ਸੁਖ ਧਾਲੀਵਾਲ ਜੀ ਨੂੰ ਬੁਲਾਉਂਦੇ ਹਾਂ, ਉਹ ਹਮੇਸ਼ਾ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਤਿਆਰ ਵੀ ਰਹਿੰਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ। ਹਾਲਾਂਕਿ ਯਕੀਨਨ ਬਹੁਤ ਸਾਰੇ MP MLA ਇਹੋ ਜਿਹੇ ਵੀ ਸਾਨੂੰ ਕਈ ਵਾਰੀ ਮਿਲ ਜਾਂਦੇ ਜਿਹੜੇ ਜਵਾਬ ਦੇ ਜਾਂਦੇ ਨੇ, ਪਰ ਸੁਖ ਧਾਲੀਵਾਲ ਹਮੇਸ਼ਾ ਤਿਆਰ ਰਹਿੰਦੇ ਨੇ ਜਦੋਂ ਇਹਨਾਂ ਨੂੰ ਸੱਦੋ ਸਟੂਡੀਓ ਦੇ ਵਿੱਚ। ਤੇ ਬਹੁਤ ਸਾਰੇ ਮੁੱਦੇ ਅੱਜ ਵੀ ਚੁੱਕੇ ਗਏ ਨੇ, ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੁੱਕਦੇ ਰਵਾਂਗੇ। ਹੋਰ ਬਹੁਤ ਸਾਰੇ ਦਿਨਾਂ ਦੇ ਵਿੱਚ ਮਾਰਨਿੰਗ ਸ਼ੋਅ ਦਾ ਹਿੱਸਾ ਬਣਨਗੇ ਸੁਖ ਧਾਲੀਵਾਲ ਵੀ, ਰਣਦੀਪ ਸਰਾਏ ਜੀ ਵੀ, ਹੋਰ ਵੀ ਜਿਹੜੇ ਆਪਣੇ ਲੀਡਰ ਕਹਿ ਸਕਦੇ ਹਾਂ, ਉਹਨਾਂ ਨੂੰ ਅਸੀਂ ਸੱਦਾਂਗੇ, ਉਹਨਾਂ ਨਾਲ ਗੱਲਬਾਤ ਬਖੂਬੀ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕਰਦੇ ਰਵਾਂਗੇ। ਫਿਲਹਾਲ ਅੱਜ ਹੈਗੀ ਹੈ 20 ਅਗਸਤ ਤੇ 20 ਸਤੰਬਰ ਨੂੰ ਅਸੀਂ ਜਿਹੜਾ ਇਹਨਾਂ ਇਲੈਕਸ਼ਨਸ ਦੀਆਂ ਜਿਹੜੇ ਨਤੀਜੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਦਿਖਾਈ ਦੇਵਾਂਗੇ। ਸੋ 1 ਮਹੀਨੇ ਦਾ ਜਿਹੜਾ ਇਹ ਸਮਾਂ ਰਹਿ ਗਿਆ, ਇਹਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਜਿਹੜਾ ਸਮਾਂ ਸੋਚਣ ਵਿਚਾਰਨ ਦਾ, ਇਹਨੂੰ ਪ੍ਰੋਪਰ ਤਰੀਕੇ ਨਾਲ ਸੋਚੋ, ਕਿਉਂਕਿ ਵੋਟਰ ਤੋਂ ਵੱਡੀ ਜਿਹੜੀ ਪਾਵਰ ਹੈ ਉਹ ਕੋਈ ਨਹੀਂ ਹੁੰਦੀ। ਇੱਕ ਵੋਟਰ ਦੇ ਹੱਥ ਦੇ ਵਿੱਚ ਹੀ ਹੁੰਦਾ ਕਿ ਉਹਨੇ ਕਿਹੜੀ ਸਰਕਾਰ ਚੁਣਨੀ ਹੈ ਤੇ ਕਿਹੜਾ ਆਪਣੇ ਜਿਹੜਾ ਉਹ ਹਲਕੇ ਦਾ ਨੁਮਾਇੰਦਾ ਚੁਣਨਾ ਹੈ ਤੇ ਉਹਨੂੰ ਜਿੱਤ ਦਾ ਜਿਹੜਾ ਉਹ ਫਤਵਾ ਦਵਾਉਣਾ ਹੈ। ਸੋ ਇਸ ਤੇ ਸੋਚ ਸਮਝ ਕੇ ਵਿਚਾਰ ਕਰੋ ਕਿਹੜਾ ਤੁਹਾਡਾ ਆਪਣਾ ਨੁਮਾਇੰਦਾ ਜਿਹਨੂੰ ਵੋਟ ਪਾਉਣੀ ਹੈ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।